ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ, ਆਦਾਬ, ਸਭ ਸਤਿਕਾਰ ਸੱਜਣਾਂ ਨੂੰ ਜੋ ਇਸ ਵਕਤ ਜ਼ਿੰਦਗੀ ਦੇ ਰੰਗਾਂ ਤੇ ਆਵਾਜ਼ੀਆਂ ਤਿਰੰਗਾਂ ਨੂੰ ਮਾਣਦੇ ਹੋਏ ਜੁੜੇ ਨੇ ਟਿਵਾਣਾ ਰੇਡੀਓ ਦੇ ਨਾਲ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਵਾਗਤ ਕਰਦਾ। ਆਵਾਜ਼ ਦੀਆਂ ਤਿਰੰਗਾਂ ਤੇ ਤੁਹਾਡਾ ਸਵਾਗਤ ਹੈ। ਅੱਜ 27 ਸਤੰਬਰ ਸਨ 2021 ਦੀ ਸਵੇਰ ਹੈ। 12 ਅੱਸੂ ਨਾਨਕਸ਼ਾਹੀ ਸੰਮਤ 553 ਨੂੰ ਸਵੇਰ ਦੀ ਸਭਾ ਦਾ ਪ੍ਰੋਗਰਾਮ ਲੈ ਕੇ ਮੈਂ ਪਰਮਿੰਦਰ ਸਿੰਘ ਟਿਵਾਣਾ ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਤੁਹਾਨੂੰ ਸਵਾਗਤ ਕਰਦਾ। ਤੇ ਸਾਡੇ ਇਹਨਾਂ ਪ੍ਰੋਗਰਾਮਾਂ ਦਾ ਵੇਰਵਾ ਕਿ ਭਾਰਤੀ ਸਮਾਂ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਤੇ ਸ਼ਾਮ ਨੂੰ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਮੈਂ ਤੇ ਐਡਵੋਕੇਟ ਸੁਰਿੰਦਰ ਸਿੰਘ ਆਪ ਜੀ ਦੇ ਨਾਲ ਜੁੜਦੇ ਹਾਂ। ਤੇ ਤੁਸੀਂ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਾਡੀ ਵੈਬਸਾਈਟ tivanaradio.com ਦੇ ਜ਼ਰੀਏ ਸੁਣਦੇ ਹੋ ਤੇ ਜਿੱਥੇ ਤੁਹਾਨੂੰ ਆਈਫੋਨ ਤੇ ਐਂਡਰਾਇਡ ਐਪਸ ਦੇ ਲਿੰਕ ਮਿਲਣਗੇ। ਇਸ ਤੋਂ ਇਲਾਵਾ ਕਾਲ ਟੂ ਲਿਸਨ ਨੰਬਰ ਹੈ ਜਿਹੜਾ ਅਮਰੀਕਾ ਦੇ ਵਿੱਚ ਡਾਇਲ ਕਰਕੇ ਪੂਰੇ ਅਮਰੀਕਾ ਦੇ ਵਿੱਚ ਇਸ ਨੰਬਰ ਦੇ ਜ਼ਰੀਏ ਤੁਸੀਂ ਸਾਡੇ ਪ੍ਰੋਗਰਾਮਾਂ ਨੂੰ ਸੁਣ ਸਕਦੇ ਹੋ। ਕਾਲ ਟੂ ਲਿਸਨ ਨੰਬਰ ਹੈ 667 930 9260 667-930-9260। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨੀ ਹੈ ਤੇ ਪ੍ਰੋਗਰਾਮ ਨੂੰ ਵਟਸਐਪ ਦੇ ਜ਼ਰੀਏ ਮੰਗਵਾਉਣਾ ਤਾਂ 98-763-09655 ਆਪਣਾ ਪਟਿਆਲਾ ਸਟੂਡੀਓ ਦਾ ਨੰਬਰ ਹੈ। ਤੇ ਇੱਥੇ ਪ੍ਰੋਗਰਾਮ ਸ਼ੁਰੂ ਹੁੰਦੇ ਹੀ ਵਟਸਐਪ ਦੇ ਜ਼ਰੀਏ ਆਪ ਜੀ ਨੂੰ ਲਿੰਕ ਭੇਜ ਦਿੱਤਾ ਜਾਂਦਾ ਹੈ YouTube ਦਾ। ਜੇ ਪ੍ਰੋਗਰਾਮ ਦੇ ਵਿੱਚ ਕੋਈ ਸੂਚਨਾ ਹੈ, ਦੇਰੀ ਦੇ ਨਾਲ ਪ੍ਰੋਗਰਾਮ ਹੈ ਜਾਂ ਐਮਰਜੈਂਸੀ ਕੋਈ ਪ੍ਰੋਗਰਾਮ ਕਰਦੇ ਹਾਂ ਤਾਂ ਵੀ ਲਿੰਕ ਤੁਹਾਨੂੰ ਇਸ ਨੰਬਰ ਤੋਂ ਮਿਲਦਾ। ਸੋ ਆਪਣਾ ਗਰੁੱਪ ਹੈ 98-763-09655 ਤੇ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਸਾਡੀ ਵੈਬਸਾਈਟ tivanaradio.com ਤੇ ਸੁਣ ਸਕਦੇ ਹੋ। ਉੱਥੇ ਆਈਫੋਨ ਤੇ ਐਂਡਰਾਇਡ ਐਪਸ ਦੇ ਲਿੰਕ ਮਿਲਣਗੇ, ਇੰਸਟਾਲ ਕਰੋ ਐਪਸ ਨੂੰ। ਵੱਧ ਤੋਂ ਵੱਧ ਵਧੀਆ ਕੁਆਲਿਟੀ ਤੇ ਸੁਣਿਆ ਜਾਂਦਾ ਉੱਥੇ। ਤੇ ਇਸ ਤੋਂ ਇਲਾਵਾ ਟਿਵਾਣਾ ਰੇਡੀਓ ਦਾ ਫੇਸਬੁੱਕ ਪੇਜ ਤੇ YouTube ਪੇਜ ਦਾ ਲਿੰਕ ਮਿਲੇਗਾ। ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਬੈਲ ਆਈਕਨ ਦਬਾਓ ਤਾਂ ਜੋ ਪ੍ਰੋਗਰਾਮ ਸ਼ੁਰੂ ਹੁੰਦੇ ਹੀ ਤੁਹਾਨੂੰ ਇਸ ਦੇ ਬਾਰੇ ਸੂਚਨਾ ਮਿਲ ਜਾਵੇ। ਤੇ ਇਸ ਤੋਂ ਇਲਾਵਾ ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰੋਗਰਾਮਾਂ ਦੀ। ਸੋਮਵਾਰ ਦੀ ਸਵੇਰ ਹੈ। ਵੀਕਐਂਡ ਤੋਂ ਬਾਅਦ ਪੰਜਾਬ ਦੇ ਵਿੱਚ ਯੂਪੀ ਦੇ ਵਿੱਚ ਕਾਫੀ ਸਿਆਸੀ ਸਰਗਰਮੀਆਂ ਰਹੀਆਂ। ਅੱਜ 27 ਸਤੰਬਰ ਹੈ ਤੇ ਅੱਜ ਭਾਰਤ ਬੰਦ ਦਾ ਸੱਦਾ ਵੀ ਕਿਸਾਨਾਂ ਵੱਲੋਂ ਦਿੱਤਾ ਗਿਆ, ਜਿਸ ਦੇ ਮੱਦੇਨਜ਼ਰ ਖਾਸ ਕਰਕੇ ਦਿੱਲੀ ਦੇ ਵਿੱਚ ਪੁਲਿਸ ਕਾਫੀ ਸਤਰਕ ਹੈ। ਤੇ ਪੁਲਿਸ ਨੇ ਆਖਿਆ ਕਿ ਦਿੱਲੀ ਬੰਦ ਦਾ ਸਾਨੂੰ ਕੋਈ ਸੂਚਨਾ ਨਹੀਂ ਹੈ। ਆਪਣੇ ਤੌਰ ਤੇ ਸਰਕਾਰ ਦੀ ਕੋਸ਼ਿਸ਼ ਰਹੇਗੀ ਕਿ ਦਿੱਲੀ ਨੂੰ ਹੂਬਹੂ ਖੋਲ੍ਹਿਆ ਜਾਵੇ ਕਿਉਂਕਿ ਦੇਸ਼ ਦੀ ਰਾਜਧਾਨੀ ਹੈ। ਪਰ ਇਸ ਬੰਦ ਦੇ ਮੱਦੇਨਜ਼ਰ ਕੀ ਕੁਛ ਸੰਭਾਵਨਾਵਾਂ ਰਹਿਣ ਦੀਆਂ ਉਮੀਦਾਂ ਨੇ, ਉਸ ਤੇ ਚਰਚਾ ਕਰਾਂਗੇ। ਸਾਰੇ ਸਿਲਸਿਲੇ ਤੇ ਐਡਵੋਕੇਟ ਸੁਰਿੰਦਰ ਸਿੰਘ ਦਾ ਵੀ ਸਵਾਗਤ ਕਰਦੇ ਹਾਂ। ਸੁਰਿੰਦਰ ਬਾਈ ਜੀ ਸਵਾਗਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਮਿਹਰਬਾਨੀ ਜੀ। ਮਿਹਰਬਾਨੀ ਸੁਰਿੰਦਰ ਜੀ। ਵੀਕਐਂਡ ਦੇ ਦੌਰਾਨ ਸੰਡੇ ਨੂੰ ਵੀ ਕਾਫੀ ਮੈਸੇਜ ਵੀ ਆਏ ਸਰੋਤਿਆਂ ਦੇ ਕਿਉਂਕਿ ਆਪਣਾ ਆਫ ਹੁੰਦਾ, ਪਰ ਸਹੁੰ ਚੁੱਕ ਲਈ ਹੈ ਨਵੇਂ ਮੰਤਰੀ ਮੰਡਲ ਨੇ। ਸੋ 15 ਮੰਤਰੀਆਂ ਨੇ ਅਹੁਦਿਆਂ ਦੀ ਸਹੁੰ ਚੁੱਕੀ ਹੈ, ਪਰ ਕੋਈ ਰੋ ਰਿਹਾ, ਕੋਈ ਹੱਸ ਰਿਹਾ। ਇਹ ਮੁਲਕ ਮਾਈ ਦਾ ਵਸਦਾ ਹੈ, ਕੋਈ ਰੋਂਦਾ ਤੇ ਕੋਈ ਹੱਸਦਾ ਹੈ। 4-4 ਸਾਲ ਵਜ਼ੀਰੀਆਂ ਝੱਲ ਕੇ ਮੰਤਰੀ ਰੋਂਦੇ ਵੀ ਵੇਖੇ ਗਏ ਤੇ ਜਿਹੜੇ ਪਹਿਲੀ ਵਾਰੀ MLA ਤੋਂ ਮੰਤਰੀ ਬਣੇ ਉਹ ਬਾਗੋ ਬਾਗ ਨੇ। ਉਹਨਾਂ ਦਾ ਕਹਿੰਦੇ ਹੁੰਦੇ ਨੇ ਸਿਰ ਪੱਕਾ ਖੂਨ ਵੱਧ ਗਿਆ। ਸੋ ਕਾਫੀ ਜਿਹੜਾ ਕੁਛ ਹੋਇਆ। ਹਾਲਾਂਕਿ ਪੰਜਾਬ ਦੇ DGP ਦਾ ਅਹੁਦਾ ਪਹਿਲਾਂ ਹੀ ਇਕਬਾਲਪ੍ਰੀਤ ਸਿੰਘ ਸੋਤਾ ਨੂੰ ਮਿਲ ਗਿਆ। ਇਹਦੇ ਬਾਰੇ ਵੀ ਆਪਾਂ DGP ਦੇ ਬਾਰੇ ਵੀ ਚਰਚਾ ਕਰਨੀ ਹੈ। ਸਭ ਤੋਂ ਪਹਿਲਾਂ ਚਰਚਾ ਕਰਦੇ ਹਾਂ, ਆਪਾਂ ਸ਼ੁਰੂਆਤ ਕਰਦੇ ਹਾਂ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਵਜ਼ਾਰਤ ਤੋਂ। ਇਹਦੇ ਵਿੱਚ ਵੀ ਕਈਆਂ ਨੂੰ ਵਜ਼ਾਰਤੀ ਅਹੁਦਾ ਮਿਲਦਾ ਰਹਿ ਗਿਆ। ਕੀ ਕੁਛ ਵਾਪਰਿਆ ਸਹੁੰ ਚੁੱਕ ਸਮਾਗਮ ਦੇ ਦੌਰਾਨ? ਜੀ ਸੁਰਿੰਦਰ ਵੀਰ, ਕੰਟੀਨਿਊ ਪਲੀਜ਼। ਤੁਸੀਂ ਗੱਲ ਸਹੁੰ ਚੁੱਕ ਦੀ ਕੀਤੀ ਹੈ। ਸਹੁੰ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਤਲਵੰਡੀ ਸਾਬੋ ਦੀ ਧਰਤੀ ਤੇ ਚੱਕੀ ਸੀਗੀ। ਠੀਕ ਹੈ ਜੀ। ਹਾਂ, 2017 ਦੇ ਲਈ ਉਹਨੇ ਵੀ ਚੱਕੀ ਸੀਗੀ ਤੇ ਉਸ ਸਹੁੰ ਦਾ ਕੀ ਬਣਿਆ ਉਹ ਬਾਅਦ ਦੀ ਗੱਲ ਆ। ਮਹਿੰਗੀ ਪੈ ਰਹੀ ਹੈ ਵੈਸੇ। ਇੱਕ ਤਾਂ ਦੇਖਣੇ ਹੋਊਗੀ ਜਿੰਨੀ ਜਿੱਲਤ ਕਪਤਾਨ ਸਾਹਿਬ ਨੂੰ ਝੱਲਣੀ ਪਈ ਹੈ, ਇਹ ਵੀ ਇੱਕ ਸਜ਼ਾ ਹੀ ਹੈ ਜੇ ਦੇਖਿਆ ਜਾਵੇ। ਨਹੀਂ, ਜਿੱਲਤ ਕੱਲੀ ਉਹਨਾਂ ਨੇ ਤੇ ਝੱਲੀ ਹੈ ਤੇ ਜਿਹੜੀ ਅੱਜ 2 ਮੰਤਰੀਆਂ ਨੇ ਝੱਲੀ ਆ ਉਹ ਜਿਹੜੀ ਬਲਵੀਰ ਸਿੰਘ ਸਿੱਧੂ ਨੇ ਤੇ ਜਿਹੜੀ ਗੁਰਪ੍ਰੀਤ ਕਾਂਗੜ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ, ਉਹ ਜਦੋਂ ਆਪਾਂ ਸਕੂਲ 'ਚ ਪੜ੍ਹਦੇ ਹੁੰਦੇ ਸੀ ਉਦੋਂ ਦੇਖੀਦਾ ਸੀਗਾ। ਉਹ ਜਦੋਂ ਕਿਸੇ ਬੱਚੇ ਨੇ ਕੁਛ ਨਹੀਂ ਲਿਖਿਆ ਹੁੰਦਾ ਸੀ ਨਾ ਤੇ ਉਹ ਆਪਣੇ ਟਾਈਮ ਦੇ ਉੱਤੇ ਤਾਂ ਉਹ 4 ਪੇਜ ਦਾ ਹੀ ਹੁੰਦਾ ਸੀਗਾ ਜਿਹੜਾ ਉਹ ਪੇਪਰ ਦੇ ਆਨਸਰ ਸ਼ੀਟ। ਹੁਣ ਵਾਲੀ ਤਾਂ ਵੱਡੀ ਆਉਣ ਲੱਗ ਗਈ ਨਾ। ਉਦੋਂ 4 ਪੇਜ ਦੀ ਹੁੰਦੀ ਸੀ, ਜੇ ਹੁੰਦੀ ਇੱਕ ਸਪਲੀਮੈਂਟਰੀ ਚੱਕ ਕੇ ਨਾਲ ਠੋਕਦੀ ਸੀ, ਸਰ ਜਾਂਦਾ ਹੀ। ਤੇ ਉਹ ਜਦੋਂ ਬੱਚੇ ਨੇ ਕੁਛ ਨਹੀਂ ਲਿਖਿਆ ਹੁੰਦਾ ਨਾ, ਮੈਡਮ ਕਾਂਟੇ ਲਾ ਦਿੰਦੀ ਸੀ, ਕਹਿੰਦੀ ਫੇਲ ਆ। ਤੇ ਉਹ ਫਿਰ ਨਾ ਕਹਿੰਦਾ, ਫਿਰ ਉਹਦੇ ਕੋਲ ਕੁਛ ਨਹੀਂ ਸੀ ਹੁੰਦਾ। ਕਹਿੰਦਾ ਮੈਨੂੰ ਫੇਲ ਕਿਉਂ ਕੀਤਾ? ਉਹ ਕਹਿੰਦੇ ਤੇਰੇ ਕੋਲ ਤੂੰ ਲਿਖਿਆ ਹੀ ਕੱਖ ਨਹੀਂ ਤਾਂ ਤੈਨੂੰ ਫੇਲ ਕਰਤਾ। ਭੈਣ ਜੀ ਦੱਸ ਮੈਨੂੰ ਫੇਲ ਕਿਉਂ ਕੀਤਾ? ਠੀਕ ਹੈ। ਉਹ ਜਦੋਂ ਨਹੀਂ ਸੀ ਉਹ ਕਹਿੰਦੀ ਤੂੰ ਕੱਖ ਨਹੀਂ ਲਿਖਿਆ। ਕਹਿੰਦਾ ਲਿਖਿਆ ਕਿਉਂ ਨਹੀਂ? ਮੈਂ ਸਾਰਾ ਕੁਝ ਲਿਖਿਆ। ਉਹ ਕਹਿੰਦੀ ਗਲਤ ਲਿਖਿਆ। ਗਲਤ ਨੂੰ ਤਾਂ ਮੰਨਦਾ ਨਹੀਂ ਸੀ। ਉਹ ਕਹਿੰਦਾ ਮੈਂ ਸਾਰਾ ਕੁਝ ਲਿਖਿਆ। ਠੀਕ ਹੈ ਨਾ।
ਉਹ ਫਿਰ ਕਹਿੰਦੇ ਚੰਗਾ ਚੰਗਾ ਭੈਣ ਜੀ, ਫਿਰ ਕੱਲ ਨੂੰ ਮੈਂ ਭਾਪੇ ਨੂੰ ਲੈ ਕੇ ਆਊਂਗਾ, ਠੀਕ ਹੈ ਨਾ। ਹਾਂ ਨਹੀਂ, ਮੈਂ ਭਾਪੇ ਨੂੰ ਲੈ ਕੇ ਆਊਂਗਾ, ਫਿਰ ਤੇਰੇ ਨਾਲ ਗੱਲ ਕਰਾਂਗੇ। ਹੁਣ ਅੱਜ ਤਾਂ ਨਾ ਮਤਲਬ ਬਲਵੀਰ ਸਿੰਘ ਸਿੱਧੂ ਦਾ ਤਾਂ ਉਹ ਕੰਮ ਸੀ ਵੀ ਮੈਂ ਹੁਣ ਭਾਪੇ ਨੂੰ ਵੀ ਲੈ ਕੇ ਆਉਣਾ। ਪਾਪਾ ਦਾ ਵਿਚਾਰਾ ਸਿਸਵਾਂ ਤੋਂ ਨਹੀਂ ਨਿਕਲ ਜੋਗਾ ਛੱਡਿਆ। ਪਰ ਵੈਸੇ ਸੁਰਿੰਦਰਵੀਰ ਜੀ ਦੇਖਿਆ ਜਾਵੇ ਕਿ ਲੋਕਾਂ ਦਾ ਮਤਲਬ ਸਿਆਸਤਦਾਨਾਂ ਦਾ ਸਾਰਾ ਕੁਛ ਹੀ ਅਹੁਦਿਆਂ ਤੇ ਖੜਾ ਹੈ। ਤੁਸੀਂ 4.5 ਸਾਲ ਅਹੁਦਾ ਮਾਣ ਲਿਆ ਤੇ ਏਡੀ ਵੀ ਕਿਹੜੀ ਗੱਲ ਹੈ। ਤੇ ਇਹ ਜਿਸ ਤਰ੍ਹਾਂ ਹੁਣ ਪ੍ਰੈਸ ਕਾਨਫਰੰਸ ਕੀਤੀ ਹੈ ਇਹਨਾਂ ਨੇ, ਬਲਵੀਰ ਸਿੰਘ ਕਹਿੰਦਾ ਸਾਨੂੰ ਕਹਿ ਦਿੰਦੇ ਵੀ ਅਹੁਦਾ ਛੱਡ ਦਿਓ, ਅਸੀਂ ਛੱਡ ਦਿੰਦੇ। ਕਹਿੰਦਾ ਸਾਨੂੰ ਜਲੀਲ ਕੀਤਾ ਗਿਆ, ਹਨਾ। ਸੋ ਉਸ ਦੌਰਾਨ ਰੋਣ ਹਾਕੇ ਹੋ ਗਏ ਨੇ। ਮਤਲਬ ਜੱਗ ਹਸਾਈ ਕਿਉਂ ਕਰਦੇ ਏਦਾਂ ਜੀ? ਨਹੀਂ, ਮੈਂ ਇੱਕ ਹੋਰ ਗੱਲ ਉੱਥੇ ਨਾ, ਮੈਨੂੰ ਪਹਿਲਾਂ ਤਾਂ ਮੀਡੀਆ ਤੇ ਬੜਾ ਗੁੱਸਾ ਆਇਆ ਵੀ ਇਹ ਸਾਰਾ ਦਲਾਲ ਮੀਡੀਆ ਕਿਸੇ ਦਾ ਵੀ ਐਡਾ ਦਿਮਾਗ ਨਹੀਂ ਕੀਤਾ ਕਿ ਲੀਗਲੀ ਸੋਚ ਲਓ, ਲੀਗਲੀ ਕੀ ਹੁੰਦਾ। ਜਦੋਂ ਮੁੱਖ ਮੰਤਰੀ ਅਸਤੀਫਾ ਦਿੰਦਾ ਇਹਦਾ ਮਤਲਬ ਵੀ ਸਾਰੀ ਕੈਬਨਿਟ ਦਾ ਰਿਜ਼ਾਈਨ ਆ, ਕਿਸੇ ਇੱਕ ਦਾ ਨਹੀਂ ਹੁੰਦਾ। ਉਹ ਇਹਨਾਂ ਦੇ ਅਸਤੀਫੇ ਤਾਂ ਪਹਿਲਾਂ ਹੋ ਚੁੱਕੇ ਆ, ਜਿਹੜੇ 15 ਮੰਤਰੀ ਸੀ ਨਾਲ ਦੀ ਨਾਲ ਹੀ। ਸਿਰਫ ਸਪੀਕਰ ਤੇ ਡਿਪਟੀ ਸਪੀਕਰ 2 ਬਚਦੇ ਨੇ। ਉਹ ਜਿੰਨੀ ਦੇਰ ਤੱਕ ਵਿਧਾਨ ਸਭਾ ਜਿਹੜੀ ਆ ਉਹ ਭੰਗ ਨਹੀਂ ਹੋਏਗੀ, ਅਗਲੀ ਚੋਣ ਨਹੀਂ ਹੋਏਗੀ, ਉਦੋਂ ਤੱਕ ਉਹ ਦੋਨੋਂ ਰਹਿਣਗੇ। ਜੇ ਹੁਣ ਵੀ ਚੋਣਾਂ ਦਾ ਐਲਾਨ ਹੋ ਜਾਂਦਾ, ਇਹਨਾਂ ਸਾਰਿਆਂ ਦੇ ਅਹੁਦੇ ਖੁੱਸਣਗੇ, ਸਪੀਕਰ ਤੇ ਡਿਪਟੀ ਸਪੀਕਰ ਦਾ ਅਹੁਦਾ ਨਹੀਂ ਖੁੱਸਦਾ। ਫਿਰ ਇਹ ਕਿਉਂ ਕਹਿੰਦੇ ਜੇ ਸਾਨੂੰ ਕਹਿੰਦੇ ਅਸਤੀਫਾ ਦੇ ਦਿੰਦੇ? ਕਿ ਅਸਤੀਫਾ ਤਾਂ ਜਦੋਂ ਹੁਣ ਕਮਾਂਡਰ ਅਸਤੀਫਾ ਦੇ ਗਿਆ ਤੇ ਫਿਰ ਤੁਸੀਂ ਕਾਹਦੇ ਜੋਗੇ ਰਹਿ ਗਏ? ਅਜੇ ਵੀ ਵਹਿਮ ਸੀ ਕਿ ਅਸੀਂ ਵਜ਼ੀਰ ਹਾਂ, ਸਾਡੇ ਤੋਂ ਇਕੱਲਿਆਂ ਅਸਤੀਫਾ ਲਿਆ ਜਾਂਦਾ। ਕਹਿੰਦੇ ਸਾਨੂੰ ਜਲੀਲ ਬਹੁਤਾ ਕੀਤਾ ਗਿਆ। ਨਹੀਂ, ਡਰਾਮੇ ਪਹਿਲੀ ਗੱਲ ਤੇ ਡਰਾਮਾ ਕਰਦੇ ਸੀ। ਦੂਸਰੀ ਗੱਲ ਕਹਿੰਦੇ ਜੋ ਝੋਟਾ ਮਰ ਗਿਆ ਤੇ ਚਮਜੂਆਂ ਤਾਂ ਆਪੇ ਮਰ ਜਾਣੀਆਂ ਨਾਲ, ਉਹ ਕਿੱਥੋਂ ਬਚਣਗੀਆਂ? ਪਰ ਕੁਛ ਕੁ ਚਮਜੂਆਂ ਤਾਂ ਜੋੜ ਤੋੜ ਕਰ ਗਈਆਂ ਸੀ। ਖਾਸ ਕਰਕੇ ਗੁਰਪ੍ਰੀਤ ਸਿੰਘ ਕਾਂਗੜ ਹੋਰਾਂ ਦਾ ਤਾਂ ਲੱਗਦਾ ਸੀ ਕਿ ਸੀਟ ਬਚਾ ਗਿਆ, ਪਰ ਜਦੋਂ ਰਾਜਾ ਵੜਿੰਗ ਦਾ ਕਲੀਅਰ ਹੋ ਗਿਆ ਤੇ ਫਿਰ ਉਹ ਕਲੀਅਰ ਸੀ ਕਿ ਉਸ ਇਲਾਕੇ 'ਚ ਮਨਪ੍ਰੀਤ ਜਿੰਨਾ ਮਰਜ਼ੀ ਉਹਦੀ ਮਦਦ ਕਰੀ ਜਾਵੇ। ਤੇ ਕਾਂਗੜ ਦਾ ਕਿਉਂਕਿ ਹਾਲੀਆ ਪਿਛਲਾ ਵਿਵਾਦ ਉਹਨਾਂ ਦੇ ਜਵਾਈ ਰਾਜੇ ਵਾਲਾ, ਜਾਂ ਉਹ ਵੀ ਕਾਫੀ ਬਦਨਾਮੀ ਦਾ ਸਬੱਬ ਬਣਿਆ। ਮਾਲ ਮੰਤਰੀ ਰਹੇ ਨੇ ਜਾਂ ਉਸ ਦੌਰਾਨ ਵੀ ਕੁਛ ਚੀਜ਼ਾਂ ਸਾਹਮਣੇ ਆਈਆਂ ਨੇ। ਤੇ ਵੈਸੇ ਬੜੀ ਕਮਾਲ ਦੀ ਗੇਮ ਚੱਲੀ ਜਾਂਦੀ ਹੈ ਸਿਆਸਤ ਦੇ ਵਿੱਚ। ਇਸ ਤੋਂ ਬਾਅਦ ਕੁਲਜੀਤ ਸਿੰਘ ਨਾਗਰਾ ਦਾ ਪੱਖ ਵੀ ਚਰਚਿਤ ਹੈ। ਫੋਟੋਆਂ ਵੀ ਛਪ ਗਈਆਂ ਸੀ ਐਤਵਾਰ ਨੂੰ ਤਾਂ ਕੱਲ੍ਹ ਕਿ ਕੁਲਜੀਤ ਨਾਗਰਾ ਵੀ ਵਜ਼ੀਰ ਬਣਦੇ ਨੇ। ਇਹ ਕਿਉਂ ਮਤਲਬ ਏਦਾਂ ਜਿਵੇਂ ਕਹਿੰਦੇ ਨੇ ਰਹਿ ਗਈ ਲੂਲ ਕਢਾਈ ਮੁੰਡੇ ਨੂੰ ਲੈ ਗਈ, ਰਹਿ ਗਈ ਲੂਲ ਕਢਾਈ ਮੁੰਡੇ ਨੂੰ ਲੈ ਗਈ ਹਿੱਲ ਚੱਕ ਕੇ। ਸੋ ਇਹ ਵਰਤਾਰੇ ਦੇ ਵਿੱਚ ਥੋੜ੍ਹਾ ਗੁਰਪ੍ਰੀਤ ਕਾਂਗੜ ਤੇ ਇਹਨਾਂ ਦੇ ਕੀ ਕਾਰਨ ਬਣੇ ਨੇ ਉਹਦੇ ਖੁੱਸਣ ਦੇ ਤੇ ਕੁਲਜੀਤ ਸਿੰਘ ਨਾਗਰਾ ਤੇ, ਜਾਂ ਹੋਰ ਜਿਹਦਾ ਗੁਣਾ ਪੈ ਗਿਆ? ਇੱਥੋਂ ਤੱਕ ਕਿ ਰਾਣਾ ਗੁਰਜੀਤ ਦਾ ਵੀ ਬਹੁਤ ਵਿਰੋਧ ਹੋਇਆ ਦੁਆਬੇ ਤੇ ਮਾਝੇ 'ਚ, ਕਈਆਂ ਨੇ ਉਹਨਾਂ ਦਾ ਵੀ ਹੀਜ ਪਿਆਜ ਨੰਗਾ ਕੀਤਾ ਵੀ ਇਹਨਾਂ ਦੇ ਸੀਗੇ ਵੀ ਕਿਵੇਂ ਨਾ ਕਿਵੇਂ ਰੋਕਿਆ ਜਾਵੇ। ਉਹੀ ਮਤਲਬ ਪਿਛਲੀ ਗੱਲ ਨੂੰ ਉਠਾ ਕੇ ਰੇਤ ਦੀਆਂ ਖੱਡਾਂ ਵਾਲੇ ਨੂੰ ਉੱਥੇ ਵੀ ਬਕਾਇਦਾ ਕਹਿੰਦੇ ਵੋਟਿੰਗ ਹੋਈ ਦੱਸੀ ਜਾਂਦੀ ਹੈ ਕਿ ਰੋਕਿਆ ਜਾਵੇ, ਰਾਣਾ ਗੁਰਜੀਤ ਸਿੰਘ ਵੀ ਵਜ਼ੀਰ ਨਾ ਬਣ ਸਕਣ। ਉਹਨਾਂ ਨੂੰ ਰੋਕਣ ਦੇ ਲਈ ਵੀ ਜੋੜ ਤੋੜ ਵਿਧਾਇਕਾਂ 'ਚ ਕੁਛ ਹੋਇਆ, ਮਾਝੇ ਤੇ ਖਾਸ ਕਰਕੇ ਦੁਆਬੇ ਦੇ ਵਿਧਾਇਕਾਂ 'ਚ। ਮੈਂ ਬਿਲਕੁਲ ਇਹ ਸਾਰਾ ਕੁਝ ਚੱਲਦਾ ਰਿਹਾ। ਹੁਣ ਕਹਾਣੀ ਕਿੱਥੇ ਵਿਗੜੀ? ਮੁੱਖ ਦੀ ਗੱਲ ਤਾਂ ਇਹ ਸੀਗੀ ਕਿ ਪੋਸਟ ਮੈਂ ਵੀ ਪਾਈ ਸੀਗੀ, ਪਰ ਮੈਂ ਉੱਥੇ ਲਿਖਣਾ ਭੁੱਲ ਗਿਆ ਪਹਿਲਾਂ ਦੀ ਤਰ੍ਹਾਂ ਕਿ ਇਹ ਅੱਜ ਸ਼ਾਮ ਤੱਕ ਦੀ ਆ, ਕੱਲ ਪਤਾ ਨਹੀਂ ਕੀ ਵਾਪਰ ਜਾਵੇ। ਤੇ ਕੁਦਰਤੀ ਉਹਦੇ ਚੋਂ ਦਿਨ ਚੜ੍ਹਦੇ ਨੂੰ ਉਮੀਦ ਤੇ ਸੀ ਵੀ 2 ਕਿਰਨਗੇ, ਪਰ ਇੱਕ ਕਿਰ ਗਿਆ, ਇੱਕ ਬਚ ਗਿਆ। ਇੱਕ ਰਾਣਾ ਗੁਰਜੀਤ ਨੂੰ ਘੇਰਨ ਦੀ ਕੋਸ਼ਿਸ਼ ਸੀ ਤੇ ਦੂਸਰੀ ਜਿਹੜੀ ਸੀਗੀ ਉਹ ਕੁਲਜੀਤ ਨਾਗਰੇ ਨੂੰ ਸੀ। ਤੇ ਕੁਲਜੀਤ ਨਾਗਰਾ ਅਲਟੀਮੇਟਲੀ ਕੀ ਸੀਗਾ, ਕਿਉਂਕਿ ਦੇਖੋ ਇੱਕ ਡਿਸਟ੍ਰਿਕਟ 'ਚ 3 ਅਸੈਂਬਲੀ ਹਲਕੇ ਨੇ, 2 ਜਨਰਲ ਨੇ, 1 ਰਿਜ਼ਰਵ ਆ। ਤੇ ਉਹਦੇ ਵਿੱਚ ਹੁਣ ਤਿੰਨੋਂ ਦੇ ਤਿੰਨੋਂ ਇਸ ਵਕਤ ਜਿਹੜੇ ਵਿਧਾਇਕ ਸੀਗੇ ਉਹ ਤਿੰਨੇ ਕਾਂਗਰਸ ਦੇ ਸੀਗੇ। ਹੁਣ ਉਹਦੇ 'ਚ ਕਾਕਾ ਰਣਦੀਪ ਜਿਹੜਾ ਉਹ ਸਭ ਤੋਂ ਸੀਨੀਅਰ ਬੈਠਾ ਸੀਗਾ ਤੇ ਉਹ ਕੁਦਰਤੀ ਸੀਗਾ ਕਿ ਉਹਦਾ ਨੰਬਰ ਆਉਣਾ ਹੀ ਆਉਣਾ ਸੀਗਾ। ਇਸ ਕਰਕੇ ਕਿਸੇ ਵੀ ਤਰੀਕੇ ਨਾਲ ਜੋੜ ਤੋੜ ਕੇ ਆਖਰੀ ਛਣਾ 'ਚ ਅੱਜ ਸਵੇਰੇ ਆ ਕੇ ਕਾਕੇ ਰਣਦੀਪ ਦੀ ਐਂਟਰੀ ਹੋ ਜਾਂਦੀ ਹੈ ਤੇ ਕੁਲਜੀਤ ਨਾਗਰਾ ਬਾਹਰ ਨਿਕਲ ਜਾਂਦਾ ਵਾ। ਕਿਉਂਕਿ ਕੁਲਜੀਤ ਨਾਗਰਾ ਵੈਸੇ ਵਰਕਿੰਗ ਪ੍ਰਧਾਨ ਵੀ ਸੀਗਾ, ਉੱਦਾਂ ਵੀ ਸਟੇਟ ਦਾ ਕਾਂਗਰਸ ਦਾ। ਇਸ ਕਰਕੇ ਇੱਕੋ ਗਰੁੱਪ ਸੀ ਇਹਨਾਂ ਦਾ। ਉਸ ਕਰਕੇ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਉਹਨੂੰ ਮਨਾਉਣ 'ਚ ਕਾਮਯਾਬ ਹੋ ਗਿਆ ਤੇ ਇਹਨਾਂ ਲਿਆ ਕੇ ਜਿਹੜਾ ਸੀਗਾ ਉਹ ਉਹਨੂੰ ਦੁਬਾਰਾ ਸੈੱਟ ਕਰ ਲਿਆ। ਜਿੱਥੋਂ ਤੱਕ ਸਵਾਲ ਸੀਗਾ ਆਪਣੇ ਦਾ ਕਾਕਾ ਰਣਦੀਪ ਨਾਭੇ ਦਾ। ਹੁਣ ਦੇਖੋ ਇਹਨਾਂ ਨੇ ਕੀਤਾ ਕੀ, ਮੈਂ ਪੋਸਟ ਪਾਈ ਸੀ ਉਹਦੇ 'ਚ ਕੀ ਆ ਕਿ ਦੇਖੋ ਜਿੱਥੋਂ ਤੱਕ ਚੱਲੀਏ ਆਪਣੇ 'ਚ ਮਾਝੇ ਦੇ ਵਿੱਚ ਕੁੱਲ 25 ਸੀਟਾਂ ਨੇ। 25 ਦੇ ਵਿੱਚੋਂ 22 MLA ਜਿਹੜੇ ਨੇ ਉਹ ਕਾਂਗਰਸ ਦੇ ਨੇ, ਠੀਕ ਹੈ, 2 ਅਕਾਲੀਆਂ ਦੇ, 1 BJP ਦਾ। ਉੱਤੇ ਹੁਣ 22 ਦੇ ਵਿੱਚੋਂ 6 ਮੰਤਰੀ ਬਣਾਤੇ, ਠੀਕ ਹੈ, 3 ਤਾਂ ਜੱਟ ਸਿੱਖ ਬਣ ਗਏ ਤੇ ਦੂਸਰਾ 2 ਜਿਹੜੇ ਸੀ ਉਹ ਹਿੰਦੂ ਚਿਹਰੇ ਆ ਗਏ ਤੇ 1 ਜਿਹੜਾ ਸੀਗਾ
ਸੌਰੀ 2 SC ਆ ਗਏ ਤੇ 1 ਹਿੰਦੂ ਚੀਰਾ ਆ ਗਿਆ, ਕੁੱਲ 6 ਇਕੱਲੇ ਉੱਥੇ ਚਲੇ ਗਏ। ਜਦੋਂ ਆ ਗਏ ਅਸੀਂ ਦੁਆਬੇ 'ਚ, ਦੁਆਬੇ ਦੇ ਵਿੱਚ 3 ਮੰਤਰੀ ਜਿਹੜੇ ਬਣਦੇ ਆ, 2 ਜੱਟ ਸਿੱਖ ਆ ਗਏ, 1 BC ਚੋਂ ਆ ਗਿਆ। ਪਰ ਉੱਥੇ ਪ੍ਰੋਬਲਮ ਕੀ ਖੜੀ ਹੋ ਗਈ ਕਿ ਉੱਥੇ ਦੇਖੋ 23 ਸੀਟਾਂ ਨੇ ਕੁੱਲ ਦੁਆਬੇ ਦੇ ਵਿੱਚ, ਉੱਥੇ ਕਾਂਗਰਸ ਦੇ ਵਿਧਾਇਕ 17 ਸੀ ਤੇ 1 ਸੁਖਪਾਲ ਖਹਿਰੇ ਨੂੰ ਮਿਲਾ ਕੇ 18 ਹੁੰਦੇ ਨੇ। ਠੀਕ ਹੈ ਜੀ। ਹੁਣ ਹਾਲਾਤ ਕੀ ਹੈ ਕਿ ਉੱਥੇ SC ਕੋਈ ਵੀ ਨਹੀਂ ਲਿਆ ਗਿਆ। ਠੀਕ ਹੈ। SC ਵੋਟ ਬੈਂਕ ਬਹੁਜਨ ਸਮਾਜ ਪਾਰਟੀ ਦਾ ਵੀ ਆਧਾਰ ਦੁਆਬੇ 'ਚ ਜ਼ਿਆਦਾ, ਤੇ ਉਹਨਾਂ ਨੇ ਸੀਟਾਂ ਵੀ ਦੁਆਬੇ 'ਚ ਜ਼ਿਆਦੀਆਂ ਲਈਆਂ ਨੇ। ਇਸ ਕਰਕੇ ਕਿਤੇ ਨਾ ਕਿਤੇ ਵੀ ਟੱਕਰ ਰਹਿਣੀ ਸੀ। ਉਹਨੂੰ ਸਾਰੇ ਪਾਸੇ ਨੂੰ ਚੱਕਿਆ ਕਿਹਨੇ, ਅਗਵਾਈ ਕੀਤੀ ਸੀ ਉਹਦੀ ਸਾਰੇ ਦੀ ਸੁਖਪਾਲ ਖਹਿਰੇ ਨੇ। ਅੱਜ ਆਇਆ ਉਹ ਆਪਣਾ ਪੂਰਾ ਡੈਪੂਟੇਸ਼ਨ ਲੈ ਕੇ, ਉਹਦੇ 'ਚ ਉਹਨੇ ਅਵਤਾਰ ਹੈਨਰੀ ਦਾ ਬੇਟਾ ਬਾਵਾ ਹੈਨਰੀ ਉਹਨੂੰ ਲਿਆ, ਉਹਨੇ ਡਾਕਟਰ ਰਾਜ ਕੁਮਾਰ ਚੱਬੇਵਾਲ ਨੂੰ ਲਿਆ, ਤੇ ਨਾਲ ਹੀ ਉਹਨਾਂ ਨੇ ਬਲਵਿੰਦਰ ਸਿੰਘ ਧਾਲੀਵਾਲ ਜਿਹੜੇ ਫਗਵਾੜੇ ਵਾਲੇ ਉਹਨਾਂ ਨੂੰ ਲਿਆ। ਉਹਨੇ ਯਾਨੀ ਕਿ ਉਹਨੇ ਸਾਰੇ ਇਕੱਠੇ ਕੀਤੇ, ਲਿਆ ਕੇ ਉਹਨੇ ਕਿਹਾ ਕਿ ਦੇਖੋ ਜੀ ਵੀ ਇਹ ਗਲਤ ਕੀਤਾ ਤੁਸੀਂ, ਰਾਣੇ ਗੁਰਜੀਤ ਨੂੰ ਡ੍ਰੌਪ ਕਰੋ, 1 SC ਜਿਹੜਾ ਉਹ ਜ਼ਰੂਰ ਲਵੋ ਇੱਥੋਂ, ਤੇ ਨਹੀਂ ਤਾਂ ਸਾਨੂੰ ਨੁਕਸਾਨ ਹੋਊਗਾ। ਹੁਣ ਚਿੱਠੀ ਕਿਹਨੂੰ ਐਪਲੀਕੇਸ਼ਨ ਆਪਣਾ ਚਿੱਠੀ ਲੈ ਕੇ ਗਿਆ ਕਿਹਦੇ ਕੋਲੇ, ਨਵਜੋਤ ਸਿੰਘ ਸਿੱਧੂ ਕੋਲੇ। ਹੁਣ ਨਵਜੋਤ ਸਿੰਘ ਸਿੱਧੂ ਨੂੰ ਨਹੀਂ ਸੀ ਪਤਾ ਕਿ ਤੂੰ ਕਿਹਦੀ ਜੜੀ ਤੇਲ ਦਿੰਨਾ, ਤੇ ਉਹਨਾਂ ਨੇ ਗੁਰਜੀਤ ਰਾਣੇ ਨੂੰ ਤਾਂ ਆਪ ਲੈ ਕੇ ਆਏ ਨੇ, ਲਿਆ ਕੇ ਉਹਨਾਂ ਬਰਾਬਰ ਖੜਾ ਕੀਤਾ। ਕੱਲ ਦੇ ਲਈ ਉਹਨਾਂ ਨੇ ਆਪਦਾ ਆਉਣ ਵਾਲਾ ਸਮਾਂ ਜਿਹੜਾ ਉਹਨੂੰ ਬੈਲੈਂਸ ਕੀਤਾ ਕਿ ਬੈਲੈਂਸ ਕਿੱਦਾਂ ਕਰਨਾ। ਕਿਉਂਕਿ ਦੇਖੋ ਕੀ ਸੀ, ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ OP ਸੋਨੀ ਨੂੰ ਲਿਆ, ਉੱਥੇ ਉਹਨਾਂ ਨੇ ਗੁਰਜੀਤ ਔਜਲਾ ਪਹਿਲਾਂ ਕੈਪਟਨ ਖੇਮੇ 'ਚ ਸੀ, ਉਹ OP ਸੋਨੀ ਦੀ ਬਦੌਲਤ ਇੱਧਰ ਆ ਗਿਆ। ਡਾਕਟਰ ਰਾਜ ਕੁਮਾਰ ਵੇਰਕਾ ਉੱਧਰ ਸੀ, ਉਹਨੂੰ ਉਹਨਾਂ ਨੇ ਐਡਜਸਟ ਕਰ ਲਿਆ। ਉਹਨਾਂ ਨੇ ਆਪਣਾ ਗੁਰਦਾਸਪੁਰ ਵੀ ਤੇ ਇੱਧਰੋਂ ਸਾਰਾ ਜਿਹੜਾ ਸੀਗਾ ਆਪਣਾ ਗਰੁੱਪ ਜਿਹੜਾ ਸੀ ਉਹ ਪੂਰੇ ਦਾ ਪੂਰਾ ਲੈ ਕੇ ਆ ਗਏ। ਉਹਦੇ ਬਾਅਦ ਉਹਨਾਂ ਨੂੰ ਸੀਗਾ ਕਿ ਸਾਡੇ ਕੋਲ ਜਸਵੀਰ ਸਿੰਘ ਡਿੰਪਾ ਜੇ ਕੱਲ ਨੂੰ ਨਾ ਆਇਆ, ਜੇ ਵਿਰੋਧ 'ਚ ਗਿਆ, ਤਾਂ ਉਹਨਾਂ ਨੇ ਰਾਣਾ ਗੁਰਜੀਤ ਲੈਣ ਦਾ ਕਿ ਕੱਲ ਨੂੰ ਪਹਿਲਾਂ ਵੀ ਇਹਨੇ ਇੱਕ ਵਾਰੀ ਖਡੂਰ ਸਾਹਿਬ ਤੋਂ ਜਿਹੜੀ ਸੀ ਚੋਣ ਲੜੀ ਸੀ, ਜੇ ਲੋੜ ਪਈ ਤਾਂ ਅਸੀਂ ਦੁਬਾਰਾ ਵੀ ਇਹਨੂੰ ਲੜਾ ਦਿਆਂਗੇ। ਉਹਨਾਂ ਨੇ ਉਸ ਕਰਕੇ ਉਹਨੂੰ ਬੈਲੈਂਸ ਬਣਾ ਲਿਆ। ਪਰ ਹੁਣ ਸੁਖਪਾਲ ਸਿੰਘ ਖਹਿਰੇ ਨੂੰ ਪਤਾ ਸੀ ਵੀ ਜੇ ਰਾਣਾ ਗੁਰਜੀਤ ਇੱਥੇ ਆ ਗਿਆ ਤੇ ਫਿਰ ਮੇਰੇ ਵਾਲਾ ਭੁਲੱਥ ਤੋਂ ਜਿਹੜਾ ਟਿਕਟ ਤਾਂ ਮੈਂ ਲੈ ਜਾਊਂ ਔਖਾ ਸੌਖਾ, ਪਰ ਮੈਨੂੰ ਜਿੱਤਣ ਨਹੀਂ ਉਹ ਦਿੰਦਾ। ਉਹਨੂੰ ਆਪਣਾ ਖਤਰਾ ਸੀ, ਯਾਨੀ ਕਿ ਉਹ ਤਾਂ ਬਾਕੀਆਂ ਨੂੰ ਮਗਰ ਲਾ ਕੇ ਰੋਣਾ ਤਾਂ ਆਪਣਾ ਰੋ ਰਿਹਾ ਸੀ ਵਿਚਾਰਾ। ਪਰ ਹੁਣ ਉਹ ਕਿਉਂਕਿ ਵਿਧਾਇਕ ਤਾਂ ਉਹ ਇਸ ਵਕਤ ਜਿਹੜਾ ਸੀ ਆਮ ਆਦਮੀ ਪਾਰਟੀ ਦਾ ਸੀ, ਉਹ ਵੱਖਰੀ ਗੱਲ, ਕਾਂਗਰਸ ਜੁਆਇਨ ਕਰ ਚੁੱਕਿਆ, ਇਸ ਕਰਕੇ ਉਹ ਆਪਣਾ ਰੋਣਾ ਰੋਂਦਾ ਸੀ। ਹੁਣ ਅੱਗੇ ਆ ਜਾਓ, ਆ ਕੇ ਤੁਸੀਂ ਮਾਲ ਵਿੱਚ ਲੈ ਜਾਓ। ਇਹਦੇ 'ਚ ਜੇ ਥੋੜਾ ਜਿਹਾ ਆਪਾਂ ਦੁਆਬੇ ਦੀ ਸਿਆਸਤ ਤੇ ਸੁਰਿੰਦਰ ਵੀਰ ਗੱਲ ਕਰੀਏ, ਦੇਖੋ ਸੁਖਪਾਲ ਸਿੰਘ ਖਹਿਰਾ ਦੀ ਕਾਂਗਰਸ ਦੇ ਵਿੱਚ ਸ਼ਮੂਲੀਅਤ ਜਿਹੜੀ ਹੈ ਉਹ ਰਾਣਾ ਗੁਰਜੀਤ ਦੇ ਕੈਬਨਿਟ ਵਜ਼ੀਰ ਬਣਨ ਦਾ ਇੱਕ ਪੋਜ਼ੀਟਿਵ ਕਾਰਨ ਰਹੀ ਹੈ। ਜੇ ਕੈਪਟਨ ਅਮਰਿੰਦਰ ਸਿੰਘ ਜਿਹੜਾ ਭਾਵੇਂ ਠੀਕ ਹੈ ਮੰਤਰੀ ਮੰਡਲ 'ਚ ਜਾਂ ਆਪਣੀ ਪਾਰਟੀ 'ਚ ਹਰ ਕੋਈ ਵਾਧਾ ਕਰਦਾ, ਸੁਖਪਾਲ ਸਿੰਘ ਖਹਿਰਾ ਦੀ ਸ਼ਮੂਲੀਅਤ ਨਾ ਕਰਾਉਂਦੇ ਤਾਂ ਸ਼ਾਇਦ ਰਾਣਾ ਗੁਰਜੀਤ ਨੂੰ ਵੀ ਵਜ਼ਾਰਤ ਨਾ ਮਿਲਦੀ, ਕਿਉਂਕਿ ਉਹ ਪਿਛਲਾ ਚਲੋ ਜੋ ਕਾਰਜਕਾਲ ਸੀ ਉਹਨਾਂ ਦੇ ਰੇਤ ਦੀਆਂ ਖੱਡਾਂ ਵਾਲੇ ਮਾਮਲੇ ਜਾਂ ਜਿੱਦਾਂ ਵੀ ਉਹਨਾਂ ਨੂੰ ਰਿਜ਼ਾਈਨ ਕਰਨਾ ਪਿਆ। ਪਰ ਹੁਣ ਜਦੋਂ ਕਿਉਂਕਿ ਰਾਣਾ ਗੁਰਜੀਤ ਤੇ ਸੁਖਪਾਲ ਸਿੰਘ ਖਹਿਰਾ ਦਾ ਪੂਰਾ ਇੱਟ ਖੜੱਕਾ ਹੈ, ਤੇ ਕਾਂਗਰਸ ਦੇ ਵਿੱਚ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਖੇਮੇ 'ਚ ਸੁਖਪਾਲ ਸਿੰਘ ਖਹਿਰਾ ਨੂੰ ਉਭਾਰਨਾ ਸੀ, ਕੁਦਰਤੀ ਸੀਗਾ। ਤੇ ਹਾਲਾਂਕਿ ਉਹਦੀ ਚਲੋ ਸ਼ਮੂਲੀਅਤ ਬਹੁਤੀ ਅਜੇ ਉੱਪਰ ਨਹੀਂ ਹੋਈ, ਪਰ ਫਿਰ ਵੀ ਇਹਨੇ ਉੱਭਰਨਾ ਸੀ, ਰਾਣਾ ਗੁਰਜੀਤ ਨੇ ਥੱਲੇ ਜਾਣਾ ਸੀਗਾ। ਸੋ ਇਸ ਕਰਕੇ ਸੁਖਪਾਲ ਸਿੰਘ ਖਹਿਰਾ ਦੀ ਕਾਂਗਰਸ 'ਚ ਆਮਦ ਵੀ ਰਾਣਾ ਗੁਰਜੀਤ ਦੀ ਵਜ਼ਾਰਤ ਦਾ ਇੱਕ ਕਾਰਨ ਬਣੀ ਹੈ। ਤੇ ਵੈਸੇ ਜਿਹੜਾ ਪਿਛਲਾ ਕਾਰਜਕਾਲ ਹੈ ਕਿਤੇ ਨਾ ਕਿਤੇ ਉਹ ਵੀ ਚਰਚਾ ਦੇ ਵਿੱਚ ਤਾਂ ਰਹਿ ਗਈ ਨਾ, ਕਿਉਂਕਿ ਦੇਖੋ ਰੇਤ ਦੀਆਂ ਖੱਡਾਂ ਦਾ ਨਵਜੋਤ ਸਿੰਘ ਸਿੱਧੂ ਇਸ਼ੂ ਉਠਾਉਂਦੇ ਨੇ। ਹੁਣ ਸੈਦਪੁਰ ਦੀ ਖੱਡ ਜਿਹੜੀ ਉਹ ਵਿਕੀ ਸੀ ਜਾਂ ਕੁਛ ਵੀ ਕਾਰਨ ਬਣਿਆ ਸੀਗਾ, ਤੇ ਹਾਲਾਂਕਿ ਇਹ ਵਿਸ਼ਵ ਭਾਰਤੀ ਦੀ ਰਿਪੋਰਟ ਸੀਗੀ ਟ੍ਰਿਬਿਊਨ ਗਰੁੱਪ ਦੀ, ਮੇਘਰਾਜ ਮਿੱਤਰ ਦੇ ਜੋ ਬੇਟੇ ਨੇ। ਉਸ ਤੋਂ ਬਾਅਦ ਇਸ ਮਸਲੇ ਨੂੰ ਸਭ ਤੋਂ ਵੱਧ ਹਾਈਜੈਕ ਕੀਤਾ ਜਾਂ ਹਾਈਲਾਈਟ ਕੀਤਾ ਉਹ ਸੁਖਪਾਲ ਖਹਿਰਾ ਨੇ ਕੀਤਾ, ਕਿਉਂਕਿ ਰਵਾਇਤੀ ਵਿਰੋਧੀ ਸੀ ਉਹ ਰਾਣਾ ਗੁਰਜੀਤ ਹੋਰਾਂ ਦਾ। ਹਾਲਾਂਕਿ ਸਟਰੋਂਗ ਕੈਂਡੀਡੇਟ ਹੈ, ਪੈਸੇ ਟਕੇ ਦੀ ਕੋਈ ਕਮੀ ਨਹੀਂ ਹੈ, ਵੋਟਰ ਵੀ ਕੰਮ ਕਰਦਾ। ਆਪਣੇ ਕੱਲ੍ਹ ਇੱਕ ਸਰੋਤੇ ਵੀ ਆਏ ਸੀ, ਉਹਨਾਂ ਨੇ ਵੀ ਆਖਿਆ ਸੀਗਾ ਕਿ ਠੀਕ ਹੈ ਅਸੀਂ ਰਾਣਾ ਗੁਰਜੀਤ ਦੇ ਵਿਰੋਧੀ ਹਾਂ, ਪਰ ਉਹ ਕੰਮ ਬਹੁਤ ਕਰਾਉਂਦੇ ਨੇ ਇਲਾਕੇ 'ਚ, ਇਹ ਉਹਨਾਂ ਦੀ ਖਾਸੀਅਤ ਵੀ ਹੈ, ਉਹਨਾਂ ਦਾ ਇਹ ਪੋਜ਼ੀਟਿਵ ਵੀ ਹੈ। ਸੋ ਪਰ ਫਿਰ ਵੀ ਕਿਤੇ ਨਾ ਕਿਤੇ ਹੁਣ ਜਿਵੇਂ ਜਦੋਂ ਵਜ਼ਾਰਤ ਦੀ ਗੱਲ ਹੋਊਗੀ, ਮਤਲਬ ਫਿਰ ਰਾਣਾ ਗੁਰਜੀਤ ਉਹਨਾਂ ਦੇ ਵਜ਼ੀਰ ਬਣਨ ਦੇ ਨਾਲ ਹੁਣ ਜਦੋਂ ਰੇਤ ਮਾਫੀ ਦੀ ਉਹ ਗੱਲ ਕਰਨਗੇ ਜਾਂ ਰੇਤੇ ਦੇ ਸੁਧਾਰ ਦੀ ਗੱਲ ਕਰਨਗੇ, ਤਾਂ ਫਿਰ ਵਿਰੋਧੀਆਂ ਨੂੰ ਇਹ ਮੌਕਾ ਤਾਂ ਮਿਲੇਗਾ ਕਿ ਤੁਸੀਂ ਆਪਣੇ ਵਜ਼ਾਰਤ ਦੇ ਵਿੱਚ ਕਿਹਨਾਂ ਨੂੰ ਲਿਆ, ਜਿਨ੍ਹਾਂ ਦੀ ਬੈਕਗਰਾਊਂਡ ਜਾਂ ਜਿਸ ਕਰਕੇ ਉਹਨਾਂ ਨੂੰ ਇਹ ਵਜ਼ਾਰਤ ਦਾ ਉਹਦਾ ਪਹਿਲਾਂ ਰਾਣਾ ਗੁਰਜੀਤ ਨੂੰ ਛੱਡਣਾ ਪਿਆ ਨਾ ਇਸੇ ਕਾਰਨ।
ਸੋ ਇਸ ਕਰਕੇ ਵਜ਼ਾਰਤ ਤੇ ਸਵਾਲ ਤਾਂ ਵਿਰੋਧੀ ਹੁਣ ਖੜੇ ਕਰਨ ਦਾ ਬਹਾਨਾ ਮਿਲ ਗਿਆ ਜੀ ਸੁਰਿੰਦਰ। ਨਹੀਂ, ਉਹ ਵਜ਼ਾਰਤ ਦੇਖੋ ਇਕੱਲੇ ਇਹੀ ਨਹੀਂ, ਮੰਤਰੀਆਂ ਤੇ ਹੋਰਨਾਂ ਤੇ ਥੋੜੇ ਸੀ। ਹੁਣ ਕੱਲ ਨੂੰ ਜਦੋਂ ਅਸੀਂ ਇਹ ਤੋਂ ਅਗਲਾ ਜਾ ਕੇ ਜਦੋਂ ਅਸੀਂ ਮਾਲਵੇ ਵਾਲਾ ਖੋਲਾਂਗੇ ਤੇ ਉਹਦੇ 'ਚ ਭਾਰਤ ਭੂਸ਼ਣ ਆਸ਼ੂ ਨਹੀਂ ਬੈਠਾ। ਹਾਂ, ਆਸ਼ੂ ਦਾ ਆਏਗਾ। ਹਾਲਾਂਕਿ ਹੁਣ ਜੇ ਤੁਸੀਂ ਵੇਖੋ ਕਿ ਇਸ ਵਜ਼ਾਰਤ 'ਚ ਸਾਧੂ ਸਿੰਘ ਧਰਮਸੋਤ ਹਾਲਾਂਕਿ SC ST ਵਰਗ 'ਚੋਂ ਨੇ, ਜੇ ਉਹਨਾਂ ਨੂੰ ਬਚਾਉਂਦੇ ਤਾਂ ਉਹ ਰੌਲਾ ਹੋਰ ਪੈਣਾ ਸੀ। ਈਵਨ ਇੱਥੋਂ ਤੱਕ ਕਿ ਨਵੇਂ ਚਿਹਰੇ ਲਿਆਓ, ਭਾਵੇਂ ਉਹਨਾਂ ਕੋਲ ਤਜਰਬਾ ਘੱਟ ਹੈ ਪਰ ਉਹਨਾਂ ਤੇ ਕਿੰਤੂ ਘੱਟ ਹੋਏਗਾ, ਹੈ ਨਾ। ਪਰ ਜਦੋਂ ਪੁਰਾਣੇ ਚਿਹਰੇ ਜਿਨ੍ਹਾਂ ਤੇ ਕੋਈ ਵਿਵਾਦ ਆ ਜਾਂ ਵਜ਼ਾਰਤ ਦੇ ਦੌਰਾਨ ਜਿਨ੍ਹਾਂ ਨੇ ਕੰਮ ਨਹੀਂ ਕੀਤਾ, ਹੁਣ ਰਜ਼ੀਆ ਆ, ਅਗਲਾ ਕਹਿੰਦਾ 4.5 ਸਾਲ ਕੀ ਕੀਤਾ ਇਹਨਾਂ ਨੇ, ਉਹਨਾਂ ਦੀ ਕਾਰਗੁਜ਼ਾਰੀ ਤੇ ਵੀ ਤਾਂ ਸਵਾਲ ਹੋਣਗੇ। ਚਲੋ ਵਿਵਾਦ ਨਹੀਂ, ਜਿਵੇਂ ਸਾਧੂ ਸਿੰਘ ਧਰਮਸੋਤ ਦਾ ਵਜ਼ੀਫਾ ਕਾਂਡ ਵਿਵਾਦ ਸੀਗਾ, ਉਹ ਉਹਨਾਂ ਦੇ ਅੰਗੇਸਟ ਜਾਏਗਾ ਨਵੀਂ ਵਜ਼ਾਰਤ ਦੇ, ਜੇ ਉਹਨਾਂ ਨੂੰ ਰੱਖ ਲੈਂਦੇ, ਚਲੋ ਰੱਖਿਆ ਨਹੀਂ, ਚੰਗੀ ਗੱਲ ਹੈ। ਸੋ ਇਸ ਤਰ੍ਹਾਂ ਗੁਰਪ੍ਰੀਤ ਕਾਂਗੜ ਸੀਗਾ, ਉਹਦੇ ਤੇ ਜੋ ਕੁਛ ਇਸ਼ੂ ਸੀਗਾ ਉਹਦੇ ਜਵਾਈ ਦਾ, ਉਹ ਮਤਲਬ ਵਜ਼ਾਰਤ ਦੇ ਸਿੱਧੂ ਉਹਨਾਂ ਨੂੰ ਜਵਾਬ ਦੇਣਾ ਬਣਦਾ ਸੀ, ਉੱਥੇ ਉਹਦੇ 'ਚ ਫਸਦੇ ਸੀ, ਉਹਨਾਂ ਦੀ ਬਦਨਾਮੀ ਦਾ ਸਬੱਬ ਬਣਦਾ ਸੀ। ਵਿਰੋਧੀ ਨੇ ਆਖਣਾ ਸੀ ਕਿ ਦੇਖੋ ਕਿੱਦਾਂ ਹੋਇਆ, ਇੱਦਾਂ ਹੀ ਮਤਲਬ ਫਤਿਹ ਬਾਜਵਾ ਦਾ ਸੀਗਾ। ਸੋ ਇਸ ਕਰਕੇ ਫਿਰ ਵੀ ਕਈ ਫੈਸਲੇ ਸੋਚ ਸਮਝ ਕੇ ਕੀਤੇ ਨੇ, ਪਰ ਕੁਛ ਇੱਕ ਜਿਹੜੇ ਨੇ ਵਿਵਾਦ ਵਜ਼ੀਰਾਂ ਨੂੰ ਲੈ ਕੇ ਰਹਿਣਗੇ ਜੀ ਸੁਰਿੰਦਰ। ਨਹੀਂ, ਉਹ ਵਿਵਾਦ ਤਾਂ ਰਹਿਣਗੇ, ਪਰ ਉਹਨਾਂ ਦੇਖੋ ਕੀ ਆ, ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਲਾਲਾ ਲਾਈ ਸੀ 4 ਦਿਨ, ਉਹ ਸਾਰੇ ਨੂੰ ਇਹਨਾਂ ਨੇ ਬੈਲੈਂਸ ਕੀਤਾ ਕਿ ਕੋਈ ਵੀ ਬੰਦਾ ਛੱਡਿਆ ਨਾ ਜਾਵੇ ਜਿਹੜਾ ਕੱਲ ਨੂੰ ਉਹਦੇ ਖੇਮੇ 'ਚ ਚਲਾ ਜਾਵੇ। ਇਸ ਕਰਕੇ ਦੇਖੋ ਤੁਸੀਂ ਰਾਣੀ ਗੁਰਜੀਤ ਨੂੰ ਲਿਆਉਣਾ, ਉਹਨਾਂ ਨੇ ਬਹੁਤ ਕੁਝ ਕਵਰ ਕਰ ਲਿਆ। OP ਸੋਨੀ ਨੂੰ ਪਹਿਲਾਂ ਲਿਆ, ਬਾਅਦ ਦੇ ਵਿੱਚ ਡਾਕਟਰ ਰਾਜਕੁਮਾਰ ਵੇਰਕਾ ਨੂੰ ਲੈ ਕੇ ਆਉਣਾ, ਉਹਨਾਂ ਗੁਰਜੀਤ ਔਜਲੇ ਨੂੰ ਹੱਥਾਂ 'ਚ ਕਰ ਲਿਆ ਕਿ ਗੁਰਜੀਤ ਔਜਲਾ ਹੁਣ ਉੱਥੋਂ ਬਾਹਰ ਨਹੀਂ ਨਿਕਲੇਗਾ ਇਹਨਾਂ ਤੋਂ। ਜਸਵੀਰ ਸਿੰਘ ਡਿੰਪਾ ਆ ਜਾਏਗਾ, ਜੇ ਡਿੰਪਾ ਨਹੀਂ ਆਉਂਦਾ ਤੇ ਇਹਨਾਂ ਕੋਲ ਰਾਣਾ ਗੁਰਜੀਤ ਬੈਠਾ। ਉਹਨਾਂ ਨੇ ਸਾਰਾ ਕੁਝ ਬੈਲੈਂਸ ਕਰਕੇ ਉਸੇ ਹਿਸਾਬ ਨਾਲ ਤੁਰੇ ਨੇ। ਹਾਂ, ਜਿਹੜੀ ਮਾਰ ਖਾ ਗਏ ਆ, ਕਿਉਂਕਿ ਹੁਣ ਇੱਕ ਲਿਮਿਟ ਇਹ ਹੈ ਕਿ 17 ਤੋਂ ਵੱਧ ਮੰਤਰੀ ਨਹੀਂ ਬਣ ਸਕਦੇ, ਤੇ ਉਹਨੂੰ ਜਦੋਂ ਕਵਰ ਕਰਨਾ ਸੀ। ਹੁਣ ਮਾਝੇ 'ਚ ਕਿੱਥੇ ਮਾਰ ਪਈ, ਮਾਝੇ 'ਚ ਹੁਣ ਅਰਨਾ ਚੌਧਰੀ ਦਾ ਵੀ ਵਿਰੋਧ ਸੀ, ਬੜੀਆਂ ਸਾਰੇ ਵਿਵਾਦ ਉਹਦੇ ਨਾਲ ਵੀ ਖੜੇ ਸੀ, ਪਰ ਮਜਬੂਰੀ ਸੀ, ਲੈਣਾ ਪੈਣਾ ਸੀ, ਕਿਉਂਕਿ ਜੇ ਡਾਕਟਰ ਰਾਜਕੁਮਾਰ ਵੇਰਕਾ ਨੂੰ ਲਿਆ ਤੇ ਇੱਕ SC ਤਾਂ ਹੋਰ ਲੈਣਾ ਪੈਣਾ ਸੀ। 25 ਸੀਟਾਂ ਸੀ, 25 ਚੋਂ ਕਿਸੇ ਨੂੰ ਤਾਂ ਐਡਜਸਟ ਕਰਨਾ ਪੈਣਾ ਸੀ ਨਾ। ਇਸ ਕਰਕੇ ਅਰਨਾ ਚੌਧਰੀ ਨੂੰ ਕੀਤਾ। ਉਹ ਵੀ ਨਹੀਂ ਸੀ ਚਾਹੁੰਦੇ ਕਿ ਉੱਥੋਂ ਕੋਈ ਨਿਕਲ ਕੇ ਉਹਨਾਂ ਦੇ ਵਿਰੋਧੀ ਖੇਮੇ 'ਚ ਜਾਵੇ, ਜਿਹਦੇ ਨਾਲ ਕੱਲ ਨੂੰ ਵਾਵੇਲਾ ਹੋਵੇ, ਪ੍ਰੋਬਲਮ ਖੜੀ ਹੋਵੇ, ਜਾਂ ਇਹ ਆ ਜੇ ਕਿ ਦੇਖੋ ਜੀ ਇੱਕ ਹੀ ਔਰਤ ਸੀਗੀ ਇੱਧਰੋਂ, ਉਹਨੂੰ ਵੀ ਬਾਹਰ ਕੱਢ ਦਿੱਤਾ, ਹੁਣ ਜਾਣੀਏ ਤੇ 2 ਲੇਡੀਜ਼ 2 ਨੇ, ਇੱਕ ਅਰਨਾ ਚੌਧਰੀ ਹੈ ਤੇ ਦੂਜੀ ਰਜੀਆ ਸੁਲਤਾਨਾ ਨੇ। ਇਸ ਕਰਕੇ ਇਹ ਵੀ ਕਿਤੇ ਨਾ ਕਿਤੇ ਸਮੱਸਿਆ ਖੜਦੀ ਸੀ। ਉਹਨਾਂ ਨੇ ਤਕਰੀਬਨ ਬੈਲੈਂਸ ਤਾਂ ਪੂਰਾ ਬਣਾ ਕੇ ਚੱਲੇ ਨੇ। ਪਰ ਬਿਲਕੁਲ ਇਹਦੇ 'ਚ ਹੁਣ ਜਿਸ ਤਰ੍ਹਾਂ ਆਪਾਂ ਜੇ ਇਕੱਲੇ ਵਜ਼ੀਰ ਵਾਈਜ਼ ਇਹਨੂੰ ਡਿਸਕਸ ਕਰਦੇ ਜਾਈਏ, ਦੇਖੋ ਚਲੋ ਨਵਿਆਂ ਤੇ ਵੀ ਆਪਾਂ ਬਾਅਦ 'ਚ ਆਉਂਦੇ ਹਾਂ ਕਿ ਵੋਟ ਬੈਂਕ ਹੈ, ਗਲਜੀਆਂ ਸਾਹਿਬ ਹੈ ਤੇ ਰਾਜਾ ਵੜਿੰਗ ਹੈ, ਯੂਥ ਲੀਡਰ ਹੈ, ਰਾਹੁਲ ਪਰਿਵਾਰ ਨਾਲ ਸੋਹਣੀ ਬਣਦੀ ਹੈ, ਯੂਥ ਦਾ ਲੀਡਰ ਵੀ ਰਿਹਾ, ਤੇ ਖਾਸ ਕਰਕੇ ਰਣਦੀਪ ਸਿੰਘ ਨਾਭੇ ਵਾਲੇ ਗੁਰਦਰਸ਼ਨ ਸਿੰਘ ਪਰਿਵਾਰ 'ਚੋਂ ਨੇ, ਹਾਲਾਂਕਿ ਅਮਲੋਹ ਤੋਂ MLA ਨੇ। ਇਹਨਾਂ ਦਾ ਵੀ ਇੱਟ ਖੜਕਾ ਕੈਪਟਨ ਅਮਰਿੰਦਰ ਸਿੰਘ ਨਾਲ ਲੰਮੇ ਸਮੇਂ ਤੋਂ ਚੱਲਦਾ ਰਿਹਾ, ਨਾਰਾਜ਼ਗੀ ਲਗਾਤਾਰ ਬਣੀ ਰਹੀ, ਤੇ ਕਾਕਾ ਰਣਦੀਪ ਸਿੰਘ ਹੋਰਾਂ ਦਾ ਗੁਣਾ ਪੈਣਾ, ਤੇ ਦੂਜੇ ਬੰਨੇ ਖਾਸ ਕਰਕੇ ਸਿੱਧੂ ਵਜ਼ਾਰਤ ਦੇ ਹੋਣ ਦੇ ਵਿੱਚ ਜਾਂ ਚੰਨੀ ਨੂੰ ਵਜ਼ੀਰ ਬਣਾਉਣ ਦੇ ਵਿੱਚ ਜੋੜ ਤੋੜ ਹੈ। ਸਟੂਡੈਂਟ ਆਗੂ ਦੇ ਤੌਰ ਤੇ ਵੀ ਲੰਮਾ ਸਮਾਂ ਜਿਹੜੇ ਨੇ ਵਿਚਰਦੇ ਰਹੇ ਨੇ। ਕੁਲਜੀਤ ਸਿੰਘ ਨਾਗਰਾ, ਉਹਨਾਂ ਦਾ ਗੁਣਾ ਨਹੀਂ ਪਿਆ, ਕਾਕਾ ਰਣਦੀਪ ਬਾਜੀ ਮਾਰ ਗਿਆ ਜਿਹਦਾ ਲੱਗਦਾ ਨਹੀਂ ਸੀ, ਪਰ ਇਹਦੇ 'ਚ ਉਹਦੇ ਸੈਂਟਰ ਦੇ ਪੁਰਾਣੇ ਕਨੈਕਸ਼ਨ ਵੀ ਕੰਮ ਕਰ ਗਏ ਨੇ ਜੋ ਕਾਂਗਰਸ ਸੋਨੀਆ ਪਰਿਵਾਰ ਨਾਲ ਰਹੇ ਨੇ ਜੀ। ਇਹ ਕਿੱਦਾਂ ਵੇਖਦੇ ਹੋ ਰਣਦੀਪ ਦਾ? ਨਹੀਂ, ਬਿਲਕੁਲ ਦੇਖੋ ਮੈਂ ਉਹ ਬਿਲਕੁਲ ਕਲੀਅਰ ਹੈ, ਇਹਦੇ ਨਾਲ ਤਾਂ ਮੈਂ ਸਹਿਮਤ ਹਾਂ। ਜਦੋਂ ਕਾਕਾ ਰਣਦੀਪ ਪਹਿਲੀ ਵਾਰੀ 2012 ਦੇ ਵਿੱਚ ਨਾਭੇ ਆਪਣੇ ਅਮਲੋਹ ਜਾਂਦਾ, ਉਹ ਵੀ ਬੜੀ ਹਾਸੋਹੀਣੀ ਸਥਿਤੀ ਸੀ ਜਿਹਦੇ ਵਿੱਚ ਉਹ ਟਿਕਟ ਲੈ ਗਿਆ, ਤੇ ਕਿਸ ਤਰ੍ਹਾਂ ਵਿਚਾਰੇ ਜਗਜੀਤ ਰੰਧਾਵੇ ਨੂੰ ਘਨੌਰ ਤੋਂ ਕਟਵਾਇਆ, ਉਹਨੂੰ ਕਿਹਾ ਤੈਨੂੰ ਅਮਲੋਹ ਲੈ ਕੇ ਦਿਆਂਗੇ, ਅਮਲੋਹ ਅੱਗੇ ਕਾਕੇ ਰਣਦੀਪ ਨੂੰ ਬਿਠਾਤਾ, ਫਿਰ ਉਹਨੂੰ ਕਿਹਾ ਕਿ ਤੈਨੂੰ ਅਸੀਂ ਫਤਿਹਗੜ੍ਹ ਦਵਾਵਾਂਗੇ, ਫਿਰ ਕਹਿਤਾ ਜੀ ਫਤਿਹਗੜ੍ਹ ਤਾਂ ਕੁਲਜੀਤ ਨਾਗਰਾ ਅੱਗੇ ਬੈਠਾ, ਉਹ ਤੇ ਰਾਹੁਲ ਗਾਂਧੀ ਦੇ ਕੋਟੇ 'ਚੋਂ, ਫਿਰ ਉਹਨੂੰ ਵਿਚਾਰੇ ਨੂੰ ਲਿਜਾ ਕੇ ਉਹ ਡੇਰਾਬੱਸੀ ਬਿਠਾਤਾ। ਇਸ ਕਰਕੇ ਡੇਰਾਬੱਸੀ ਬਿਠਾਇਆ ਕਿਉਂਕਿ ਜਿਹੜਾ ਹੈ ਮਹਿਲ ਵਾਲਿਆਂ ਦੇ ਨਜ਼ਦੀਕ 2 ਵਿਅਕਤੀ ਬੈਠੇ ਸੀ, ਉਹਨਾਂ ਦੀ ਉਹਦੇ ਨਾਲ ਬਣਦੀ ਨਹੀਂ ਸੀ ਉੱਥੇ ਦੀਪਿੰਦਰ ਢਿੱਲੋਂ ਨਾਲ, ਕਿ ਦੀਪਿੰਦਰ ਢਿੱਲੋਂ ਨੂੰ ਖੁੱਡੇ ਲੈਣ ਲਾਉਣਾ। ਇਹ ਰਾਜਨੀਤੀ ਆ। ਰਾਜਨੀਤੀ 'ਚ ਸਿੱਧਾ ਨਹੀਂ ਕਿਹਾ ਜਾਂਦਾ ਹੁੰਦਾ ਕਿ ਫਲਾਣੇ ਦੀ ਟਿਕਟ ਕੱਟ ਦਿਓ, ਉੱਥੇ ਇਹ ਕਹਿੰਦੇ ਆ ਕਿ ਆਹ ਫਲਾਨਾ ਬੰਦਾ ਜਿਹੜਾ ਇਹਨੂੰ ਐਡਜਸਟ ਕਰਨਾ ਜ਼ਰੂਰੀ ਆ ਜੀ।
ਉਸ ਤਰੀਕੇ ਨਾਲ ਕਰਦੇ ਆ, ਕਿਸੇ ਦੀ ਦੂਜੇ ਦੀ ਨਹੀਂ ਕਟਾਉਂਦੇ। ਜਦੋਂ ਇਹਨੂੰ ਐਡਜਸਟ ਕਰਨਾ ਆਟੋਮੈਟਿਕਲੀ ਦੂਜੇ ਦੀ ਛੁੱਟੀ ਜਿਹੜੀ ਉਹ ਹੋ ਜਾਂਦੀ ਆ। ਹੁਣ ਇਹ ਕਾਕਾ ਰਣਦੀਪ ਜਿਹੜਾ, ਦੇਖੋ ਇੱਕ ਤਾਂ ਮੰਨਣਾ ਪਏਗਾ ਕਿ ਉਹ ਤੁਸੀਂ ਅੰਦਾਜ਼ਾ ਲਾ ਕੇ ਚੱਲੋ 2002, 7, 12 ਤੇ 17 4 ਵਾਰੀ MLA ਤੇ ਰਿਹਾ ਨਾ, ਲਗਾਤਾਰ ਰਿਹਾ ਨਾ। 2 ਵਾਰੀ ਨਾਭੇ ਤੋਂ ਰਿਹਾ, 2 ਵਾਰੀ ਓਮਲੋ ਤੋਂ ਰਿਹਾ। ਹੁਣ 4 ਵਾਰ ਦਾ MLA ਸੀ, ਐਡਜਸਟ ਤਾਂ ਕਰਨਾ ਸੀ ਕਿਤੇ ਨਾ ਕਿਤੇ। ਉਹ ਵੱਖਰੀ ਗੱਲ ਆ ਕਿ ਹੁਣ ਇੱਕ ਬਾਹਰਲੇ ਦੇਸ਼ ਨੂੰ ਵਧਾਈ ਦੇਣੀ ਪਊਗੀ ਜਿਨ੍ਹਾਂ ਦਾ ਜਵਾਈ ਜਿਹੜਾ ਮੰਤਰੀ ਬਣ ਗਿਆ, ਠੀਕ ਹੈ ਨਾ। ਇਹ ਇੰਟਰਨੈਸ਼ਨਲ ਸ਼ਮੂਲੀਅਤ ਹੈ, ਚੰਗੀ ਗੱਲ ਹੈ। ਵੈਸੇ ਹੁਣ ਤੱਕ ਜੇ ਕਾਕਾ ਰਣਦੀਪ ਸਿੰਘ ਹੋਰਾਂ ਦਾ ਕਾਰਜਕਾਲ ਵੇਖਿਆ ਜਾਵੇ, ਖਾਨਦਾਨੀ ਪਰਿਵਾਰਾਂ ਚੋਂ ਆ, ਮਤਲਬ ਗੁਰਦਰਸ਼ਨ ਸਿੰਘ, ਤੇ ਮਤਲਬ ਕੋਈ ਕਰਪਸ਼ਨ ਜਾਂ ਹੋਰ ਇਸ ਪੱਖੋਂ ਦਾ ਕੋਈ ਨੈਗੇਟਿਵ ਨਹੀਂ ਹੈ ਉਹਨਾਂ ਦਾ, ਕਾਫੀ ਪੋਜ਼ਿਟਿਵ ਰਿਹਾ ਲੰਮੇ ਸਮੇਂ ਤੋਂ, ਜੋ ਉਹਨਾਂ ਨੇ 2-3 ਵਾਰੀ ਜਿਹੜੀ MLA-ਸ਼ਿਪ ਹੰਢਾਈ ਹੈ। ਕੀ ਨਹੀਂ, ਮਤਲਬ ਕਾਕਾ ਰਣਦੀਪ ਸਿੰਘ ਤੇ ਬ੍ਰਹਮਿੰਦਰਾ 2 ਕਿਸਮਤ ਦੇ ਧਨੀ ਨੇ। ਕਿਤੇ ਜਾਣ ਨਾ ਜਾਣ, ਹਾਲਾਤ ਜਿਹੇ ਬਣਦੇ ਨੇ ਉਹਦੇ 'ਚ ਬੜੇ ਆਰਾਮ ਨਾਲ ਜਿੱਤ ਕੇ ਨਿਕਲ ਜਾਂਦੇ ਦੋਨੋਂ ਜਣੇ। ਕਿਸੇ ਦੀ ਜਾਣ ਜੂਣ ਦੀ ਜ਼ਰੂਰਤ ਨਹੀਂ ਹੈ ਦੋਨਾਂ ਨੂੰ ਹਲਕੇ। ਪਹਿਲੀ ਵਾਰੀ ਵਜ਼ਾਰਤ ਦਾ ਗੁਣਾ ਪਿਆ ਕਾਕਾ ਰਣਦੀਪ, ਕਿਉਂਕਿ ਇਹਨਾਂ ਦੇ ਫਾਦਰ ਸਾਹਿਬ ਗੁਰਦਰਸ਼ਨ ਸਿੰਘ ਕਾਫੀ ਅਹਿਮ ਆਗੂ ਰਹੇ ਨੇ ਨਾਭੇ ਦੇ, ਤੇ ਕਾਰਜਕਾਲ ਮਤਲਬ ਬਤੌਰ ਇੱਕ ਪੋਲੀਟੀਕਲ ਵਿਅਕਤੀ ਕੋਈ ਬਹੁਤਾ ਵਿਵਾਦਤ ਨਹੀਂ ਰਿਹਾ ਹੁਣ ਤੱਕ ਇਹਨਾਂ ਦਾ, ਵਧੀਆ ਰਿਹਾ। ਵੈਲ ਐਜੂਕੇਟਡ ਨੇ, ਪੜ੍ਹੇ ਲਿਖੇ ਨੇ ਬੈਕਗਰਾਊਂਡ ਤੋਂ ਜੀ। ਨਹੀਂ ਜੀ, ਦੇਖੋ PPS ਨਾਭੇ ਦਾ ਪੜ੍ਹਿਆ, ਮਦਰ ਇਹਨਾਂ ਦੀ ਮਹਿਲਾ ਕਾਂਗਰਸ ਦੀ ਪ੍ਰਧਾਨ ਰਹੀ ਆ, ਠੀਕ ਹੈ। ਫਾਦਰ ਇਹਨਾਂ ਦਾ ਮਿਨਿਸਟਰ ਰਿਹਾ ਪੰਜਾਬ ਸਰਕਾਰ ਦੇ ਵਿੱਚ ਜੀ। ਇਸ ਕਰਕੇ ਦੇਖੋ ਉੱਥੇ ਨਾਭੇ ਦੇ ਵਿੱਚ ਰਾਜਾ ਨਰਿੰਦਰ ਸਿੰਘ ਨੂੰ ਟੱਕਰ ਦੇਣੀ ਤੇ ਇਹੀ ਪਰਿਵਾਰ ਸੀ ਜਿਹੜਾ ਦਿੰਦਾ ਆ ਰਿਹਾ ਸੀ। ਪਹਿਲਾਂ ਗੁਰਦਰਸ਼ਨ ਸਿੰਘ ਆਪ ਸੀ ਤੇ ਬਾਅਦ ਦੇ ਵਿੱਚ ਜਿਹੜਾ ਸੀ ਉਹ ਕਾਕਾ ਰਣਦੀਪ ਨੇ 2 ਵਾਰੀ ਟੱਕਰ ਦਿੱਤੀ ਆ। 2 ਵਾਰ ਉਹਨਾਂ ਨੂੰ ਹਰਾਇਆ ਵੀ ਤੇ ਇਹਨਾਂ ਨੇ ਹੀ ਆ ਨਾ। 2002 ਤੇ 2007 ਦੀ ਜੇ ਚੋਣ ਰਾਜਾ ਨਰਿੰਦਰ ਸਿੰਘ ਨਾਭੇ ਤੋਂ ਹਾਰਿਆ ਤੇ ਉਹ ਕਾਕੇ ਰਣਦੀਪ ਦੇ ਬਦੌਲਤ ਹਾਰਿਆ ਨਾ। ਇਸ ਕਰਕੇ ਕਾਕਾ ਰਣਦੀਪ ਦਾ ਜੋ ਮਰਜ਼ੀ ਆ ਉਹ ਠੀਕ ਆ। ਮਜੀਠੀਆ ਪਰਿਵਾਰ ਨਾਲ ਵੀ ਇਹਦੀ ਰਿਸ਼ਤੇਦਾਰੀ ਆ, ਖੈਰ ਮਜੀਠੀਆ ਨੂੰ ਵੀ ਵਧਾਈ ਦੇਣੀ ਬਣਦੀ ਆ ਕਿ ਉਹਦਾ ਚਾਚਾ ਜਿਹੜਾ ਮੰਤਰੀ ਬਣ ਗਿਆ, ਇਹ ਵੀ ਵੱਡੀ ਗੱਲ ਆ ਕਿਉਂਕਿ ਰਿਸ਼ਤਾ ਤਾਂ ਰਿਸ਼ਤਾ ਖਾਨਦਾਨੀ ਹਾਂ, ਰਿਸ਼ਤਾ ਤਾਂ ਰਿਸ਼ਤਾ ਨਾ, ਜੋ ਮਰਜ਼ੀ ਆ ਰਿਸ਼ਤਾ ਤੇ ਰਿਸ਼ਤਾ ਰਹਿਣਾ, ਠੀਕ ਆ। ਬਤੌਰ ਵਿਧਾਨਕਾਰ ਮਤਲਬ ਇਹਨਾਂ ਦਾ ਵਧੀਆ ਕਾਰਜਕਾਲ ਰਿਹਾ। ਚਲੋ ਨਿੱਜੀ ਲਾਈਫ ਵੀ ਬੜੀ ਵਧੀਆ ਇਹਨਾਂ ਦੀ, ਤੇ ਠੀਕ ਰਿਹਾ ਇਹਨਾਂ ਦਾ ਓਵਰਆਲ, ਤੇ ਕੋਈ ਬਹੁਤਾ ਮੇਰੇ ਖਿਆਲ ਵਜ਼ਾਰਤ 'ਚ ਬਵਾਲ ਨਹੀਂ। ਕੁਲਜੀਤ ਸਿੰਘ ਨਾਗਰਾ ਨੂੰ ਕਿਵੇਂ ਐਡਜਸਟ ਕਰਨਗੇ? ਉਹਨਾਂ ਨੇ ਤਾਂ ਕੰਮ ਬਹੁਤ ਕੀਤਾ ਸੀ ਵਜ਼ਾਰਤ ਵਾਸਤੇ, ਹਾਲਾਂਕਿ ਪੁਰਾਣਾ ਸਟੂਡੈਂਟ ਲੀਡਰ ਵੀ ਹੈ। ਕੁਲਜੀਤ ਨਾਗਰਾ ਦੀ ਵਜ਼ਾਰਤ ਤੇ ਬਾਜੀ ਕਾਕਾ ਰਣਦੀਪ ਮਰ ਗਿਆ, ਮੇਰੇ ਖਿਆਲ ਇਹ ਕਾਰਨ ਬਣਿਆ ਜਾਂ ਕੋਈ ਹੋਰ ਕਾਰਨ ਬਣਿਆ? ਨਹੀਂ, ਉਹ ਇਹੀ ਬਣਿਆ। ਦੇਖੋ ਕਾਕੇ ਰਣਦੀਪ ਨੂੰ ਤਾਂ ਸੈੱਟ ਕਰਨਾ ਸੀ। ਮੈਂ ਪਹਿਲਾਂ ਕਿਹਾ ਸੀ ਕਿ ਦੇਖੋ ਇੱਕ ਤਾਂ 3 ਰੀਜਨ ਬਣਦੇ ਸੀ, ਇੱਕ ਮਾਝਾ ਬਣਦਾ ਸੀ, ਇੱਕ ਮਾਲਵਾ ਬਣਦਾ ਸੀ ਤੇ ਇੱਕ ਦੁਆਬਾ ਬਣਦਾ ਸੀ। ਜੇ ਕਿ ਦੁਆਬੇ ਦੇ ਵਿੱਚ ਪ੍ਰਗਟ ਸਿੰਘ ਨੂੰ ਵੀ ਲੈਣਾ ਜ਼ਰੂਰੀ ਸੀ ਤੇ ਉਧਰੋਂ ਰਾਣੇ ਗੁਰਜੀਤ ਨੂੰ ਐਡਜਸਟ ਕਰਨਾ ਜ਼ਰੂਰੀ ਸੀ, ਕਿਉਂਕਿ ਉਹਨਾਂ ਨੇ ਵਿਰੋਧੀ ਖੇਮਾ ਜਿਹੜਾ ਉਹ ਵੀ ਸਾਰਾ ਖੰਡਾਉਣਾ ਸੀ। ਸਿਆਸਤ 'ਚ ਹਮੇਸ਼ਾ ਹੋਇਆ ਕਰਦਾ ਹੁੰਦਾ ਵਾ ਕਿ ਵਿਰੋਧੀ ਖੇਮੇ ਵੱਲ ਕੋਈ ਰਹਿ ਨਾ ਜਾਵੇ, ਉਸ ਹਿਸਾਬ ਨਾਲ ਉਹਨਾਂ ਨੇ ਖੰਡਾਉਣਾ ਸੀ ਤੇ ਉਹ ਖੰਡਾ ਗਏ। ਉਹਦੇ ਵਿੱਚ ਆ ਕੇ ਦੂਸਰੇ ਦੀ ਜਿਹੜੀ ਸੀਗੀ ਉਹਦਾ ਦਾ ਲੱਗ ਗਿਆ, ਆਪਣੇ ਦਾ ਰਾਣੇ ਗੁਰਜੀਤ ਆ। ਹੁਣ ਸੰਗਤ ਸਿੰਘ ਗਿੱਲ ਜੀ ਅਸੀਂ ਉਹਨੂੰ BC ਕੈਟਾਗਰੀ 'ਚੋਂ ਲੈਣਾ ਸੀ। ਜੇ ਸੰਗਤ ਸਿੰਘ ਗਿੱਲ ਜੀ ਨੂੰ ਲੈਂਦੇ ਆ ਕੇ ਸਰਜੀਤ ਸਿੰਘ ਧਮਾਨ ਨੂੰ ਲੈਣਾ ਪੈਣਾ ਸੀ, ਕਿਸੇ ਇੱਕ ਨੂੰ ਤਾਂ ਐਡਜਸਟ ਕਰਨਾ ਪੈਣਾ ਸੀ ਨਾ। ਹੁਣ ਇਸ ਕਰਕੇ ਉਹ ਜਿੱਧਰ ਜਿਸ ਬੰਨੇ ਵੀ ਐਡਜਸਟਮੈਂਟ ਸੈੱਟ ਆਈ ਜਾਂ ਜਿਹਦੀ ਉੱਥੋਂ ਤੱਕ ਅਪਰੋਚ ਹੋ ਗਈ, ਜਾਂ ਇਹ ਕਹਿ ਕੇ ਚੱਲੋ ਕਿ ਕੁੱਲ ਮਿਲਾ ਕੇ ਨਵਜੋਤ ਸਿੰਘ ਸਿੱਧੂ ਦਾ ਜਿਹੜੀ ਆ ਉਹਦੀ ਸ਼ਮੂਲੀਅਤ ਜ਼ਿਆਦਾ ਰਹੀ ਆ ਇਸ ਪੂਰੇ ਦੇ ਪੂਰੇ ਮੰਤਰੀ ਮੰਡਲ ਦੇ ਵਿੱਚ। ਜਿਹੜੀ ਹੁਣ ਇਹ ਸੈਟਿੰਗ ਹੋਈ ਆ ਉਹਦੇ ਮੁਤਾਬਕ ਮਤਲਬ ਇਹ ਕਹਿ ਦਿਓ ਕਿ ਉਹਨਾਂ ਦਾ ਪਰਛਾਵਾਂ ਪੂਰੇ ਦਾ ਪੂਰਾ ਇਹਦੇ ਵਿੱਚ ਜਿਹੜਾ ਉਹ ਪਿਆ ਵਾ। ਉਹਦੇ 'ਚ ਕਾਕਾ ਰਣਦੀਪ ਜਿਹੜਾ ਉਹ ਆ ਗਿਆ। ਹੁਣ ਮਾਲਵੇ ਨੂੰ ਪੂਰੇ ਨੂੰ ਲੈ ਲਓ, ਦੇਖੋ ਇੱਥੇ ਕੀ ਆ, 1-70 ਸੀਟਾਂ ਮਾਲਵੇ ਇਕੱਲੇ 'ਚ ਆ। ਤੁਸੀਂ ਲਾ ਲਓ ਵੀ ਉਹਨਾਂ ਦੋਨਾਂ ਦੇ ਵਿੱਚ ਜਿਹੜਾ ਆਪਣਾ ਉੱਥੇ 48 ਸੀਟਾਂ ਨੇ ਦੁਆਬੇ 'ਚ ਤੇ ਮਾਝੇ 'ਚ 2 'ਚ, ਇੱਥੇ 1-70 ਨੇ। 69 ਸੀਟਾਂ ਇਹਦੇ 'ਚ ਇਕੱਲੇ 'ਚ ਆ। 69 ਦੇ ਵਿੱਚੋਂ 41 ਵਿਧਾਇਕ ਜਿਹੜੇ ਇਸ ਵੇਲੇ ਪ੍ਰੈਜ਼ੈਂਟ ਜਿਹੜੇ ਨੇ ਉਹ ਕਾਂਗਰਸ ਦੇ ਆ, ਤੇ 3 ਜਿਹੜੇ ਡੈਪੂਟੇਸ਼ਨ ਤੇ ਲਿਆਂਦੇ ਹੋਏ ਆ ਉਹਨਾਂ ਦੇ ਵਿੱਚ ਜਗਦੇਵ ਸਿੰਘ ਕਮਾਲੂ ਤੇ ਆਪਣਾ ਨਾਂ ਕੀ ਆ ਨਾਜਰ ਸਿੰਘ ਮਾਨਸਾਈ ਆ, ਤੇ ਤੀਜਾ ਪਿਰਮਲ ਸਿੰਘ ਭਦੌੜ। ਇਹ 3 ਜਿਹੜੇ ਉੱਧਰੋਂ ਆਏ ਹੋਏ ਨੇ। ਹੁਣ ਇਹਦੇ 'ਚ ਹੁਣ ਇਹਦੇ ਸਾਰੇ ਸਾਬਕਾ ਦੇ ਵਿੱਚ ਮਾਲਵੇ ਨੂੰ ਜੇ ਜਾਣਿਆ ਜਾਵੇ ਤੇ ਮਾਲਵੇ ਦੀ ਗਿਣਤੀ ਅਜੇ ਵੀ ਘੱਟ ਆਈ ਹੈ ਕਿ ਮੁੱਖ ਮੰਤਰੀ ਜ਼ਰੂਰ ਮਾਲਵੇ ਨੂੰ ਮਿਲ ਗਿਆ, ਠੀਕ ਹੈ, ਪਰ ਮਾਲਵੇ ਦੀ ਗਿਣਤੀ ਘੱਟ ਰਹੀ ਆ ਕਿਉਂਕਿ 8 ਮੰਤਰੀ ਹੈ ਇੱਥੋਂ ਟੋਟਲ ਆਏ।
ਤੇ ਉਧਰ ਜਿੱਥੇ ਤੁਹਾਡੇ ਕੋਲ ਕੇਵਲ 25 ਦੇ ਵਿੱਚੋਂ 22 ਵਿਧਾਇਕ ਆ, ਉੱਥੇ ਤੁਸੀਂ 6 ਮੰਤਰੀ ਇਕੱਠੇ ਦੇ ਚੁੱਕੇ ਹੋ ਮਾਝੇ ਦੇ ਵਿੱਚ, ਤੇ ਇੱਥੇ 8 ਮੰਤਰੀ ਆਏ ਆ ਤੇ ਇੱਕ ਮੁੱਖ ਮੰਤਰੀ ਆ ਗਿਆ। ਔਰ ਵੱਡੀ ਗੱਲ ਹੈ ਕਿ 69 ਸੀਟਾਂ ਜਿਹੜੀਆਂ ਉਹਦੇ ਵਿੱਚੋਂ ਤੁਹਾਡੇ ਕੋਲ ਕੱਲਾ ਮੁੱਖ ਮੰਤਰੀ ਹੀ SC ਕੈਟਾਗਰੀ ਚੋਂ ਕੱਲਾ ਮੁੱਖ ਮੰਤਰੀ ਆਇਆ, ਤੇ ਬਾਕੀ ਜਿਹੜੇ 8 ਬਾਕੀ ਆਏ ਆ ਉਹਦੇ 'ਚ 4 ਜਿਹੜੇ ਆ ਉਹ ਸਿੱਖ ਪਰਿਵਾਰਾਂ ਨੂੰ ਬਿਲੋਂਗ ਕਰਦੇ ਆ, ਤੇ 3 ਜਿਹੜੇ ਆ ਉਹ ਹਿੰਦੂ ਚਿਹਰੇ ਆ, ਤੇ ਇੱਕ ਜਿਹੜਾ ਮੁਹੰਮਦਨ ਆ, ਤੇ ਇੱਕ ਮੁੱਖ ਮੰਤਰੀ ਖੁਦ ਜਿਹੜਾ ਉਹ SC ਨੂੰ ਬਿਲੋਂਗ ਕਰਦਾ। ਇਸ ਕਰਕੇ ਕਿਤੇ ਨਾ ਕਿਤੇ ਇਹ ਆ ਕਿ ਉਹਨਾਂ ਨੇ ਫੇਰ ਵੀ ਬੈਲੈਂਸ ਜਿਹੜਾ ਉਹ ਬਣਾ ਕੇ ਚੱਲਣ ਦੀ ਕੋਸ਼ਿਸ਼ ਕੀਤੀ ਆ ਕਿ ਕਿਸੇ ਤਰੀਕੇ ਬਣਾਵੇ, ਕਿਉਂਕਿ ਜੇ ਨਾ ਹੁੰਦਾ ਇਹ 17 ਵਾਲਾ ਰਫੜਾ ਤੇ ਫਿਰ ਤਾਂ ਭਾਵੇਂ 40 ਬਣਾ ਦਿੰਦੇ, ਕੋਈ ਚੱਕਰ ਹੀ ਨਹੀਂ ਸੀ, ਸਾਰੇ ਕੁਝ ਕਰ ਦਿੰਦੇ ਵੀ ਤੁਰੇ ਆਓ, ਲੈਣਾ ਲੱਗੀਆਂ ਤੋਰੀ ਜਾਓ ਤੇ ਸਾਰਿਆਂ ਨੂੰ ਬਣਾਈ ਜਾਓ, ਫਿਰ ਉਹ ਕੁਝ ਵੀ ਵਾਪਰ ਜਾਂਦਾ। ਪਰ ਹੁਣ ਗੱਲ ਤਾਂ ਇਹ ਸੀ ਕਿ ਉਹਨਾਂ ਬੈਲੈਂਸ ਬਣਾਉਣਾ ਸੀ, ਤੇ ਬੈਲੈਂਸ ਬਣਾ ਕੇ ਉਹਨਾਂ ਨੇ ਆਪਣੇ ਹਿਸਾਬ ਨਾਲ ਜਿਹੜੀ ਸੈਟਿੰਗ ਕਰ ਲਈ ਆ। ਪਰ ਇਹਦੇ ਵਿੱਚ ਸਾਰੇ ਸਾਬਕਾ ਇਹਦੇ ਵਿੱਚ ਕੁਲਜੀਤ ਨਾਗਰਾ ਜਿਹੜਾ ਉਹ ਆਖਰੀ ਛਣ ਦੇ ਉੱਤੇ ਜਾ ਕੇ ਕੁਲਜੀਤ ਨਾਗਰਾ ਜਿਹੜਾ ਉਹਦੀ ਛੁੱਟੀ ਹੋ ਗਈ ਆ। ਹੁਣ ਆਈਏ ਮੰਤਰੀ ਮੰਡਲ ਵੱਲ ਨੂੰ, ਇਹਦੇ 'ਚ ਇੱਕ ਚੀਜ਼ ਹੋਈ, ਬ੍ਰਹਮਿੰਦਰਾ ਪਿਛਲੀ ਵਾਰ ਨੰਬਰ 2 ਹੋਰ ਜਿਸ ਤਰ੍ਹਾਂ ਦੇਖੋ, ਕਿਉਂਕਿ ਤਕਰੀਬਨ ਸਾਰੀ ਤਿਆਰੀ ਸੀ, ਇਹ ਲੱਗਦਾ ਨਹੀਂ ਸੀਗਾ ਕਿ ਆਖਰੀ ਪਲ ਤੇ ਜਿਹੜਾ ਬਾਜੀ ਪਲਟ ਜਾਣੀ ਹੈ ਕੁਲਜੀਤ ਨਾਗਰੇ ਦੀ। ਮੇਰੇ ਖਿਆਲ ਕੋਈ ਨਾ ਕੋਈ ਵੱਡਾ ਅਹੁਦਾ ਦੇ ਕੇ ਨਵਾਜਣਗੇ ਇਹਨਾਂ ਨੂੰ ਵੀ। ਵੈਸੇ ਇਹ ਵੀ ਹੈ ਕਿ ਨਾਰਾਜ਼ ਵੀ ਨਹੀਂ ਹੋਣਗੇ, ਇਹ ਵੀ ਗੱਲ ਸਪਸ਼ਟ ਹੈ, ਪਰ ਕੋਈ ਨਾ ਕੋਈ ਜਾਂ ਤਾਂ ਇਹ ਹੈ ਕਿ ਟਿਕਟ ਜਿਹੜੀ ਆਗਾਮੀ ਟਿਕਟਾਂ ਦੇ ਵਿੱਚ ਇਸ ਪਰਿਵਾਰ ਨੂੰ ਸੈਟਿਸਫਾਈ ਕੀਤਾ ਜਾਵੇ, ਕਿਉਂਕਿ 90 ਦਿਨ ਨੇ, 3 ਮਹੀਨੇ ਨੇ, ਇਸ ਦੌਰਾਨ ਕਿਤੇ ਨਾ ਕਿਤੇ ਕਿਉਂਕਿ ਬਗਾਵਤ ਕਰਕੇ ਵੀ ਕੁਛ ਨਹੀਂ ਬਣਦਾ ਤੇ ਮਨਾ ਲਿਆ ਗਿਆ। ਆਖਰ ਮੇਰੇ ਖਿਆਲ ਕੁਲਜੀਤ ਨਾਗਰੇ ਦੀ ਤਰਫੋਂ ਤਾਂ ਕੋਈ ਵਿਰੋਧ ਨਹੀਂ ਹੋਏਗਾ, ਪਾਰਟੀ ਨੂੰ ਨੁਕਸਾਨ ਵੀ ਨਹੀਂ ਹੋਏਗਾ, ਠੀਕ ਆ, ਇਹਦੇ ਨਾਲ ਰਜਾਮੰਦੀ ਕਰ ਲਈ ਇਹਨਾਂ ਨੇ। ਪਰ ਗੱਲ ਇਹ ਹੈ ਕਿ ਜੇ ਰਣਦੀਪ ਨੂੰ ਵੀ ਨਾ ਲੈਂਦੇ ਤਾਂ ਬਗਾਵਤ ਰਣਦੀਪ ਨੇ ਵੀ ਨਹੀਂ ਸੀ ਕਰਨੀ, ਕਿਉਂਕਿ ਉਹ ਵੀ ਕੈਪਟਨ ਖੇਮੇ 'ਚ ਜਾਣ ਦੇ ਉਹਦੇ ਚਾਂਸ ਘੱਟ ਸੀ। ਉਹ ਕਿਉਂਕਿ ਸਾਧੂ ਸਿੰਘ ਧਰਮਸੋਤ ਆਲਰੇਡੀ ਉਹਨਾਂ ਨੂੰ ਕਾਊਂਟਰ ਕਰਦੇ ਆ। ਰਣਦੀਪ ਨਾਭੇ 'ਚ ਉਹਨਾਂ ਦਾ ਹਲਕਾ ਹੈ, ਇਹ ਵੀ ਕਾਰਨ ਹੈ, ਪਰ ਹੈਸ਼ ਉਹਨਾਂ ਦੀ ਨਾਭੇ 'ਚ MLA ਭਾਵੇਂ ਮਲੋਹ ਤੋਂ ਨੇ। ਇਸ ਹਲਕੇ 'ਚ ਰਣਦੀਪ ਦਾ ਨਾਭਾ ਮਲੋਹ ਇਹਨਾਂ ਹਲਕਿਆਂ 'ਚ ਆਧਾਰ ਨਿੱਜੀ ਤੌਰ ਤੇ ਹੈਗਾ। ਵਜ਼ੀਰ ਬਣਨ ਨਾਲ ਉਹ ਹੋਰ ਇਸ ਹਲਕੇ 'ਚ ਕੰਮ ਕਰਨਗੇ ਤਾਂ ਜੋ ਸਾਧੂ ਸਿੰਘ ਧਰਮਸੋਤ ਦੀ ਜਿਹੜੀ ਨਾਰਾਜ਼ਗੀ ਵੀ ਹੈ, ਜੇ ਉਹ ਕੈਪਟਨ ਜਾਂ ਕਿਸੇ ਹੋਰ ਦੇ ਪ੍ਰਭਾਵ 'ਚ ਆ ਕੇ ਪਾਰਟੀ ਨੂੰ ਨੁਕਸਾਨ ਕਰਦੇ ਨਜ਼ਰ ਆਉਣਗੇ ਤਾਂ ਉਸ ਨੂੰ ਕੰਟਰੋਲ ਕਰਨ ਦੇ ਵਾਸਤੇ ਇਹਨਾਂ ਕੋਲ ਕਾਕਾ ਰਣਦੀਪ ਹੋਰਾਂ ਵਾਲਾ ਪੱਤਰਾ ਹੈਗਾ। ਦੂਸਰਾ ਜਿਹੜਾ ਕਿਤੇ ਨਾ ਕਿਤੇ ਭਾਵੇਂ ਉਹਨਾਂ ਨੇ ਕਹਿ ਦਿੱਤਾ, ਦਰਸ਼ਨ ਸਿੰਘ ਸੋਢੀ ਨੇ ਰਿਪੋਰਟ ਵੀ ਪੇਸ਼ ਕੀਤੀ ਹੈ, ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਹੈ, ਜਿਹੜੀ ਇਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਆਪਣਾ ਰੋਸ ਪ੍ਰਗਟ ਕੀਤਾ। ਕਿ ਇਸ ਦੌਰਾਨ ਇਹਨਾਂ ਨੇ ਆਖਿਆ ਕਿ ਖਾਸ ਕਰਕੇ ਸਿਹਤ ਮੰਤਰੀ ਬਲਵੀਰ ਸਿੰਘ ਹੋਰਾਂ ਨੇ ਕਿ ਦੇਖੋ ਸਾਡੇ ਕੰਮ 'ਚ ਕਮੀ ਦੱਸੋ ਕੀ ਸੀ, ਸਾਡੇ ਕੰਮ 'ਚ ਕਮੀ ਕੱਢੋ, ਅਸੀਂ 4.5 ਸਾਲ ਪੰਜਾਬ ਦੀ ਬੜੀ ਸੇਵਾ ਕੀਤੀ ਹੈ। ਤੇ ਇਹਨਾਂ ਨੇ ਜੋ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਹੈ, ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਹੈ, ਕਿ ਇਹ ਕੋਈ ਖੈਰ ਦੀ ਜਗ੍ਹਾ ਖੋਰ ਕੱਢ ਸਕਦੇ ਨੇ ਪਾਰਟੀ ਨਾਲ? ਇਹਨਾਂ ਦੇ ਇਸ ਤਰ੍ਹਾਂ ਪ੍ਰੈਸ ਕਾਨਫਰੰਸ ਦੇ ਵਿੱਚ ਆ ਕੇ ਉਜਰ ਕਰਨ ਦਾ ਕੋਈ ਨਾ ਕੋਈ ਆਉਣ ਵਾਲੇ ਸਮੇਂ 'ਚ ਬਗਾਵਤ ਦੀ ਬੋ ਆਏਗੀ ਜੇ ਕੈਪਟਨ ਕੋਈ ਨਵੀਂ ਪਾਰਟੀ। ਇਹ ਤਾਂ ਕਲੀਅਰ ਹੈ ਕਿ ਕੈਪਟਨ ਹਟੇਗਾ ਨਹੀਂ, ਭਾਵੇਂ ਫੇਲ ਹੋ ਜਾਏ, ਜਿੱਦੀ ਕਿਸਮ ਦਾ ਬੰਦਾ ਹੋਵੇ। ਤੇ ਦੂਸਰਾ ਉਹਦੀ ਜ਼ਿੰਮੇਵਾਰੀ ਫਿਕਸ ਹੋਏਗੀ BJP ਵੱਲੋਂ, ਉਹਨੂੰ ਕੁਛ ਨਾ ਕੁਛ ਕਰਨਾ ਹੀ ਪੈਣਾ, ਤੇ ਕਾਂਗਰਸ ਮੁਕਤ ਪੰਜਾਬ ਕਰਾਉਣ ਵਾਸਤੇ ਉਹ ਹਰ ਹੀਲਾ ਵਸੀਲਾ ਉਹ ਵਰਤੇਗਾ। ਇਹ ਜਿਹੜੇ 2-4 ਲੋਕ ਜਿਨ੍ਹਾਂ ਦੀ ਵਜ਼ਾਰਤਾਂ ਜਿਨ੍ਹਾਂ ਨੂੰ ਨਹੀਂ ਮਿਲ ਗਈਆਂ, ਕੀ ਇਹ ਲੱਗਦਾ ਕਿ ਇਹਨਾਂ ਦੀ ਵਿਰੋਧਤਾ ਲੰਮੇ ਸਮੇਂ ਰਹੇਗੀ ਜਾਂ ਵਕਤੀ ਤੌਰ ਤੇ ਹੀ ਇਹ ਥੋੜਾ ਉਜ਼ਰ ਕਰ ਰਹੇ ਨੇ ਪਾਰਟੀ ਦੀਆਂ ਨੀਤੀਆਂ ਦੇ ਖਿਲਾਫ ਜਾਂ ਵਜ਼ਾਰਤ ਦੇ ਫੈਸਲੇ ਦੇ ਖਿਲਾਫ? ਜੀ ਸੁਰਿੰਦਰ। ਜਿੱਥੋਂ ਤੱਕ ਕੈਪਟਨ ਦਾ ਸਵਾਲ ਆ, ਕੈਪਟਨ ਪਰਸੋਂ ਪਹਾੜਾਂ 'ਚ ਜਾ ਚੜਿਆ ਤੇ ਉਹ ਉੱਥੇ ਭੰਗੜੇ ਪਾ ਰਿਹਾ ਤੇ ਗਾਣੇ ਗਾ ਰਿਹਾ, ਵੀਡੀਓ ਆ ਗਈਆਂ ਨੇ, ਠੀਕ ਹੈ। ਹੁਣ ਉਹ ਵਾਪਸੀ ਕਿੱਦਣ ਕਰਦਾ? ਉਹ ਜਿਹੜੇ ਉਹਦੇ ਬੈਚ ਦੇ ਫੌਜੀ ਸੀ ਉਹ 47 ਇਕੱਠੇ ਕੀਤੇ ਆ। ਹੁਣ ਪਹਿਲਾਂ ਤਾਂ ਮੈਨੂੰ 47 ਦੀ ਸਮਝ ਨਾ, ਮੈਂ ਕਿਹਾ AK-47 ਆ ਕਿ ਜਾਂ 47, ਬਾਅਦ 'ਚ ਪਤਾ ਲੱਗਾ ਕਹਿੰਦੇ ਨਹੀਂ 47 ਬੈਚ ਆ ਜੀ, ਠੀਕ ਹੈ ਜੀ। ਉਹ ਬੈਚ ਦੇ 47 ਬੰਦੇ ਸੀ, ਉਹ ਇਕੱਠੇ ਕੀਤੇ ਆ, ਉੱਥੇ ਭੰਗੜੇ ਪਾ ਰਿਹਾ ਤੇ ਗਾਣੇ ਗਾ ਰਿਹਾ, ਆਰਾਮ ਨਾਲ ਬੈਠਾ, ਉਹਨੂੰ ਕੋਈ ਨਹੀਂ ਇੱਥੇ ਸੀ ਜਿਹੜਾ ਉਹ ਗੁੱਬ ਗਰਾਟ ਕੱਢਣਾ ਸੀ ਉਹ ਕੱਢ ਗਿਆ ਤੇ ਉੱਥੇ ਆਰਾਮ ਨਾਲ ਬੈਠਾ। ਦੂਸਰੀ ਗੱਲ, ਉਹਨੂੰ ਤਾਂ ਕੈਪਟਨ ਚੰਨਣ ਸਿੰਘ ਨੇ ਬਹੁਤ ਵਧੀਆ ਸਲਾਹ ਦਿੱਤੀ ਹੈ, ਕਹਿੰਦਾ ਲੈਮ ਲੋ ਬਣਾ, ਭੇਡੂ ਤੜਕ ਜੈਨ ਜੁਨ ਪੀਆ ਕਰ, ਕਹਿੰਦਾ ਕੰਮ ਤਾਂ 4.5 ਸਾਲ ਤੋਂ ਕੋਈ ਕੀਤਾ ਨਹੀਂ। ਵੈਸੇ ਕੈਪਟਨ ਚੰਨਣ ਸਿੰਘ ਸੁਣਾਉਂਦਾ ਤੇ ਬਹੁਤ ਕਰੀਆਂ, ਸੋ ਫੌਜੀ ਸੁਭਾਅ ਹੈ, ਚੰਗੀ ਗੱਲ ਹੈ। ਸੋ ਜਿਹੜੀ ਉਹਨਾਂ ਨੇ ਰਾਏ ਦਿੱਤੀ ਹੈ ਨਾ, ਵਾਇਰਲ ਬਹੁਤ ਹੋਈ ਹੈ ਕੈਪਟਨ ਚੰਨਣ ਸਿੰਘ ਦੀ। ਹਾਲਾਂਕਿ ਅਕਾਲੀਆਂ ਨੂੰ, ਬਾਦਲਾਂ ਨੂੰ ਜਾਂ ਖਾਲਿਸਤਾਨ ਮੂਵਮੈਂਟ ਦੇ ਦੌਰਾਨ ਕਈਆਂ ਨੂੰ ਉਸਨੇ ਜਿਹੜਾ ਹੈਗਾ ਛੋਤ ਲਾਈ ਹੈ, ਪਰ ਕੈਪਟਨ ਅਮਰਿੰਦਰ ਨੂੰ ਵੀ ਉਹਨੇ ਵਧੀਆ ਤਰਕ ਦਿੱਤਾ ਕੈਪਟਨ ਚੰਨਣ ਸਿੰਘ ਹੋਰਾਂ ਨੇ।
ਕਹਿੰਦਾ ਭਾਈ ਐਵੇਂ ਡਮਰੂ ਨਬਜਾ ਹੋਣਾ ਕੁਛ ਨਹੀਂ ਹੈ, ਕਿਉਂਕਿ 4.5 ਸਾਲ ਆਪ ਜੀ ਨੇ ਕੀਤਾ ਕੁਛ ਨਹੀਂ ਹੈ। ਸੋ ਇਸ ਕਰਕੇ ਆਰਾਮ ਨਾਲ ਕਹਿੰਦਾ ਮੈਂ ਤਾਂ ਇਹੀ ਸਲਾਹ ਦੇਵਾਂਗਾ। ਸੋ ਸ਼ਾਇਦ ਫੌਜੀਆਂ ਦੀ ਸਲਾਹ ਮੰਨ ਲੈਣ ਫੌਜੀ ਸਾਹਿਬ, ਵਧੀਆ ਰਹਿਣਗੇ, ਇੱਜ਼ਤ ਰਹਿ ਜੂਗੀ। ਨਹੀਂ ਤਾਂ ਜੇ ਬੀਜੇਪੀ ਦੇ ਢਾਹੇ ਚੜ੍ਹ ਕੇ ਨਾ ਕੁਛ ਕਰਨਗੇ, ਸਿਰ ਖੇਹ ਪਵਾਉਣਗੇ ਜੀ। ਨਹੀਂ, ਕੈਪਟਨ ਚੰਨਣ ਸਿੰਘ ਸਿੱਧੂ ਜਿਹੜਾ ਦੇਖੋ ਕੈਪਟਨ ਅਮਰਿੰਦਰ ਸਿੰਘ ਦੇ ਵੀ ਬਹੁਤ ਨਜ਼ਦੀਕ ਰਿਹਾ ਤੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ 'ਚ ਵੀ ਰਿਹਾ, ਉਹ ਦੋਨੋਂ ਬੰਨੇ ਰਿਹਾ। ਲੇਕਿਨ ਉਹ ਕੁਛ ਜਗ੍ਹਾ ਤੇ ਆ ਕੇ ਗੱਲਾਂ ਸੱਚੀਆਂ ਵੀ ਕਰ ਜਾਂਦਾ ਤੇ ਕਈ ਜਗ੍ਹਾ ਤੇ ਹੋਰ ਵੀ ਬਹੁਤ ਕੁਝ ਕਰ ਜਾਂਦਾ। ਉਹ ਮੈਂ ਹੁਣ ਗਿਣਨਾ ਨਹੀਂ ਚਾਹੁੰਦਾ ਕਿਉਂਕਿ ਆਪਾਂ ਹੋਰ ਬੰਦੇ ਨੂੰ ਚੱਲੇ ਹੋਏ ਆ। ਹੁਣ ਗੱਲ ਇਹ ਆ ਕਿ ਦੇਖੋ, ਪਰ ਉਹਨੇ ਜਿਹੜੀਆਂ ਗੱਲਾਂ ਕਹੀਆਂ ਮੈਂ ਉਸ ਗੱਲ ਨਾਲ ਬਿਲਕੁਲ ਸਹਿਮਤ। ਮੈਂ ਪਹਿਲੇ ਦਿਨੋਂ ਕਹਿ ਰਿਹਾ ਕਿ ਕੱਖ ਨਹੀਂ ਹੋਊਗਾ। ਜਦੋਂ ਕੈਪਟਨ ਚੰਨਣ ਸਿੰਘ ਸਿੱਧੂ ਨੂੰ ਪੁੱਛਿਆ ਗਿਆ, ਕਹਿੰਦੇ ਵੀ ਕੈਪਟਨ ਸਾਹਿਬ ਨਵੀਂ ਪਾਰਟੀ ਬਣਾਉਣਗੇ? ਕਹਿੰਦਾ ਪਾਰਟੀ ਪੂਟੀ ਕੀ ਬਣਾਉਣੀ ਆ? ਕਹਿੰਦਾ ਪਾਰਟੀ ਬਣਾਉਣ ਤੁਰਨਗੇ। ਉਹਨੇ ਨੂੰ ਉੱਤੋਂ ਸੱਦਾ ਆ ਗਿਆ ਤਾਂ ਕੜੈਚ ਹੋ ਗਈ, ਕਹਿੰਦਾ ਤੁਰਦਾ ਬਣਿਆ ਤਾਂ ਕਹਿੰਦਾ ਗੱਲ ਖਤਮ ਆ, ਪਾਰਟੀ ਕਾਹਦੀ ਆ? ਕਹਿੰਦਾ ਉਮਰ ਭੋਗ ਲਈ ਆ, ਹੁਣ ਕੀ ਆ, ਚੁੱਪ ਕਰਕੇ ਘਰੇ ਬੈਠੇ ਤੇ ਐਵੇਂ ਕਾਹਦੇ ਲਈ? ਕਹਿੰਦਾ ਬਥੇਰਾ ਕੁਝ ਕਰ ਲਿਆ, 4.5 ਸਾਲ ਕਹਿੰਦਾ ਕੀਤਾ ਕੱਖ ਨਹੀਂ, ਡੱਕਾ ਤੋੜ ਕੇ ਦੋਹਰਾ ਨਹੀਂ ਕੀਤਾ, ਤਾਂ ਹੁਣ ਕਹਿੰਦਾ ਕੀ ਕਰਨਾ? ਕਹਿੰਦਾ ਕੱਖ ਨਹੀਂ ਬਣਨਾ ਬੁਣਨਾ। ਮਤਲਬ ਬੜੇ ਝਟਕੇ ਜਿਹੇ ਸੌਦੇ 'ਚ ਉਹਨੇ ਜਿਹੜੀਆਂ ਗੱਲਾਂ ਕਹੀਆਂ ਉਹ ਕਿਤੇ ਨਾ ਕਿਤੇ ਜਚੀਆਂ ਵੀ ਆ ਕਿ ਵਾਕਿਆ ਉਹਨੇ ਗੱਲ ਤਾਂ ਸੱਚੀ ਕੀਤੀ ਆ। ਹੁਣ ਆ ਜਾਈਏ ਦੇਖੋ ਟੋਟਲ ਵੀ ਇਹਦੇ 'ਚ ਹੋਣਾ ਕੀ ਆ। ਦੇਖੋ ਰਾਣਾ ਗੁਰਮੀਤ ਸਿੰਘ ਸੋਢੀ ਦੀ ਛੁੱਟੀ ਹੋਈ, ਗੁਰਪ੍ਰੀਤ ਕਾਂਗੜ ਦੀ ਛੁੱਟੀ ਆਖਰੀ ਸਮੇਂ ਤੱਕ ਰਕਾਉਣ 'ਚ ਲੱਗਾ ਰਿਹਾ ਮਨਪ੍ਰੀਤ ਬਾਦਲ। ਹੁਣ ਮਨਪ੍ਰੀਤ ਬਾਦਲ ਇਹ ਨਹੀਂ ਸੀ ਕਹਿੰਦਾ ਕਿ ਆਪਣਾ ਨਾਂ ਕੀ ਰਾਜੇ ਵੜਿੰਗ ਨੂੰ ਨਾ ਲਵੋ, ਉਹ ਕਹਿੰਦਾ ਸੀ ਨਹੀਂ ਜੀ ਕਾਂਗੜ ਜ਼ਰੂਰ ਰੱਖਣਾ। ਜੇ ਕਾਂਗੜ ਰਹਿੰਦਾ ਸੀ ਤੇ ਰਾਜਾ ਵੜਿੰਗ ਨਹੀਂ ਸੀ ਆਉਣਾ। ਹੁਣ ਇਸ ਕਰਕੇ ਕਾਂਗੜ ਦੀ ਛੁੱਟੀ ਹੋਈ ਤੇ ਰਾਜਾ ਵੜਿੰਗ ਆ ਗਿਆ। ਹੁਣ ਕਿਤੇ ਨਾ ਕਿਤੇ ਉਹਦਾ ਰੋਸਾ ਜਿਹੜਾ ਸੀ ਉਹ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਸੀਗਾ ਉਹ ਕੱਢ ਗਿਆ ਆਪਣਾ ਆ ਕੇ ਜਿਹੜਾ ਸੀਗਾ ਕਾਂਗੜ। ਤੇ ਕਾਂਗੜ ਨੇ ਮਾਝੇ ਵਾਲਿਆਂ ਤੇ ਗੁੱਸਾ ਕੱਢਿਆ। ਉਹਨੇ ਜਿਸ ਤਰੀਕੇ ਨਾਲ ਗੱਲ ਕੀਤੀ, ਕਹਿੰਦਾ ਦੇਖੋ ਜੀ ਮੈਨੂੰ ਬਿਜਲੀ ਮੰਤਰੀ ਬਣਾਇਆ, ਗੁਰਦਾਸਪੁਰ 'ਚ ਇੱਕ ਗਰੀਬ ਪਰਿਵਾਰ ਦਾ ਜਿਹੜੀ ਕਲੋਨੀ 'ਚ ਰਹਿੰਦੇ ਸੀ ਉੱਥੇ ਲਾਈਟ ਬੰਦ ਹੋ ਗਈ, ਰਾਤ ਨੂੰ 1 ਵਜੇ ਫੋਨ ਆਉਂਦਾ, ਮੈਂ 1 ਵਜੇ ਚੀਫ ਦੀ ਡਿਊਟੀ ਲਾਤੀ, ਮੈਂ ਕਿਹਾ ਜੀ ਆਪ ਤੁਰ ਕੇ ਉੱਥੇ ਜਾ ਕੇ ਅੱਧੇ ਘੰਟੇ 'ਚ ਮੈਨੂੰ ਲਾਈਟ ਚੱਲਦੀ ਚਾਹੀਦੀ। ਯਾਨੀ ਕਿ ਮਾਝੇ ਵਾਲਿਆਂ ਨੂੰ ਦੱਸਦਾ ਸੀ ਕਿ ਤੁਸੀਂ ਮੈਨੂੰ ਉਤਾਰਿਆ, ਸੁਧਰ ਜਾਓ, ਤੁਹਾਡੇ ਲਾਈਟ ਮੈਂ ਚੱਲਦੀ ਕਰਵਾਈ ਸੀ। ਯਾਨੀ ਕਿ ਉਹ ਇਹ ਕਹਿਣ ਦੀ ਕੋਸ਼ਿਸ਼ ਜਿਹੜੀ ਸੀ ਉਹ ਕਰ ਰਿਹਾ ਸੀਗਾ। ਹੁਣ ਗੱਲ ਤਾਂ ਮੁੱਕਦੀ ਇਹ ਆ ਕਿ ਦੇਖੋ ਜੋ ਮਰਜ਼ੀ ਕਹੇ ਕਾਂਗੜ ਤੇ ਜੋ ਮਰਜ਼ੀ ਕਹੇ ਰਾਣਾ ਗੁਰਮੀਤ ਸੋਢੀ। ਹੁਣ ਰਾਣਾ ਸੋਢੀ ਤੇ ਚੁੱਪ ਕਰਕੇ ਬੈਠਾ, ਹਾਲ ਦਵਾਈ ਤੇ ਦੋਵਾਂ ਨੇ ਪਾਈ ਆ ਨਾ। ਉਹ ਜਿਹੜਾ ਸੁੰਦਰ ਸ਼ਾਮ ਅਰੋੜਾ ਨਾ ਉਹ ਬਾਹਰ ਆਇਆ, ਉਹਨੇ ਵੀ ਕੋਈ ਗੱਲ ਨਹੀਂ ਕੀਤੀ ਹੈ। ਸਾਧੂ ਸਿੰਘ ਧਰਮਸੋਤ ਆ, ਉਹਨੇ ਵੀ ਕੋਈ ਗੱਲ ਨਹੀਂ ਕੀਤੀ ਹੈ। ਹੁਣ ਫਿਰ ਇਹਨਾਂ ਨੂੰ ਏਡੀ ਕਿੱਡੀ ਕਰੋ ਲੋੜ ਪੈ ਗਈ ਦੋ ਬੰਦਿਆਂ ਨੂੰ ਕਿ ਇਹਨਾਂ ਨੇ ਲਾਲਾ ਕਰਤੀ ਦੋ ਨੇ ਆ ਕੇ। ਹੁਣ ਕਹਿੰਦੇ ਕਿ ਸਾਡਾ ਕਸੂਰ ਦੱਸੋ ਕੀ ਆ। ਠੀਕ ਹੈ, ਤੁਸੀਂ ਲੱਖ ਗਣਾਈ ਜਾਓ, ਕੁਝ ਕਰੀ ਜਾਓ। ਮੈਂ ਪਹਿਲਾਂ ਕਿਹਾ ਕਿ ਦੇਖੋ ਹਾਈ ਕਮਾਂਡ ਦਾ ਫੈਸਲਾ ਸੀ, ਉਹਨਾਂ ਨੇ ਫੈਸਲਾ ਲੈ ਲਿਆ। ਇੱਕ ਬੰਨੇ ਤੁਸੀਂ ਕਹਿੰਦੇ ਅਸੀਂ ਹਾਈ ਕਮਾਂਡ ਦੇ ਪਈ, ਕਹਿੰਦਾ ਅਸੀਂ ਸਟੇਟ ਦੇ ਨਾਲ, ਸਾਡਾ ਨਵਜੋਤ ਸਿੱਧੂ ਨਾਲ ਕਹਿੰਦੇ ਕੋਈ ਵੈਰ ਵਿਰੋਧ ਨਹੀਂ, ਕੋਈ ਕੁਝ ਨਹੀਂ, ਸਾਡਾ ਚੰਨੀ ਨਾਲ ਕੋਈ ਵੈਰ ਵਿਰੋਧ ਨਹੀਂ, ਅਸੀਂ ਤਾਂ ਹਾਈ ਕਮਾਂਡ ਨੂੰ ਕਹਿ ਰਹੇ ਹਾਂ। ਔਰ ਮੈਂ ਪਹਿਲਾਂ ਵੀ ਤੁਹਾਨੂੰ ਸਟਾਰਟਿੰਗ 'ਚ ਕਹਿ ਕੇ ਹਟਿਆ, ਮੈਨੂੰ ਮੀਡੀਆ ਤੇ ਗੁੱਸਾ ਆਇਆ। ਉਹ ਮੀਡੀਆ ਜਦੋਂ ਆਫ ਦੀ ਕੈਮਰਾ ਮੇਰੇ ਨਾਲ ਗੱਲ ਕਰਦਾ ਰਿਹਾ ਤਾਂ ਮੈਨੂੰ ਕਹਿੰਦਾ ਸੀ ਭਾਜੀ ਸਾਡੀ ਨਾ ਇਹਦੇ ਨਾਲ ਜੋਟੀ ਤਾਂ ਬਹੁਤ ਆ, ਪਰ ਕੀ ਲੋਕਾਂ ਨੂੰ ਸ਼ਰਾਬ ਪਿਲਾ ਕੇ ਦੂਸਰਾ ਮਿਨਿਸਟਰੀ ਕੀਤੀ ਜਾਂਦੀ ਹੁੰਦੀ ਆ? ਹੈਂ, ਸ਼ਰਾਬ ਦੇ ਠੇਕੇ ਲੈਣੇ, ਮੰਤਰੀ ਕਾਹਦਾ? ਮੰਤਰੀ ਦਾ ਕੋਈ ਕੰਮ ਨਹੀਂ ਹੁੰਦਾ ਸ਼ਰਾਬ ਦੇ ਠੇਕੇ ਲੈਣੇ। ਪਰ ਕਿਸੇ ਨੇ ਸਵਾਲ ਨਹੀਂ ਕੀਤਾ ਕਿ ਕਾਨੂੰਨੀ ਤੌਰ ਦੇ ਉੱਤੇ ਜਦੋਂ ਮੁੱਖ ਮੰਤਰੀ ਅਸਤੀਫਾ ਦੇ ਗਿਆ, ਇਹਦਾ ਮਤਲਬ ਜਿਹੜੀ ਆ ਦੁਬਾਰਾ ਤੋਂ ਕੈਬਨਿਟ ਗਠਨ ਹੋਏਗੀ, ਉਸ ਵੇਲੇ ਕੋਈ ਵੀ ਮੰਤਰੀ ਨਹੀਂ ਰਿਹਾ, ਸਾਰੇ ਮੰਤਰੀ ਖਤਮ ਹੋ ਗਏ ਉਸੇ ਵੇਲੇ ਹੀ। ਠੀਕ ਆ, ਸਾਰੇ ਮੰਤਰੀਆਂ ਦੁਬਾਰਾ ਸਹੁੰ ਚੁੱਕੀਆਂ ਨਾ। ਜੇ ਕੋਈ ਮੰਤਰੀ ਇੰਡੀਵਿਜੂਅਲ ਦੇਵੇਗਾ ਅਸਤੀਫਾ ਤਾਂ ਉਹ ਦੇਵੇ, ਉਹ ਅਲੱਗ ਗੱਲ ਆ। ਉਹ ਮੁੱਖ ਮੰਤਰੀ ਕੋਲੇ ਜਾਣਾ, ਮੁੱਖ ਮੰਤਰੀ ਨੇ ਅਸਤੀਫਾ ਮਨਜ਼ੂਰ ਹੋਣ ਲਈ ਭੇਜਣਾ ਗਵਰਨਰ ਕੋਲੇ ਤੇ ਗਵਰਨਰ ਨੇ ਮਨਜ਼ੂਰ ਕਰ ਲੈਣਾ। ਜਦੋਂ ਮੁੱਖ ਮੰਤਰੀ ਦੇ ਗਿਆ ਅਸਤੀਫਾ ਤਾਂ ਤੁਸੀਂ ਕਾਹਦੇ ਮੰਤਰੀ ਆ? ਬੇਵਕੂਫ ਬਣਾਈ ਜਾਂਦੇ ਆ ਬੈਠੇ ਕਿ ਦੇਖੋ ਜੀ ਸਾਨੂੰ ਕਹਿ ਦਿੰਦੇ ਅਸੀਂ ਅਸਤੀਫਾ ਦਿੰਦੇ। ਉਹ ਅਸਤੀਫਾ ਤਾਂ ਕਿੱਥੇ, ਉਹ ਤੇ ਜਿੱਦਣ ਤੁਹਾਡਾ ਹੁਣ ਕੀ ਕਹਾਂ ਪੰਜਾਬੀ 'ਚ ਫਿਰ ਕਹੋਗੇ ਕਿ ਉਹ ਭਾਸ਼ਾ ਵਰਤਦੇ ਆ ਜਿਹਨੇ ਜਦੋਂ ਮਿਨਿਸਟਰ ਤੁਹਾਡਾ ਮੁੱਖ ਮੰਤਰੀ ਅਸਤੀਫਾ ਦੇ ਗਿਆ ਤੇ ਤੁਸੀਂ ਤਾਂ ਮੰਤਰੀ ਹੈ ਹੀ ਨਹੀਂ ਸੀਗੇ। ਉਹਨਾਂ ਨੇ ਕੀ ਇਕੱਲਾ ਤੁਹਾਨੂੰ ਕਿਹਾ ਆਹ ਜਿਹੜੇ ਬਾਕੀ ਦੇ ਲਏ ਆ, ਬ੍ਰਹਮਿੰਦਰਾ ਲਿਆ, ਮਨਪ੍ਰੀਤ ਬਾਦਲ ਲਿਆ, ਤ੍ਰਿਪਤ ਰਜਿੰਦਰ ਬਾਜਵਾ ਲਿਆ, ਅਰੁਣਾ ਚੌਧਰੀ ਆ, ਸੁੱਖ ਸਰਕਾਰੀਆ ਵਾ, ਚਲੋ ਰਾਣਾ ਗੁਰਜੀਤ ਤਾਂ ਪਹਿਲਾਂ ਪਿਆ ਸੀਗਾ, ਇਹਦਾ ਹੁਣ ਨਵੇਂ ਦੁਬਾਰਾ ਰਜੀਆ ਸੁਲਤਾਨਾ, ਵਿਜੇਂਦਰ ਸਿੰਗਲਾ ਤੇ ਭਾਰਤ ਭੂਸ਼ਣ ਆਸ਼ੂ, ਇਹ ਬੰਦੇ ਵੀ ਮੰਤਰੀ ਨਹੀਂ ਸੀਗੇ।
ਜੀ ਈਵਨ ਕਿ ਸੁੱਖੀ ਰੰਧਾਵਾ ਤੇ ਓਪੀ ਸੋਨੀ ਵੀ ਨਹੀਂ ਸੀ। ਹੁਣ ਉਹ ਜਦੋਂ ਮੁੱਖ ਮੰਤਰੀ ਨਹੀਂ ਰਿਹਾ ਤੇ ਉਹ ਚਲੇ ਗਿਆ। ਫਿਰ ਹੁਣ ਤੁਸੀਂ ਆ ਕੇ ਉਹੀ ਉਹ ਜਵਾਕਾਂ ਵਾਲੀ ਗੱਲ ਆ, ਘਰੋਂ ਹੁਣ ਪਿੱਟ ਰਹੇ ਆ ਕਿ ਮੈਂ ਪੇਪਰ ਮੈਨੂੰ ਫੇਲ ਕਿਉਂ ਕਰ ਦਿੱਤਾ। ਕੈਪਟਨ ਕੁਝ ਫੈਸਲੇ ਲੈ ਗਏ ਨੇ, ਜਿਹੜੀਆਂ ਬੀਬੀਆਂ ਨੂੰ ਰੋਡਵੇਜ਼ ਦੀਆਂ ਲਾਰੀਆਂ ਮੁਫਤ ਕੀਤੀਆਂ ਨੇ, ਤੇ ਉਹ ਕੋਈ ਫੈਕਟਰ ਸਰਕਾਰ ਦੇ ਹੱਕ 'ਚ ਭੁਗਤੇਗਾ ਥੋੜਾ ਬਹੁਤਾ? ਕਿਉਂਕਿ 3 ਤਲਾਕ ਦਾ ਜਿਹੜਾ ਮੁਸਲਮਾਨਾਂ ਦਾ ਮਾਮਲਾ ਸੀ, ਕਿਹਾ ਜਾਂਦਾ ਕਿ ਮੁਸਲਿਮ ਵੋਟ ਹਮਦਰਦੀ ਰੱਖਦੀ ਹੈ ਮਹਿਲਾ ਮੋਦੀ ਸਰਕਾਰ ਨਾਲ। ਹੁਣ ਜਿਹੜੀਆਂ ਬੀਬੀਆਂ ਨੂੰ ਇਹ ਮੁਫਤ ਸਹੂਲਤ ਮਿਲੀ ਆ, ਭਾਵੇਂ ਮਾਰਚ ਤੱਕ ਹੀ ਆ ਨਵੀਂ ਸਰਕਾਰ ਤੱਕ, ਪਰ ਜੇ ਨਵੀਂ ਸਰਕਾਰ ਇਸ ਨੂੰ ਬੰਦ ਕਰੇਗੀ ਉਹ ਸਰਕਾਰ ਨੂੰ ਇਹਦਾ ਵਿਰੋਧ ਝੱਲਣਾ ਪਏਗਾ। ਇਹ ਵੀ ਇੱਕ ਬਿਜਲੀ ਸਬਸਿਡੀ ਵਾਲਾ ਮਾਮਲਾ ਹੈ, ਮਤਲਬ ਸਰਕਾਰ ਨੇ ਹੱਕ ਹੀ ਝੋ ਲਿਆ, ਤੇ ਇਹ ਜਿਹੜੀ ਵੀ ਸਰਕਾਰ ਇਸ ਸਹੂਲਤ ਨੂੰ ਬੰਦ ਕਰੇਗੀ ਉਹਦਾ ਵਿਰੋਧ ਕਰਨਗੀਆਂ ਬੀਬੀਆਂ। ਕੈਪਟਨ ਗੇਮ ਲਾ ਗਿਆ ਜਾਂਦਾ। ਇਸ ਦੌਰਾਨ ਜੇ ਦੇਖਿਆ ਜਾਵੇ 5 ਮਹੀਨਿਆਂ ਦੇ ਦੌਰਾਨ 150 ਕਰੋੜ ਦੀ ਮੁਫਤ ਯਾਤਰਾ ਹੋ ਚੁੱਕੀ ਹੈ ਪੰਜਾਬ 'ਚ ਬੀਬੀਆਂ ਦੀ। ਅੰਦਾਜ਼ਨ 84 ਕਰੋੜ 60 ਲੱਖ ਰੁਪਈਆ ਤਾਂ ਪੰਜਾਬ ਰੋਡਵੇਜ਼ ਨੇ ਮੁਫਤ ਯਾਤਰਾ ਕਰਾਈ ਹੈ। 60 ਕਰੋੜ ਪੰਜਾਬ ਰੋਡਵੇਜ਼ ਨੇ, 84 ਕਰੋੜ ਹੈ ਜਿਹੜੀ ਉਹ PRTC ਨੇ ਕਰਵਾਈ ਹੈ। ਟੋਟਲ ਜਾਣੀ ਕਿ 30 ਕਰੋੜ ਰੁਪਈਆ ਮਹੀਨੇ ਦਾ ਜੇ ਇਹ ਦੇਖਿਆ ਜਾਵੇ। ਸੋ ਇਸ ਦੌਰਾਨ 30 ਕਰੋੜ ਮਹੀਨੇ ਦਾ ਹੋ ਗਿਆ ਤੇ 5 ਮਹੀਨਿਆਂ ਦਾ 150 ਕਰੋੜ ਦੀ ਮੁਫਤ ਯਾਤਰਾ ਹੋ ਗਈ ਹੈ। ਇਹ ਬੀਬੀਆਂ ਹੁਣ ਮੁਫਤ ਰੋਡਵੇਜ਼ ਦੀ ਬੱਸ 'ਚ ਚੜ੍ਹਦੀਆਂ ਨੇ ਤੇ ਇਹਦੇ 'ਚ ਪ੍ਰਾਈਵੇਟ ਬੱਸ ਮਾਲਕਾਂ ਨੂੰ ਵੀ ਅਸਰ ਪੈਂਦਾ ਹੈ। ਸੋ ਮਾਲਵਾ ਜ਼ੋਨ ਪ੍ਰਾਈਵੇਟ ਬੱਸ ਦੇ ਜਿਹੜੇ ਨੇ ਕਨਵੀਨਰ, ਉਹਨਾਂ ਦਾ ਕਹਿਣਾ ਸੀਗਾ ਕਿ ਬੀਬੀਆਂ ਹੁਣ ਜਦੋਂ ਰੋਡਵੇਜ਼ ਨੂੰ ਉਡੀਕਦੀਆਂ ਨੇ ਤੇ ਅਸੀਂ ਖੜੇ ਰਹਿ ਜਾਂਦੇ ਹਾਂ, ਤੇ ਇਸ ਕਰਕੇ ਨੁਕਸਾਨ ਉਹ 150 ਕਰੋੜ ਰੁਪਏ ਦਾ ਉਹਨਾਂ ਨੂੰ ਵੀ ਹੋ ਰਿਹਾ। ਚਾਹੇ ਤੇ ਉੱਧਰ ਬਹਿੰਦੀਆਂ ਸੀ, ਲੋਕਾਂ ਨੇ ਪੈਸੇ ਖਰਚਣੇ ਸੀ। ਹੁਣ ਐਡਾ ਵੱਡਾ ਘਾਟਾ ਬਾਈ ਜੀ ਇਹ ਝੱਲੂਗਾ ਕਿਵੇਂ? ਕੀ ਇਸ ਫ੍ਰੀ ਬੱਸ ਸੇਵਾ ਦਾ ਕੋਈ ਫਾਇਦਾ ਹੋਵੇਗਾ? ਜਿਸ ਦੌਰਾਨ ਇਹ ਮਤਲਬ ਔਰਤਾਂ ਨੂੰ ਇਹ ਸਹੂਲਤ ਮਿਲੀ ਹੈ, ਕਿਉਂਕਿ ਟੋਟਲ ਪੰਜਾਬ ਦੇ ਵਿੱਚ ਜੇ ਦੇਖਿਆ ਜਾਵੇ ਪੰਜਾਬ ਰੋਡਵੇਜ਼ ਅਤੇ ਪਨ ਬੱਸ ਦੇ ਵਿੱਚ 4 ਲੱਖ ਤੋਂ 4.5 ਲੱਖ ਤੱਕ ਯਾਤਰੀ ਰੋਜ਼ ਮਤਲਬ ਸਫ਼ਰ ਕਰਦੇ ਨੇ। ਐਵਰੇਜ 4 ਲੱਖ ਤੋਂ 4.5 ਲੱਖ, ਜਿਹਦੇ ਵਿੱਚ 1.5 ਲੱਖ ਬੀਬੀਆਂ ਨੇ ਜੋ ਮੁਫਤ ਵਾਲੀਆਂ ਨੇ। ਤੁਸੀਂ ਵੇਖੋ ਜੇ 4.5 ਲੱਖ ਚੋਂ 1.5 ਲੱਖ ਮੁਫਤ ਹੈ, ਤੁਸੀਂ ਵੇਖੋ ਕਿ 1/3 ਤੋਂ ਜ਼ਿਆਦਾ ਹੋ ਜਾਂਦਾ ਹੈ। ਤੇ ਇਹ ਮਤਲਬ ਸਹੂਲਤ ਦਾ ਕੀ ਅਸਰ ਰਹੇਗਾ? ਹੁਣ ਜਿਹੜੀ ਸਰਕਾਰ ਇਹਨੂੰ ਖੋਏਗੀ ਇਹ ਸਹੂਲਤ ਨੂੰ, ਬੀਬੀਆਂ ਦੇ ਬਾਅਦ ਵੀ ਬਹਿਣਗੀਆਂ। ਕੀ ਵੇਖਦੇ ਹੋ ਕਿ ਇਹ ਕੈਪਟਨ ਸਾਹਿਬ ਦਾ ਜਿਹੜਾ ਕੰਮ ਹੈ ਲੋਕੀ ਬੀਬੀਆਂ ਯਾਦ ਰੱਖਣਗੀਆਂ ਕਿ ਨਹੀਂ? ਜੀ ਨਹੀਂ, ਦੇਖੋ ਪਹਿਲੀ ਗੱਲ ਤੇ ਇਹ ਜਦੋਂ ਕੋਡ ਆਫ ਕੰਟੈਕਟ ਲੱਗ ਗਿਆ ਉਦੋਂ ਤਾਂ ਭਾਵੇਂ ਖੁੱਸ ਜਾ। ਪਹਿਲੀ ਗੱਲ ਤਾਂ ਉਦੋਂ ਵੀ ਨਹੀਂ ਖੁੱਸਣਾ, ਇਹ ਖੁੱਸੇਗਾ ਜਦੋਂ ਨਵੀਂ ਸਰਕਾਰ ਆਏਗੀ ਉਦੋਂ। ਕਿਹੜੀ ਬਣਦੀ ਕਿਹੜੀ ਨਹੀਂ ਇਹ ਉਦੋਂ ਤੱਕ ਤੇ ਨਹੀਂ ਉਹ ਖੁੱਸ ਸਕਦਾ। ਜਿਹੜਾ ਖੋਵੇਗਾ ਉਹ ਸਮਝੋ ਉਹਦੇ ਕੱਪੜੇ ਪਾਟਣਗੇ। ਵਾਲੀ ਗੱਲ ਹੋ ਜੂ। ਨਹੀਂ, ਅੱਜ ਮੈਂ ਇੱਕ ਵੀਡੀਓ ਦੇਖ ਰਿਹਾ ਸੀ, ਬੜੀ ਵਧੀਆ ਸੀ। ਮੰਤਰੀ ਨੇ ਨਾ ਕਹਿੰਦਾ ਜੀ ਵੀ BJP ਦਾ ਮੰਤਰੀ ਸੀਗਾ ਤੇ ਬੜੀ ਵਧੀਆ ਮਜ਼ਾਕ ਵਾਲੀ ਵੀਡੀਓ ਸੀਗੀ। ਤੇ ਉਹਨੇ ਨਾ ਇਲਾਕੇ 'ਚ ਫੋਨ ਲਾਤਾ, ਕਹਿੰਦਾ ਜੀ ਮੈਂ 5 ਪਿੰਡਾਂ ਦੀ ਨਾ ਆ ਰਿਹਾ, ਦੂਸਰਾ ਫੇਰੀ ਤੇ ਆ ਰਿਹਾ। ਉਹਨੇ ਅੰਦਰੋਂ PA ਨੂੰ ਆਵਾਜ਼ ਮਾਰੀ, ਕਹਿੰਦਾ ਵੀ ਜਲਦੀ ਕਰ, ਤਿਆਰੀ ਕਰ ਲਾ। PA ਨੇ ਕੀ ਕੀਤਾ ਜੀ, ਵੀ 5 ਕੁੜਤੇ ਪਜਾਮੇ ਲਿਆ ਕੇ ਮੋਹਰੇ ਰੱਖਤੇ। ਕਹਿੰਦਾ ਇਹ ਕਰਦੇ, ਕਹਿੰਦਾ ਜੀ 5 ਪਿੰਡਾਂ 'ਚ ਜਾਣਾ। ਕਿਸਾਨਾਂ ਨੇ ਆਪਣੇ ਵਿਰੋਧ ਦਾ ਐਲਾਨ ਕੀਤਾ ਹੋਇਆ ਤਾਂ ਹਰ ਪਿੰਡ 'ਚ ਇੱਕ ਕੁੜਤਾ ਪਜਾਮਾ ਪਾਟਣਾ। ਠੀਕ ਹੈ, ਇਹ ਕਹਿੰਦਾ ਤਾਂ ਕਰਕੇ ਮੈਂ 5 ਪਹਿਲਾਂ ਚੱਕ ਲਏ, ਜਦੋਂ ਨੰਗੇ ਹੋ ਗਏ ਤਾਂ ਉੱਥੋਂ ਪਾ ਕੇ ਦੂਜੇ ਪਿੰਡ ਨਿਕਲਣਾ ਪੈਣਾ ਵਾ, ਅਗਲੇ ਪਿੰਡ ਫੇਰ ਪਾਟਣਾ ਵਾ। ਜਿਵੇਂ ਗੱਲ ਸਹੀ ਹੈ, ਕਿਉਂਕਿ ਦੇਖੋ ਵੀਕਐਂਡ ਤੇ ਆਪਣਾ ਸੁਖਬੀਰ ਸਿੰਘ ਬਾਦਲ ਗੁਲਾਬੀ ਸੁੰਡੀ ਤੇ ਪੀੜਤ ਕਿਸਾਨਾਂ ਦਾ ਦੌਰਾ ਕਰਨ ਚਲੇ ਗਏ। ਉਹ ਰੁਲਦੂ ਸਿੰਘ ਵਾਲਾ ਪਿੰਡ ਚਲੇ ਗਿਆ, ਕਿਸਾਨਾਂ ਨੂੰ ਪਤਾ ਲੱਗ ਗਿਆ, ਉਹਨੇ ਪਹਿਲਾਂ ਹੀ ਲਾਲਾ ਕਰਤੀ, ਇਹਨਾਂ ਨੂੰ ਵਿਰੋਧ ਝੱਲਣਾ ਪਿਆ। ਉਦੋਂ ਬਾਅਦ ਫਿਰ ਕੱਲ੍ਹ ਹੈ ਜਿਹੜਾ ਇਹ ਸ਼ੇਖੂਪੁਰਾ ਜਾਂ ਹੋਰ ਪਿੰਡਾਂ ਦੇ ਵਿੱਚ ਤਲਵੰਡੀ ਸਾਬੋ ਇਲਾਕੇ ਦਾ ਆਖਿਰ ਗੁਲਾਬੀ ਸੁੰਡੀ ਦੇ ਦਰਸ਼ਨ ਕਰ ਆਏ। ਹੁਣ ਤਾਏ ਦੀ ਧੀ ਚੱਲੀ ਤੇ ਮੈਂ ਵੀ ਰਹਾਂ ਕਿਉਂ ਇਕੱਲੀ। ਸੋ ਉਧਰ ਆਮ ਆਦਮੀ ਪਾਰਟੀ ਵਾਲੇ ਜਿਹੜੇ ਪੰਜਾਬ ਕਿਸਾਨ ਸੈੱਲ ਵਾਲੇ ਨੇ, ਕੁਲਤਾਰ ਸਿੰਘ ਸੰਧਵਾਂ, ਬੀਬੀ ਬਰਜਿੰਦਰ ਕੌਰ, ਕਿਉਂਕਿ ਮਾਲਵੇ ਦੇ ਕਈ ਪਿੰਡਾਂ 'ਚ ਇਹਨਾਂ ਨੇ ਵੀ ਦੌਰਾ ਕੀਤਾ। ਤੇ ਇਹਦੇ 'ਚ ਹੁਣ ਚਰਨਜੀਤ ਸਿੰਘ ਚੰਨੀ ਵੀ ਕੱਲ੍ਹ ਐਤਵਾਰ ਨੂੰ ਸਹੁੰ ਚੁਕਾ ਕੇ ਉਹਨਾਂ ਨੇ ਵੀ ਦੌਰਾ ਕਰ ਲਿਆ ਕਈ ਪਿੰਡਾਂ ਦਾ। ਮਤਲਬ ਪਿੱਛੇ ਉਹ ਵੀ ਨਹੀਂ ਹਟੇ ਤੇ ਹਾਲਾਂਕਿ ਗਿਰਦਾਵਰੀ ਦਾ ਵੀ ਹੁਕਮ ਦਿੱਤਾ ਗੁਲਾਬੀ ਸੁੰਡੀ ਮਾਮਲੇ 'ਚ। ਸੋ ਇਸ ਕਰਕੇ ਗੱਲ ਤਾਂ ਤੁਹਾਡੀ ਪੱਕੀ ਹੈ ਕਿ ਭਾਈ ਜੇ ਉੱਧਰ ਨਹੀਂ ਤਾਂ ਉੱਧਰ ਵਿਰੋਧ ਤਾਂ ਕਿਤੇ ਨਾ ਕਿਤੇ ਹੋਣਾ ਹੀ ਹੈ। ਚਲੋ ਜੇ ਗੱਲ ਚੱਲੀ ਹੈ ਜੀ ਗੁਲਾਬੀ ਸੁੰਡੀ ਦੀ, ਆਪਾਂ ਨਿਬੇੜ ਹੀ ਦਈਏ, ਚਿੱਟੀ ਸੁੰਡੀ ਦੀ ਫੇਰ ਕਰ ਲਾਂਗੇ। ਤੇ ਚਰਨਜੀਤ ਸਿੰਘ ਚੰਨੀ ਚੀਫ ਮਿਨਿਸਟਰ ਨੇ ਸੁੰਡੀ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ, ਬਠਿੰਡੇ ਵੱਲ ਵੀ ਉਹ ਗੇੜਾ ਮਾਰਿਆ ਹੈ। ਤੇ ਇਸ ਦੌਰਾਨ ਨਿਰੀਖਣ ਉਹਨਾਂ ਨੇ ਖੁਦ ਜਾ ਕੇ ਮਤਲਬ ਉੱਥੇ ਕੀਤਾ ਫਸਲਾਂ ਦੇ ਵਿੱਚ। ਇਹ ਵੀ ਇੱਕ ਅੱਛੀ ਗੱਲ ਹੈ ਕਿ ਜਦੋਂ ਕੋਈ ਇਸ ਤਰ੍ਹਾਂ ਦੀ ਆਫਤ ਆਉਂਦੀ ਹੈ, ਅਗਰ CM
ਆਪ ਉੱਥੇ ਪੁੱਜਦੇ ਨੇ ਤੇ ਕਿਤੇ ਨਾ ਕਿਤੇ ਲੋਕਾਂ ਨੂੰ ਤਸੱਲੀ ਹੁੰਦੀ ਹੈ। ਸੋ ਮੰਡੀ ਕਲਾਂ ਮੇਰੇ ਖਿਆਲ ਇਹ ਚਰਨਜੀਤ ਭੁੱਲਰ ਹੋਰਾਂ ਦਾ ਪਿੰਡ ਹੈ, ਚੌਕੇ, ਇਹਨਾਂ ਪਿੰਡਾਂ 'ਚ ਉਹਨਾਂ ਨੇ ਦੌਰਾ ਵੀ ਕੀਤਾ, ਕਿਉਂਕਿ ਇਹ ਸਾਰੇ ਸਿਆਸਤਦਾਨ ਹੁਣ ਇਹਨਾਂ ਗੁਲਾਬੀ ਸੁੰਡੀਆਂ ਤੇ ਪੂਰੀ ਸਿਆਸਤ ਕਰ ਰਹੇ ਨੇ। ਤੇ ਇਹ ਠੀਕ ਹੈ ਕਿ ਇਹਨਾਂ ਨੇ ਮਤਲਬ ਮੁਆਵਜ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਸੁਖਬੀਰ ਬਾਦਲ ਤਾਂ ਕਹਿੰਦਾ ਸੀ ਇੰਨਾ ਮੁਆਵਜ਼ਾ ਦਿਓ, ਪਰ ਲੋਕਾਂ ਨੇ ਘੇਰ ਲੈ ਕੇ ਤੁਸੀਂ ਤਾਂ 8,000 ਦਿੱਤਾ ਸੀ, ਹੁਣ 24 ਕਿਉਂ ਮੰਗਦੇ ਹੋ? ਨਾ ਗੱਲ ਵੀ ਸਹੀ ਹੈ। ਥੋੜਾ ਜਿਹਾ ਇਹ ਜਿਹੜੀ ਕਪਾਹ ਦੀ ਸੁੰਡੀ ਤੇ ਗੱਲ ਕਰ ਲਈਏ, ਮੇਰੇ ਖਿਆਲ ਆਪਾਂ ਵਿੱਚ ਦੀ ਫਿਰ ਬਾਜ਼ਾਰ ਤੇ ਵੀ ਕਰ ਲਾਂਗੇ। ਦੇਖੋ ਗੱਲ ਇਹ ਆ ਕਿ 100 ਉਹਨਾਂ ਨੇ ਕੱਲ ਸ਼ਾਮੀ ਆ ਕੇ ਚੁਕਾਈ ਆ ਤੇ ਪਹਿਲਾਂ ਸਵੇਰੇ ਹੀ ਚਲੇ ਗਏ। ਇਸ ਮੁੱਖ ਮੰਤਰੀ ਦੀ ਇੱਕ ਗੱਲ ਰਹੀ ਹੈ, ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਨਾਲ ਆ, ਅਰਲੀ ਮਾਰਨਿੰਗ ਉੱਥੇ ਪਹੁੰਚ ਗਏ। ਠੀਕ ਹੈ, ਈਵਨ ਕਿ ਇੱਕ ਪਰਿਵਾਰ ਸੀ ਉਹਨਾਂ ਦੇ ਘਰੇ ਬੈਠ ਕੇ ਇਹਨਾਂ ਨੇ ਸਵੇਰੇ ਖਾਣਾ ਵੀ ਉੱਥੇ ਹੀ ਖਾਧਾ ਹੈ। ਉਸ ਤੋਂ ਪਹਿਲਾਂ ਇਹ ਖੇਤਾਂ 'ਚ ਚਲੇ ਗਏ। ਥੋੜੀ ਜਿਹੀ ਹਾਸੋਹੀਣੀ ਸਥਿਤੀ ਹੋਈ ਕਿ ਜਿਸ ਵਿਅਕਤੀ ਦਾ ਖੇਤ ਸੀ ਉਹਨੂੰ ਪੁਲਿਸ ਨਹੀਂ ਸੀ ਅੰਦਰ ਜਾਣ ਦੇ ਰਹੀ, ਉਹਨੇ ਰੌਲਾ ਰੱਪਾ ਪਾਇਆ ਤੇ ਫਿਰ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਨੇ ਕਿਹਾ ਕਿ ਨਹੀਂ ਉਹਨੂੰ ਆਉਣ ਦਿਓ। ਫਿਰ ਉਹਨੇ ਪੂਰੀ ਤਹਿ ਲਾਤੀ ਵਿੱਚੇ ਸਰਕਾਰ ਦੀ ਤੇ ਵਿੱਚੇ ਲਾਤੀ ਉਹਨੇ ਬਿਊਰੋਕ੍ਰੇਸੀ ਦੀ। ਠੀਕ ਹੈ, ਹਾਂ ਉਹਨੇ ਬੜੀ ਤਹਿ, ਖੈਰ ਉਹ ਬਣਦੀ ਵੀ ਸੀ, ਉਹਨੇ ਲਾਈ। ਉਹ ਕਹਿੰਦਾ ਜੀ ਮੁਆਵਜ਼ਾ ਜਿੰਨਾ ਮਰਜ਼ੀ ਦੇ ਦਿਓ, ਮੈਂ 57,000 ਨੂੰ ਇਹ ਜ਼ਮੀਨ ਠੇਕੇ ਤੇ ਲਈ ਹੋਈ ਆ, 8 ਮਹੀਨੇ ਮੈਨੂੰ ਮਰਦੇ ਨੂੰ ਹੋ ਗਿਆ ਤੇ ਮੇਰਾ ਸਾਰਾ ਕੁਝ ਉੱਜੜ ਗਿਆ। ਉਹ ਫਿਰ ਚਲੋ ਖੈਰ ਉਹ ਮੁਆਵਜ਼ਾ ਤਾਂ ਹੁਣ ਸਰਕਾਰ ਦੇਖੂਗੀ, ਉਹਨਾਂ 8 ਦੇਣਾ ਕਿ 10,000 ਦੇਣਾ। ਸੁਖਬੀਰ ਬਾਦਲ ਤਾਂ 40,000 ਦੀ ਗੱਲ ਕਰ ਆਇਆ, ਕਹਿੰਦਾ 40,000 ਪਰ ਏਕੜ ਦੇਣਾ ਬਣਦਾ। ਪੁੱਛੇ ਵੀ ਤੁਸੀਂ ਕਿੱਦਣ 40 ਦਿੱਤਾ? ਤੁਸੀਂ ਵੱਧ ਤੋਂ ਵੱਧ 8 ਦਿੱਤਾ ਸੀ। ਅੱਜ ਤੱਕ ਉਹਨਾਂ ਦੇ 10 ਸਾਲਾਂ 'ਚ ਇਹ ਰਿਕਾਰਡ ਆ, 8,000 ਤੋਂ ਵੱਧ ਕਿਤੇ ਵੀ ਮੁਆਵਜ਼ਾ ਜਿਹੜਾ ਉਹ ਪੂਰੇ ਪੰਜਾਬ 'ਚ ਨਹੀਂ ਮਿਲਿਆ ਹੋਇਆ। ਪਿੰਡ ਦਾ ਨਾਂ ਵੀ ਕਟਾਰ ਸਿੰਘ ਵਾਲਾ ਸੀ ਤੇ ਬਲਵਿੰਦਰ ਸਿੰਘ ਖਾਲਸਾ ਨੇ ਕਟਾਰ ਹੀ ਚੱਕ ਲਈ ਫਿਰ। ਹਾਂਜੀ, ਪਰ ਉਹ ਗੱਲ ਠੀਕ ਵੀ ਸੀ, ਬਿਊਰੋਕ੍ਰੇਸੀ ਧੱਕਾ ਵੀ ਕਰਦੀ ਆ। ਉਹ ਮੁੱਖ ਮੰਤਰੀ ਇੱਕ ਗੱਲ ਤਾਂ ਕਹਿ ਕੇ ਆਇਆ ਕਿ ਕਹਿੰਦਾ ਦੇਖੋ ਗੱਲ ਇਹ ਆ ਕਿ ਇੱਕ ਨਜਾਇਜ਼ ਗਰਦੌਰੀ ਕਿਸੇ ਦੀ ਨਹੀਂ ਹੋਊਗੀ, ਜਿਹਦਾ ਨੁਕਸਾਨ ਹੋਇਆ ਉਹਦੀ ਗਰਦੌਰੀ ਹੋਏਗੀ, ਜੇ ਦੂਜੀ ਕਿਸੇ ਦੀ ਹੋਈ ਤੇ ਮੈਂ ਟੰਗ ਦੇਣਾ, ਮੈਂ ਨਹੀਂ ਛੱਡਣਾ ਕਿਸੇ ਨੂੰ। ਅਗਲੀ ਗੱਲ, ਜਿਹੜਾ ਮੁਆਵਜ਼ਾ ਉੱਪਰੋਂ ਆਇਆ ਸਿੱਧਾ ਉਹਨਾਂ ਨੂੰ ਚੈੱਕ ਕੱਟ ਕੇ ਦਿੱਤਾ ਜਾਊਗਾ। ਜੇ ਕੋਈ ਵਿਚੋਲੀਆ ਵਿਚਾਲੇ ਪੈ ਗਿਆ ਤਾਂ ਫਿਰ ਉਹ ਆਪਣਾ ਆਪ ਸੋਚ ਲੈ। ਖੈਰ ਉਹ ਗੱਲਾਂ ਤਾਂ ਬੜੀਆਂ ਸਪਸ਼ਟ ਕੀਤੀਆਂ ਨੇ, ਪਰ ਆਪਾਂ ਨੂੰ ਬਿਲਕੁਲ ਦੇਖੋ, ਭਾਵੇਂ ਦੇਖੋ ਇਲੈਕਸ਼ਨ ਈਅਰ ਹੈ, ਮਹੀਨੇ ਦੇ 4 ਰਹਿ ਗਏ ਨੇ, ਵੈਸੇ ਫਿਰ ਵੀ ਸਾਰੇ ਸਿਆਸਤਦਾਨ ਅਗਰ ਏਦਾਂ ਵਿਚਰਦੇ ਨੇ ਤਾਂ ਕਿਤੇ ਨਾ ਕਿਤੇ ਬਿਊਰੋਕ੍ਰੇਸੀ ਵੀ ਜਿਹੜੀ ਸੁਚੇਤ ਰਹਿੰਦੀ ਹੈ। ਜੇ ਖੇਤੀਬਾੜੀ ਵਿਭਾਗ ਵੱਲੋਂ ਕੋਈ ਸਲਾਹ ਦੇਣ ਤੋਂ ਘੋਲ ਹੋਈ ਆ, ਜਾਂ ਜਿਹੜਾ ਖਾਸ ਕਰਕੇ ਸੁਰਿੰਦਰ ਵੀਰ ਨਕਲੀ ਪੈਸਟੀਸਾਈਡ, ਨਕਲੀ ਬੀਜ ਵਿਕ ਰਿਹਾ, ਉਹ ਵੀ ਇੱਕ ਵੱਡੀ ਸਮੱਸਿਆ ਹੈਗੀ ਹੈ। ਸੋ ਸਰਕਾਰਾਂ ਜੇ ਮੌਕੇ ਤੇ ਇਸ ਤਰ੍ਹਾਂ ਦੀ ਪਹਿਰੇਦਾਰੀ ਕਰਨ, ਕਿਉਂਕਿ ਇਹ ਕੋਈ ਆਸਾਨ ਨਹੀਂ ਕਰਦੀਆਂ। ਜੇ ਚੰਨੀ ਸਾਹਿਬ ਆਏ ਨੇ, ਵਧਾਈ ਦੇ ਪਾਤਰ ਨੇ, ਪਰ ਇਹਨਾਂ ਦੀ ਇਹ ਜੋਬ ਹੈ, ਇਹਨਾਂ ਨੂੰ ਚੌਪਰ ਤੱਕ ਮਿਲੇ ਹੋਏ ਨੇ, ਹੋਰ ਇਹ ਕਾਹਦੇ ਵਾਸਤੇ ਇਹਨਾਂ ਨੂੰ ਇੰਨੀਆਂ ਸਹੂਲਤਾਂ ਨੇ। ਜੇ ਇਸ ਤਰ੍ਹਾਂ ਦੀ ਕੋਈ ਆਫਤ ਆਉਂਦੀ ਹੈ ਤੇ ਤੁਸੀਂ ਉੱਥੇ ਸਰਵੇ ਕਿਉਂ ਨਹੀਂ ਕਰਦੇ? ਬਾਲੇ ਲਾਮ ਲਸ਼ਕਰ ਦੀ ਵੀ ਲੋੜ ਨਹੀਂ, ਤੇ ਤੁਸੀਂ ਉੱਥੇ ਜਾ ਕੇ ਵਿਜ਼ਿਟ ਕਰੋ, ਭਾਵੇਂ ਇੱਕ ਵਜ਼ੀਰ ਜਾਵੇ, CM ਖੁਦ ਜਾਣ, ਬਾਲੇ ਤਾਮ ਝਾਮ ਦੀ ਵੀ ਜ਼ਰੂਰਤ ਨਹੀਂ ਹੈ ਨਾ, ਜ਼ਿਆਦਾ ਸਿਕਿਉਰਿਟੀ ਲਾ ਕੇ ਵੀ ਕੋਈ ਫਾਇਦਾ ਨਹੀਂ। ਸੋ ਇਸ ਕਰਕੇ ਹੋਣਾ ਚਾਹੀਦਾ, ਜਿਹੜਾ ਇਹ ਕਰ ਰਹੇ ਨੇ ਕਰਨਗੇ ਤੇ ਬਿਹਤਰ ਰਹਿਣਗੇ ਤੇ ਲੋਕਾਂ ਦੇ ਵਿੱਚ ਇਹਦਾ ਪੋਜ਼ਿਟਿਵ ਰੁਝਾਨ ਵੀ ਚੱਲ ਜਾਏਗਾ। ਜੀ, ਇੱਕ ਤੁਸੀਂ ਟੋਟਕਾ ਆਫ ਦੀ ਈਅਰ ਸੁਣਾਉਂਦੇ ਸੀ, ਚਿੱਟੀ ਸੁੰਡੀ ਵਾਲੇ, ਗੁਲਾਬੀ ਸੁੰਡੀ ਵਾਲੇ, ਉਹ ਵੀ ਸੁਣਾ ਦਿਓ। ਨਹੀਂ, ਉਹ ਮੈਂ ਦੱਸਦਾ ਵੀ ਉਹ ਹੁਣ ਉਹਦਾ ਬੜਾ ਵਧੀਆ ਪਿਆ ਹੋਇਆ ਵੀ ਚਿੱਟੀ ਸੁੰਡੀ ਕਿਹਨੇ ਲਿਆਂਦੀ। ਹੁਣ ਸਭ ਤੋਂ ਵੱਧ ਪੱਠਾ ਐਗਰੀਕਲਚਰ ਡਿਪਾਰਟਮੈਂਟ ਦਾ ਬੈਠਦਾ। ਮੈਂ ਵਾਰ-ਵਾਰ ਕਹਿਣਾ ਹੁੰਦਾ ਕਿ ਮੈਂ ਪੈਸਟੀਸਾਈਡਸ ਕਿੱਥੇ ਬਣਦੀ, ਕਿੱਦਾਂ ਬਣਦੀ, ਟੈਕਨੀਕਲ ਕਿੱਥੋਂ ਦਾ, ਸੋਲਵੈਂਟ ਕਿੱਥੋਂ ਦਾ, ਕਿਸ ਤਰ੍ਹਾਂ ਸੋਲਵੈਂਟ ਦੀ ਜਗ੍ਹਾ ਉੱਤੇ ਕੈਰੋਸੀਨ ਪਾਇਆ ਜਾਂਦਾ, ਕੀ ਕੁਛ ਕਰਦੇ ਆ, ਉਹ ਕੜੀ ਕੀ ਘੋਲਦੇ ਆ, ਮੈਂ ਸਾਰਾ ਕੁਛ ਦੇਖਿਆ ਹੋਇਆ, ਅੱਖੀਂ ਦੇਖਿਆ ਹੋਇਆ। ਹੁਣ ਗੱਲ ਤਾਂ ਸਭ ਤੋਂ ਵੱਡੀ ਹੈ ਕਿ ਪਹਿਲਾਂ ਬੀਜ ਮਾੜੇ ਦਿੱਤੇ ਆ, ਬੀਜ ਦਾ ਪ੍ਰਬੰਧ ਕਿਹਨੇ ਕਰਨਾ? ਐਗਰੀਕਲਚਰ ਡਿਪਾਰਟਮੈਂਟ, ਐਗਰੀਕਲਚਰ ਯੂਨੀਵਰਸਿਟੀ ਦੀ ਡਿਊਟੀ ਲਾਵੇ, ਉਹਨਾਂ ਕੋਲ ਹਜ਼ਾਰਾਂ ਏਕੜ ਫਾਰਮ ਪਏ ਆ, ਕਿਉਂ ਨਹੀਂ ਉੱਥੇ ਬੀਜ ਤਿਆਰ ਹੁੰਦੇ ਵੀ? ਜਿਹੜਾ ਬੀਜ ਕਿਸਾਨ ਨੂੰ ਚਾਹੀਦਾ। ਦੂਸਰੀ ਗੱਲ, ਜਿਹੜੇ ਵੱਡੇ ਕਿਸਾਨ ਆ ਉਹਨਾਂ ਕੋਲ ਤੁਸੀਂ ਬਿਜਾਈ ਕਰਾ ਲਓ, ਬਿਜਾਈ ਕਰਾ ਕੇ ਉੱਥੋਂ ਬੀਜ ਸਪਲਾਈ ਕਰੇ। ਕਿਉਂ ਨਹੀਂ ਕਰਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ? ਸਿਰਫ 2 ਮੇਲੇ ਹੀ ਲਾਉਣੇ ਸਾਲ ਦੇ ਵਿੱਚ, ਇੱਕ ਹਾੜੀ ਦੇ ਦੀ, ਇੱਕ ਸੌਣੀ ਲਈ ਲਾ ਤਾ, ਗੱਲ ਖਤਮ। ਬੀਜ ਮਹਿੰਗੇ, ਕਿਸੇ ਨੂੰ 20 ਕਿਲੋ ਦੇ ਦਿੱਤਾ, ਕਿਸੇ ਨੂੰ 50 ਕਿਲੋ ਦੇ ਦਿੱਤਾ ਤੇ ਗੱਲ ਖਤਮ ਕਰਤੀ। ਇਹਦੇ ਨਾਲ ਗੱਡੀ ਥੋੜੀ ਚੱਲਦੀ ਆ। ਪਹਿਲਾਂ ਤਾਂ ਬੀਜਾਂ ਦਾ ਪੂਰਾ ਪ੍ਰਬੰਧ ਨਹੀਂ ਤੁਹਾਡੇ ਕੋਲ, ਸਟੇਟ ਨੂੰ ਜੋ ਕੁਝ ਚਾਹੀਦਾ, ਚਾਹੇ ਉਹ ਸੂਰਜਮੁਖੀ ਦਾ ਹੋਵੇ, ਚਾਹੇ ਉਹਦਾ ਆਲੂ, ਤਾਂ ਇੱਥੋਂ ਤੱਕ ਹੁਣ ਆਲੂ ਆ, ਆਲੂ ਹਰ ਬੰਦਾ ਆਪਣੇ ਲੈਵਲ ਤੇ ਲਾਉਂਦਾ। ਮੈਂ ਮਟਰ ਦਾ ਬੀਜ ਤੁਹਾਨੂੰ ਦੱਸਿਆ, ਮਟਰ ਦਾ ਬੀਜ ਜਿਹੜਾ ਉਹ ਸਾਰੇ ਦਾ ਸਾਰਾ ਸਪਲਾਈ ਕਿੱਥੋਂ ਹੁੰਦਾ? ਜਲੌਨ ਤੋਂ ਜਾਂ ਔਰਈ ਤੋਂ। ਜ਼ਿਲ੍ਹਾ ਜਲੌਨ, ਹੈੱਡ ਆਫਿਸ ਉਹਦੇ ਸਾਰੇ ਔਰਈ 'ਚ ਆ।
ਕਿਉਂਕਿ ਜਦੋਂ ਝਾਂਸੀ ਤੋਂ ਜਾਈਦਾ ਕਾਨਪੁਰ ਨੂੰ ਤੇ ਅਰਾਈ ਜਿਹੜਾ ਉਸ ਰੋਡ ਦੇ ਉੱਤੇ ਪੈਂਦਾ। ਹੁਣ ਉਹ ਦੋਨੋਂ ਜਗ੍ਹਾ ਦੇ ਉੱਤੇ ਉਹ ਉੱਥੇ ਬੈਠੇ ਆ ਲੋਕ, ਉਹਨਾਂ ਦਾ ਹੋਲਡ ਆ ਉਸ ਪੂਰੇ ਏਰੀਏ 'ਚ, ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼। ਇੰਡੀਆ 'ਚ ਨਹੀਂ, ਅਸੀਂ ਤਾਂ ਇੱਕ ਦੋ ਵਾਰੀ ਉੱਥੋਂ ਟਰੱਕ ਲੋਡ ਕਰਾਇਆ ਸੁਰਿੰਦਰ ਵੀਰ, ਉਹ ਮਤਲਬ ਬੰਗਲਾਦੇਸ਼ ਤੱਕ ਮਤਲਬ ਉਹ ਬੀਜ ਇੱਥੋਂ ਸਪਲਾਈ ਜਾਂਦਾ, ਮਤਲਬ ਦੂਸਰੀ ਕੰਟਰੀ ਦੇ ਵਿੱਚ ਵੀ ਉਹਨਾਂ ਦਾ ਲਾਰਜ ਸਕੇਲ ਤੇ। ਨਹੀਂ ਉਹ ਮੈਂ ਉਹਦੇ ਨਾਲ ਸਹਿਮਤ ਹਾਂ। ਉੱਥੋਂ ਜਿਹੜਾ ਬੀਜ ਆਉਂਦਾ ਨਾ ਮਟਰ ਦਾ, ਉਹ 4 ਕਿਸਮ ਦਾ, 4 ਕਿਸਮਾਂ ਦਾ, ਪਹਿਲਾਂ ਤਾਂ 2 ਹੀ ਆਉਂਦੇ ਸੀਗੇ, ਦੂਸਰਾ P3 ਤੇ P6 ਹੀ ਆਉਂਦਾ ਸੀਗਾ, ਹੁਣ 4 ਕਿਸਮ ਦਾ ਆਉਂਦਾ। ਉਹਦਾ ਇਹ ਹੈ ਕਿ ਜਿਹੜਾ ਬੀਜ ਉਸ ਧਰਤੀ 'ਚੋਂ ਤਿਆਰ ਹੁੰਦਾ ਉਹਦਾ ਨਿਕਾਸ ਇੱਥੇ ਜ਼ਿਆਦਾ ਨਿਕਲਦਾ, ਜਿਹੜਾ ਇੱਥੇ ਲੋਕਲ ਬੀਜ ਸਾਡੇ ਤਿਆਰ ਕੀਤਾ ਜਾਂਦਾ ਉਹਦਾ ਨਿਕਾਸ ਘੱਟ ਆ। ਈਵਨ ਕਿ ਤੁਸੀਂ ਜਿਹੜਾ ਬਰੇਲੀ ਤੋਂ ਬੀਜ ਲੈ ਲਓ, ਜਿਹੜਾ ਬਰੇਲੀ ਤੋਂ, ਉਹ ਵੀ ਤਾਂ ਉੱਤਰ ਪ੍ਰਦੇਸ਼ ਦਾ ਏਰੀਆ, ਲੇਕਿਨ ਬਰੇਲੀ ਵਾਲੇ ਦਾ ਨਿਕਾਸ ਘੱਟ ਜਾਂਦਾ ਆ ਕੇ ਇੱਥੇ, ਇਹ ਵੀ ਪ੍ਰੋਬਲਮ ਆਉਂਦੀ ਆ। ਠੀਕ ਹੈ, ਹੁਣ ਇੱਥੇ ਕੀ ਹੈ ਕਿ ਚਲੋ ਇਹ ਚੀਜ਼ ਨੂੰ ਛੱਡ ਦਿਓ, ਆਲੂ ਦਾ ਸੀਡ ਜਿਹੜਾ ਉਹ ਸਾਰਾ ਦੁਆਬੇ 'ਚ ਤਕਰੀਬਨ ਤਿਆਰ ਹੁੰਦਾ, ਦੁਆਬੇ ਤੋਂ ਸਪਲਾਈ ਹੁੰਦੀ ਆ ਪੂਰੇ ਪੰਜਾਬ ਨੂੰ ਤੇ ਹਰਿਆਣੇ ਨੂੰ ਜਿੰਨੀ ਜਾਂਦੀ ਉਹ ਦੁਆਬੇ ਤੱਕ, ਬੰਗਾਲ ਤੱਕ ਇਹ ਸਾਰੀ ਸਪਲਾਈ ਇੱਥੋਂ ਜਾਂਦੀ ਆ। ਰਮਨ ਸਿੱਕੀ ਹੋਰਾਂ ਦੇ, ਸੰਘਾ ਫਾਰਮਰ ਵਾਲਿਆਂ ਦੇ ਬਹੁਤ ਮਤਲਬ ਇੰਟਰਨੈਸ਼ਨਲ ਪੱਧਰ ਤੱਕ ਇਹਨਾਂ ਦਾ ਹੋ ਗਿਆ ਸਾਰਾ ਸਿਲਸਿਲਾ। ਹਾਂ, ਮਤਲਬ ਇਹ ਦੇਖੋ ਹੁਣ ਉਹਦੇ ਬਾਅਦ ਮਾਰ ਕਿੱਥੇ ਪੈ ਰਹੀ ਆ? ਮਾਰ 2 ਚੀਜ਼ਾਂ 'ਚ ਪੈ ਰਹੀ ਆ। ਪਹਿਲਾਂ ਗਲਤ ਤੁਸੀਂ ਦੇਤਾ, ਬੀਜ ਗਲਤ ਮਿਲ ਗਿਆ। ਦੂਸਰੀ ਗੱਲ, ਬੀਜ ਤੋਂ ਬਾਅਦ ਜਿਹੜੀ ਪੈਸਟੀਸਾਈਡ ਜਾਲੀ ਆ ਗਈ, ਉਹ ਪੱਠਾ ਬਿਠਾ ਦਿੰਦੀ ਆ। ਹੁਣ ਉੱਥੇ ਕੀ ਕੀਤਾ, ਇੱਕ ਤਾਂ ਮੁੱਖ ਮੰਤਰੀ ਵਧੀਆ ਕੱਲ੍ਹ ਐਲਾਨ ਕਰ ਆਇਆ ਕਿ ਕਹਿੰਦਾ ਜੀ ਦੇਖੋ ਅਸੀਂ ਪੈਸਟੀਸਾਈਡ ਜਿਹੜੀ ਫ੍ਰੀ ਆਫ ਕਾਸਟ ਦਿਆਂਗੇ, ਸਰਕਾਰ ਉਹਦਾ ਖਰਚਾ ਚੱਕੇਗੀ। ਕੱਲ ਕੁਝ ਪਹੁੰਚ ਵੀ ਗਈ ਆ, ਪਤਾ ਨਹੀਂ 5000 ਏਕੜ ਦੀ ਪਹੁੰਚੀ ਆ, ਤੇ ਕਹਿੰਦਾ ਸੀ ਬਾਕੀ ਅਸੀਂ 2 ਦਿਨਾਂ 'ਚ ਪਹੁੰਚਾ ਕੇ ਜਿੰਨੀ ਵੀ ਬਚ ਸਕੀ ਓਨੀ ਫਸਲ ਬਚਾਵਾਂਗੇ, ਵੀ ਚਲੋ ਜੇ ਪੂਰੀ ਨਹੀਂ ਬਚਦੀ ਅੱਧੀ ਬਚੇ ਪਰ ਮੁਆਵਜ਼ਾ ਅਸੀਂ ਦਿਆਂਗੇ। ਚਲੋ ਇਹ ਚੰਗੀ ਗੱਲ ਆ, ਪਰ ਉਹ ਲੋਕ ਕਿਸਾਨਾਂ ਨੇ ਮੰਗ ਕੀਤੀ, ਉਹ ਕਹਿੰਦੇ ਜੀ ਪੈਸਟੀਸਾਈਡ ਨੂੰ ਸਰਕਾਰ ਆਪਣੇ ਹੱਥ 'ਚ ਲੈ ਲਵੇ, ਭਾਵੇਂ ਪ੍ਰਾਈਵੇਟ ਫਾਰਮ ਤੋਂ। ਹੁਣ ਪਰਮਿੰਦਰ ਉੱਤੇ ਕੀ ਆ, ਮੈਂ ਦੇਖਿਆ ਜਿਹੜੀ ਕੰਪਨੀ ਨੂੰ 70 ਜਾਂ 80 ਰੁਪਏ 'ਚ 1 ਲੀਟਰ ਤਿਆਰ ਹੁੰਦੀ, ਉਹਦਾ ਫੀਲਡ ਦਾ, ਉਹਦੇ ਹੈੱਡ ਆਫਿਸ ਦਾ, ਤੇ ਜਿਹੜਾ ਫਾਰਮੂਲੇਸ਼ਨ ਪਲਾਂਟ ਕਹਿੰਦੇ ਆ ਜਿੱਥੇ ਇਹ ਤਿਆਰ ਹੁੰਦੀ ਆ, ਉਹਦੇ ਸਾਰੇ ਖਰਚੇ ਕੱਢ ਕੇ ਜੇ 70 80 ਜਾਂ 100 ਰੁਪਏ 'ਚ ਜਿਹੜਾ 1 ਲੀਟਰ ਪੈਂਦਾ, ਕਿਉਂਕਿ ਜਦੋਂ ਹੁਣ ਖਰਚੇ ਕੱਢਣੇ ਆ, ਭਾਵੇਂ ਤੁਸੀਂ 20 ਲੀਟਰ ਵਾਲੀ ਪੈਕਿੰਗ ਲਓ, ਭਾਵੇਂ 10 ਵਾਲੀ, ਭਾਵੇਂ 5 ਵਾਲੀ, ਤੇ ਭਾਵੇਂ 2 ਲੀਟਰ ਵਾਲੀ, ਭਾਵੇਂ ਲੀਟਰ ਆ ਤੇ ਭਾਵੇਂ ਅੱਧਾ ਲੀਟਰ ਆ, ਉਹ ਸਾਰੇ ਦੀ ਜੋ ਤੁਸੀਂ ਐਵਰੇਜ ਕੱਢੋਗੇ ਤਾਂ ਉਹ ਜਿਹੜੀ ਚੀਜ਼ ਤੁਹਾਨੂੰ 70 80 ਜਾਂ 100 ਰੁਪਏ ਦੀ ਪੈਂਦੀ ਆ, ਉਹਨੂੰ ਜਦੋਂ ਤੁਸੀਂ 800 ਦੀ ਵੇਚੋਗੇ ਤੇ ਫਿਰ ਉਹ ਮਾਰਜਨ ਕਿੱਥੇ ਜਾਣਾ? ਇਹ ਚੀਜ਼ਾਂ ਮਾਰ ਰਹੀਆਂ ਨੇ ਕਿਸਾਨ ਨੂੰ। ਦੂਸਰੀ ਗੱਲ, ਉਹ ਨਕਲੀ ਆ, ਇਹ ਵੱਡੀ ਸਮੱਸਿਆ। ਹੁਣ ਉਹ ਜਿਨ੍ਹਾਂ ਦੀਆਂ ਨਕਲੀ ਸੀ ਉਹਨਾਂ ਦੀਆਂ 5-5 ਫੈਕਟਰੀਆਂ ਲੱਗ ਗਈਆਂ, ਉਹਦੇ 'ਚ ਨਾ ਤਾਂ ਦੂਸਰਾ ਸਰਕਾਰ ਜਾਗ ਰਹੀ ਆ, ਨਾ ਇਹਦਾ। ਵੈਸੇ ਦੇਖੋ, ਭਾਵੇਂ ਸੁਖਬੀਰ ਦਾ ਆਪਾਂ ਜਸਟੀਫਾਈ ਨਹੀਂ ਕਰਦੇ, ਮਤਲਬ ਜਿਵੇਂ ਇਹਨਾਂ ਦਾ ਡਰਾਮਾ ਲਾ ਲਓ ਜਾਂ ਕੁਛ ਵੀ ਲਾ ਲਓ, ਮਤਲਬ ਜਿਵੇਂ ਇਹ ਪਰਸੋਂ ਚਲੋ ਉੱਥੇ ਗਏ ਸੀਗੇ ਰੁਲਦੂ ਸਿੰਘ ਵਾਲਾ, ਲੋਕਾਂ ਨੇ ਵਿਰੋਧ ਕੀਤਾ, ਚਲੋ ਉੱਥੋਂ ਨਿਕਲ ਗਏ, ਪੁਲਿਸ ਵੀ ਪਹੁੰਚੀ। ਕੱਲ ਸੁਖਬੀਰ ਬਾਦਲ ਨੇ ਜਿਹੜੇ ਉਹ ਹੋਰ ਪਿੰਡਾਂ 'ਚ, ਕਿਉਂਕਿ ਇਹਨਾਂ ਦਾ ਆਪਣੇ ਇਲਾਕੇ ਨੇ, ਵਿਚਰਨਾ ਪੈਣਾ, ਹਰਸਿਮਰਤ ਬਾਦਲ ਦੇ ਇਲਾਕੇ ਨੇ, ਇਹ ਮਾਨਸਾ ਵਗੈਰਾ, ਤੇ ਉਧਰ ਆਮ ਆਦਮੀ ਪਾਰਟੀ। ਜਦੋਂ ਵਿਰੋਧੀ ਪਾਰਟੀਆਂ ਖੇਤਾਂ 'ਚ ਜਾ ਕੇ ਨਿਰੀਖਣ ਕਰਨ ਲੱਗ ਪਈਆਂ, ਕਿਸਾਨਾਂ ਦੀ ਸਾਰ ਲੈਣ ਲੱਗ ਪਈਆਂ, ਤਾਂ ਸੱਤਾਧਾਰੀ ਸਰਕਾਰ ਦੀ ਵੀ ਇਹ ਮਤਲਬ ਗਲੇ ਦੀ ਹੱਡੀ ਬਣ ਗਿਆ। ਜੇ ਹੁਣ ਸੁਖਬੀਰ ਬਾਦਲ ਜਾਂ ਕੁਲਤਾਰ ਸਿੰਘ ਸੰਧਵਾਂ ਇਹ ਕਿਸਾਨਾਂ ਦੇ ਖੇਤਾਂ 'ਚ ਨਾ ਜਾਂਦੇ ਤਾਂ ਸਰਕਾਰ ਨੇ ਵੀ ਬੋਦਰ ਨਹੀਂ ਸੀ ਕਰਨਾ। ਸੋ ਇਸ ਕਰਕੇ, ਕਿਉਂਕਿ ਭਾਵੇਂ ਵੋਟ ਬੈਂਕ ਦੀ ਰਾਜਨੀਤੀ ਹੈ ਤੇ ਭਾਵੇਂ ਮੌਕੇ ਦੀ ਹਮਦਰਦੀ ਹੈ, ਸੋ ਇਸ ਕਰਕੇ ਇਹ ਤਾਂ ਹੀ ਚੰਨੀ ਹੋ ਰਹੀ, ਸਾਰੇ ਇਹਨਾਂ ਨੇ ਚੁੱਪ ਚਪੀਤੇ ਉੱਥੇ ਬਠਿੰਡੇ ਇਲਾਕੇ ਦਾ ਗੇੜਾ ਤਾਰਸੋਂ ਵਾਲੇ ਦਾ ਜਾਂ ਹੋਰਾਂ ਪਿੰਡਾਂ ਦਾ ਮਾਰਿਆ, ਕਿਉਂਕਿ ਕਿਸਾਨਾਂ ਨੇ ਵੀ ਉਹ ਕਹਿ ਦਿੱਤਾ ਕਿ ਜੇ 3 ਤਰੀਕ ਤੱਕ ਮੁਆਵਜ਼ਾ ਨਾ ਮਿਲਿਆ ਤਾਂ ਅਸੀਂ ਰੋਸ ਪ੍ਰਦਰਸ਼ਨ ਦੇ ਵਿੱਚ, ਸੁਖਬੀਰ ਨੇ ਵੀ ਕਹਿ ਦਿੱਤਾ ਕਿ ਮੈਂ ਬੈਠਾਂਗਾ ਆ ਕੇ। ਸੋ ਇਸ ਕਰਕੇ ਆਪੋਜੀਸ਼ਨ ਭਾਵੇਂ ਕੋਈ ਵੀ ਹੈ, ਜੇ ਆਪੋਜੀਸ਼ਨ ਪਹਿਰੇਦਾਰੀ ਸਹੀ ਤਰ੍ਹਾਂ ਕਰਦੀ ਹੈ ਤਾਂ ਸੱਤਾਧਾਰੀ ਸਰਕਾਰ ਦੀ ਵੀ ਸੁਰਤ ਟਿਕਾਣੇ ਰਹਿੰਦੀ ਹੈ। ਪਰ ਅਫਸੋਸ ਕਿ ਕਪਤਾਨ ਸਾਹਿਬ ਤਾਂ ਬੋਦਰ ਹੀ ਨਹੀਂ ਸੀ ਕਰਦੇ। ਜੇ ਕਪਤਾਨ ਸਾਹਿਬ ਬੋਦਰ ਨਹੀਂ ਕਰਦੇ ਤੇ ਫਿਰ ਬਾਕੀ ਵਜ਼ੀਰਾਂ ਨੂੰ ਕੀ ਲੋੜ ਪਈ ਹੈ, ਤੇ ਜੇ ਵਜ਼ੀਰ ਨਹੀਂ ਜਾਂ ਸਰਕਾਰ ਨਹੀਂ ਜਾਂਦੀ ਤੇ ਫਿਰ ਬਿਊਰੋਕਰੇਸੀ ਨੂੰ ਕੀ ਜ਼ਰੂਰਤ ਪਈ ਹੈ ਖੇਤੀਬਾੜੀ ਵਿਭਾਗ ਨੂੰ ਕਿ ਉੱਥੇ ਨਿਰੀਖਣ ਕਰਦਾ ਫਿਰੇ। ਸੋ ਇਸ ਕਰਕੇ ਇਹ ਆਪੋਜੀਸ਼ਨ ਨੂੰ ਵੀ ਕ੍ਰੈਡਿਟ ਇਹਦਾ ਜਾਂਦਾ, ਤਾਂ ਜੋ ਆਪੋਜੀਸ਼ਨ ਖੇਤਾਂ 'ਚ ਗਈ ਤੇ ਉਸ ਕਰਕੇ ਸੱਤਾਧਾਰੀ ਸਰਕਾਰ ਨੂੰ ਹੁਕਮ ਦੇਣੇ ਪਏ। ਬਹੁਤ ਅੱਛੀ ਗੱਲ ਹੈ, ਹੋਣਾ ਚਾਹੀਦਾ ਸੀਗਾ ਜੀ ਸੁਰਿੰਦਰ, ਕਿਉਂਕਿ ਇਸ ਵਾਰੀ ਝਾੜ ਮਤਲਬ ਕਾਫੀ ਦੱਸਦੇ ਸੀ ਕਿ ਕਾਫੀ ਅੱਛਾ ਰਹੇਗਾ, ਰੇਟ ਵੀ ਅੱਛਾ ਸੀ, ਪਰ ਇਹ ਗੁਲਾਬੀ ਸੁੰਡੀ ਮੌਕੇ ਤੇ ਆਫਤ ਬਣੀ ਹੈ। ਚਲੋ ਸਰਕਾਰਾਂ ਨੇ ਕੀਤਾ, ਬਿਹਤਰ ਹੈ ਜੀ। ਜੀ ਨਹੀਂ, ਗੁਲਾਬੀ ਸੁੰਡੀ ਪਈ, ਪਤਾ ਕੀ ਹੈ, ਜਿਹੜਾ ਟਿੰਡਾ ਨਾ ਜਿਹਦੇ ਵਿੱਚੋਂ ਉਹ ਨਰਮਾ ਬਾਹਰ ਨਿਕਲਣਾ ਉਹਦੇ ਵਿੱਚ ਵੜ ਗਈ ਆ। ਠੀਕ ਹੈ,
ਜੇ ਤਾਂ ਬੂਟੇ ਨੂੰ ਖਾਵੇ, ਬੂਟੇ ਦੇ ਪੱਤੇ ਖਾ ਜਾਵੇ ਉਹ ਵੱਖਰੀ ਗੱਲ ਆ। ਪਹਿਲਾਂ ਉਹ ਬੂਟੇ ਦੇ ਪੱਤੇ ਤੇ ਆਈ, ਪੱਤਾ ਨਹੀਂ ਖਾਦਾ, ਸਿੱਧੀ ਉਹ ਟਿੰਡੇ ਦੇ ਵਿੱਚ ਵੜ ਗਈ ਆ। ਹੁਣ ਉਹ ਟਿੰਡੇ ਦੇ ਵਿੱਚ ਵੜੀ ਹੋਈ ਬੜੀ ਵੱਡੀ ਸਮੱਸਿਆ, ਕਿਉਂਕਿ ਆਪਾਂ ਨੂੰ ਪਤਾ ਕਿੰਨੀ ਵੀ ਜ਼ਹਿਰੀਲੀ ਤੁਸੀਂ ਜਿਹੜੀ ਆ ਉਹ ਸਪਰੇਅ ਕਰਦੇ ਹੋ, ਜਿਹੜੀ ਟਿੰਡੇ 'ਚ ਵੜ ਗਈ ਉਹ ਐਡੀ ਸੌਖੀ ਨਹੀਂ ਮਰਨੀ ਹੈ, ਕਿਉਂਕਿ ਉਹਨੇ ਉਹ ਟਿੰਡਾ ਜਿਹੜਾ ਉਹਨੂੰ ਖਤਮ ਕਰਨਾ, ਜਦੋਂ ਉਹਨੂੰ ਖਤਮ ਕਰਤਾ ਉਹ ਖੇਡਣਾ ਨਹੀਂ ਹੈ ਤੇ ਨਰਮਾ ਬਾਹਰ ਨਹੀਂ ਆਉਣਾ। ਇਹ ਸਮੱਸਿਆ ਖੜੀ ਹੋ ਗਈ ਆ। ਜੇ ਪੱਤੇ ਤੇ ਬੈਠੀ ਹੋਵੇ, ਆਮ ਉਹਦੇ ਬੂਟੇ ਦੇ ਉੱਤੇ ਬੈਠੀ ਹੋਵੇ, ਉਹ ਤਾਂ ਮਰ ਸਕਦੀ ਆ। ਠੀਕ ਹੈ ਨਾ। ਇਹ ਸਪਰੇਅ ਦੀ ਮਾਰ 'ਚ ਨਹੀਂ ਆਉਣੀ, ਭਾਵੇਂ ਕਿ ਉਹਨਾਂ ਨੇ ਫ੍ਰੀ ਦੇ ਦਿੱਤੀ ਹੈ ਸਪਰੇਅ ਦਾ, ਜ਼ਿੰਮੇਵਾਰੀ ਸਰਕਾਰ ਨੇ ਲੈ ਲਈ ਆ, ਕਿਉਂਕਿ ਉਹਨਾਂ ਨੇ ਜਿੰਨੀਆਂ ਕੰਪਨੀਆਂ ਉਹਨਾਂ ਤੋਂ ਫਟਾਫਟ ਚੱਕਣੀ ਸ਼ੁਰੂ ਕਰਤੀ। ਬਸ ਕੰਪਨੀਆਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਮੈਂ ਇੰਨਾ ਦੇਖਿਆ ਕਿ 24 ਘੰਟੇ ਦੇ ਵਿੱਚ ਕੰਪਨੀਆਂ ਜਿਹੜੀਆਂ ਜਿੰਨੀ ਡਿਮਾਂਡ ਹੋਵੇ ਪੂਰੀ ਕਰ ਸਕਦੀਆਂ, ਕਿਉਂਕਿ ਉੱਥੇ ਕੁਛ ਨਹੀਂ, ਵੱਧ ਤੋਂ ਵੱਧ ਇੱਕ ਅੱਧੇ ਪੌਣੇ ਘੰਟੇ ਦਾ ਕੰਮ ਹੁੰਦਾ ਕਿ ਜਿਹੜਾ ਟੈਂਕਰਾਂ ਦੇ ਵਿੱਚ ਪਾਉਣਾ, ਟੈਕਨੀਕਲ ਤੇ ਸੋਲਵੈਂਟ ਪਾ ਕੇ ਅੱਧਾ ਪੌਣਾ ਘੰਟਾ ਉਹਨੂੰ ਮਿਕਸ ਕਰਨਾ ਤੇ ਉਹਦਾ ਜਿਹੜਾ ਦੂਸਰਾ ਕੀ ਕਹਿੰਦੇ GLC ਹੁੰਦਾ ਉਹਦੇ ਤੇ ਲਿਆ ਕੇ ਉਹਦੀ ਪੀਕ ਚੈੱਕ ਕਰਨੀ ਆ, ਕਰਕੇ ਉਹਦੀ ਤੇ ਨਾਲ ਦੀ ਨਾਲ ਪੈਕਿੰਗ ਸ਼ੁਰੂ ਹੋ ਜਾਂਦੀ। ਤੇ ਪੈਕਿੰਗ ਸ਼ੁਰੂ ਹੋਈ, ਜੇ ਤੁਸੀਂ ਲਾਓ ਵੀ ਰਾਤ ਨੂੰ 12-1 ਵਜੇ ਵੀ ਉੱਥੋਂ ਚੱਲੇ, ਫੈਕਟਰੀ ਤੋਂ ਚੱਲੇ, ਤੇ ਦਿਨ ਚੜ੍ਹਦੇ ਨੂੰ ਇਸ ਏਰੀਏ 'ਚ ਬਠਿੰਡੇ ਤੱਕ ਜਿਹੜੀ ਆ ਉਹ 5-6 ਘੰਟਿਆਂ 'ਚ ਬੜੇ ਆਰਾਮ ਨਾਲ ਗੱਡੀਆਂ ਜਿਹੜੀਆਂ ਉਹ ਲੱਗਦੀਆਂ ਤੇ ਜਾ ਕੇ ਡਿਸਟ੍ਰੀਬਿਊਟ ਹੁੰਦੀ ਆ। ਮਤਲਬ ਕੋਈ ਸਮੱਸਿਆ ਨਹੀਂ ਖੜਦੀ ਆ। ਪਰ ਹੁਣ ਸਮੱਸਿਆ ਤਾਂ ਸਭ ਤੋਂ ਵੱਡੀ ਇਹ ਆ ਕਿ ਉਹ ਦਵਾਈ ਜਿਹੜੀ ਆ ਉਹ ਡੁਪਲੀਕੇਟ ਨਾ ਹੋਵੇ, ਜਿਹੜੀ ਨਕਲੀ ਦਵਾਈ ਆਉਂਦੀ ਉਹੀ ਮਾਰ ਰਹੀ ਆ। ਇਹ ਵੱਡੀ ਸਮੱਸਿਆ। ਦੂਜੀ ਗੱਲ ਕਿ ਚਲੋ ਬਿਮਾਰੀ ਆ ਜਾਂਦੀ ਆ, ਆਪਾਂ ਬਿਮਾਰੀ ਨਾਲ ਸਹਿਮਤ ਆ। ਹੁਣ ਅਕਾਲੀ ਦਲ ਦੇ ਵੇਲੇ ਚਿੱਟੀ ਸੁੰਡੀ ਆਈ ਸੀ, ਹੁਣ ਗੁਲਾਬੀ ਆ ਗਈ ਆ। ਹੁਣ ਤਾਂ ਬੜੇ ਵਧੀਆ ਟੋਟ ਕੇ ਚੱਲਣ ਦਾ ਆ। ਕਹਿੰਦੇ ਜੀ ਵੀ ਚਿੱਟੀ ਸੁੰਡੀ ਵਾਲੇ ਗੁਲਾਬੀ ਸੁੰਡੀ ਜਿਹੜੀ ਸੀਗੀ ਉਹਨੂੰ ਦੇਖਣ ਚਲੇ ਗਏ। ਠੀਕ ਹੈ ਨਾ। ਨੀਲੀ ਨਹੀਂ ਆਈ। ਹਾਂ, ਉਹ ਗੁਲਾਬੀ ਵਾਲੇ ਜਿਹੜੇ ਸੀ ਉਹ ਵਿਚਾਰੇ ਭੱਜੇ ਫਿਰ ਰਹੇ ਸੀ ਵੀ ਗੁਲਾਬੀ ਕਿਤੇ ਸਾਡੇ ਨਾਲ ਬਹਿ ਜਾਵੇ ਆ ਕੇ। ਕੁਝ ਵਿਅਕਤੀਆਂ ਨੇ ਤਾਂ ਉਹਦੇ ਕੱਪੜੇ ਪਾਏ ਹੋਏ ਸੀਗੇ ਆਪਣੇ ਦੇ ਕੀ ਕਹਿੰਦੇ ਨਵਜੋਤ ਸਿੱਧੂ ਦੇ, ਉਹ ਫੋਟੋ ਪਾਤੀ, ਕਹਿੰਦੇ ਗੁਲਾਬੀ ਸੁੰਡੀ ਤਾਂ ਇਹਨੇ ਭੇਜੀ ਆ। ਠੀਕ ਹੈ ਨਾ। ਉਹ ਚਲੋ ਟੁੱਟ ਕੇ ਉਹ ਚੱਲਦੇ ਰਹੇ ਨੇ, ਪਰ ਕੁੱਲ ਮਿਲਾ ਕੇ ਆ ਕਿ ਦੇਖੋ ਕਿਸਾਨ ਦਾ ਨੁਕਸਾਨ ਹੋਇਆ। ਠੀਕ ਹੈ। ਹੁਣ ਉਹਦੀ ਭਰਪਾਈ ਕਿੱਦਾਂ ਹੋਣੀ ਆ ਇਹ 'ਚ ਆ। ਹੁਣ ਗੱਲ ਇਹ ਆ ਕਿ ਉਹਨੂੰ ਅਗਲੇ ਬੀਜ ਦਾ ਇੰਤਜ਼ਾਮ ਉਹਦਾ ਹੋਵੇ ਕਿ ਅਗਲੀ ਫਸਲ ਉਹਨੇ ਕਦੋਂ ਤੇ ਕਿੱਦਾਂ ਬੀਜਣੀ ਆ। ਠੀਕ ਹੈ ਨਾ। ਹੁਣ ਇਹੀ ਕਪਾਹ ਜਿਹੜੀ ਸੀਗੀ, ਕਪਾਹ ਚੁਗੀ ਜਾਂਦੀ ਸੀ, ਜਿਹੜੀਆਂ ਛੱਟੀਆਂ ਸੀ ਉਹਨਾਂ ਦੇ ਕੰਮ ਆਉਂਦੀਆਂ ਸੀਗੀਆਂ। ਠੀਕ ਹੈ। ਲੋਕ ਬਾਲਣ ਲਈ ਉਹ ਵਰਤਦੇ ਸੀਗੇ, ਵੇਚ ਵੀ ਦਿੰਦੇ ਸੀ, ਸਾਰਾ ਕੁਝ ਚੱਲਦਾ ਸੀ। ਕਈ ਵਾਰੀ ਉਹਦੇ ਕੋਲ ਟਾਈਮ ਘੱਟ ਹੁੰਦਾ ਸੀ, ਉਹ ਕਹਿੰਦਾ ਟਾਈਮ ਕੋਈ ਨਹੀਂ ਹੈ, ਫਟਾਫਟ ਵਿੱਚੇ ਵਾਧੋ ਕੰਮ ਨਿਬੇੜ ਦਿਓ, ਇਹ ਵੀ ਚੱਲਦਾ ਸੀਗਾ। ਪਰ ਇਹ ਵੀ ਚਲੋ ਬੰਦਿਆਂ ਦਾ ਜਿਵੇਂ ਸੀਗਾ ਗੁਜ਼ਾਰਾ ਚੱਲਦਾ। ਪਰ ਜਿੰਨੀ ਦੇਰ ਤੱਕ ਬੀਜ ਤੇ ਪੈਸਟੀਸਾਈਡ ਦੋ ਚੀਜ਼ਾਂ ਨੂੰ ਸਰਕਾਰ ਘੱਟੋ ਘੱਟ ਸਟੇਟ ਜਿਹੜੀ ਉਹ ਆਪਣੇ ਹੱਥ 'ਚ ਨਹੀਂ ਲਾਏਗੀ, ਉਨੀ ਦੇਰ ਕਿਸਾਨ ਨਹੀਂ ਬਚੇਗਾ। ਕਿਸਾਨ ਵਿਚਾਰਾ ਐਸੇ ਤਰ੍ਹਾਂ ਰੋਜ਼ ਜਿਹੜਾ ਉਹ ਉੱਜੜਦਾ ਰਹੇਗਾ। ਬਿਲਕੁਲ ਬਿਲਕੁਲ। ਹਾਂ, ਉਹਦਾ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦਾ ਅਸਰ ਤਾਂ ਸੁਰਿੰਦਰ ਜੀ ਰਹੇਗਾ। ਤੇ ਵਜ਼ਾਰਤ ਦੇ ਵਿੱਚੋਂ ਹੋਰ ਕੀ ਕੁਛ ਨਿਕਲਦਾ, ਤੇ ਫਿਰ ਇਸ ਤੋਂ ਬਾਅਦ ਆਪਾਂ ਯੂਪੀ ਵਜ਼ਾਰਤ ਦਾ ਵੀ ਜ਼ਿਕਰ ਕਰਨਾ ਤੇ ਕਰੋ ਕਿ ਇਹਨੂੰ ਕੰਪਲੀਟ ਕਿਵੇਂ ਰਹੇਗੀ ਚੰਨੀ ਸਾਹਿਬ ਦਾ ਇਹ ਵਜ਼ਾਰਤੀ ਵਾਧਾ, ਤੇ ਇਹਦੇ ਤੇ ਕੋਈ ਅਪਡੇਟ ਹੈ ਉਹ ਕੰਪਲੀਟ ਕਰ ਦਿਓ। ਤੇ ਫਿਰ ਉਸ ਤੋਂ ਬਾਅਦ ਆਪਾਂ ਕਿਉਂਕਿ ਉਹਨਾਂ ਨੇ ਵੀ ਵਾਧਾ ਕਰ ਦਿੱਤਾ, ਯੂਪੀ ਸਰਕਾਰ ਨੇ ਵੀ 7 ਨਵੇਂ ਮੰਤਰੀ ਸ਼ਾਮਲ ਕਰ ਲਏ ਨੇ, ਜਿਹਦੇ 'ਚ ਜਾਤ ਵਿਸ਼ੇਸ਼ ਉੱਥੇ ਵੀ ਜਿਹੜੀ ਹੋਈ ਹੈ। ਜਿਸ ਤਰ੍ਹਾਂ ਸ਼ਤਲਪਾਲ ਸਿੰਘ ਗੰਗਵਾਰ ਨੇ ਜਿਹੜੇ ਉਹ ਗੰਗਵਾਰ ਕਮਿਊਨਿਟੀ ਦਾ, ਉਧਰ ਸੰਗੀਤਾ ਬਲਵੰਤ ਥਿੰਦ ਨੇ ਗਾਜੀਪੁਰ ਸਦਰ ਤੋਂ, ਤੇ ਉਹਦੇ ਤੇ ਫਿਰ ਕਰਦੇ ਹਾਂ ਸਾਰਾ ਚਰਚਾ। ਇਹਦੇ ਤੇ ਕੋਈ ਅਪਡੇਟ ਅਤੇ ਕੰਪਲੀਟ ਕਰ ਦਿਓ ਪਲੀਜ਼ ਜੀ। ਦੇਖੋ ਇਹ ਆ ਕਿ ਚਲੋ ਅਸੀਂ ਤਾਂ ਸਰਕਾਰ ਬਣੀ ਆ ਦੂਸਰਾ ਦਿਨ ਅਜੇ ਚੜਿਆ ਹੀ ਆ, ਦੂਜਾ ਵੀ ਕਾਹਦਾ ਚੜਿਆ ਵਾ, ਦੁਪਹਿਰੋਂ ਬਾਅਦ ਬਣੀ ਆ ਤੇ ਅੱਜ ਦਾ ਦਿਨ ਚੜਿਆ ਅਜੇ। ਠੀਕ ਹੈ ਨਾ। ਹੁਣ ਸਰਕਾਰ ਕਿੱਧਰ ਨੂੰ ਜਾਂਦੀ ਹੈ ਤੇ ਕੀ ਕੁਛ ਕਰਦੀ ਆ ਉਹ ਬਾਅਦ ਦੇ ਵਿੱਚ ਤੈਅ ਹੋਏਗਾ। ਜੋ ਵੀ ਤੈਅ ਹੋਏਗਾ ਉਹਦੇ ਬਾਅਦ ਦੇਖਿਆ ਜਾਊਗਾ। ਪਰ ਗੱਲ ਇਹ ਆ ਕਿ ਮੈਂ ਪਹਿਲਾਂ ਇੱਕ ਗੱਲ ਕਹਿ ਕੇ ਹਟਿਆ, ਜੋ ਕੁਛ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀ ਲੋਕ ਨਾਰਾਜ਼ ਸੀ, ਤੇ ਉਸ ਨਾਰਾਜ਼ਗੀ ਦਾ ਕਰਕੇ ਹੀ ਹਾਈ ਕਮਾਂਡ ਨੇ ਫੈਸਲਾ ਲਿਆ ਤੇ ਇਹਨਾਂ ਨੂੰ ਅੱਗੇ ਲਿਆਂਦਾ। ਜੇ ਕੁਛ ਨਾ ਕਰ ਸਕੇ ਤੇ ਫਿਰ ਜਿਹੜਾ ਹਾਸ਼ਰ ਉਹਦਾ ਹੋਇਆ ਉਹੀ ਇਹਦਾ ਹੋਣਾ। ਭੁੱਲ ਜਾਣ ਕਿ 1-2 ਮਸਲਿਆਂ ਨਾਲ ਕੰਮ ਠੰਡਾ ਹੋ ਜਾਊਗਾ। ਲੋਕਾਂ ਦੀਆਂ ਜਿਹੜੀਆਂ ਰੋਜ਼ਮਰਾ ਦੀ ਜ਼ਰੂਰਤ ਆ ਉਹ ਜਿਹੜੀ ਉਹ ਪੂਰੀ ਕਰਨੀ ਪਏਗੀ। ਠੀਕ ਆ, ਚੰਗੀ ਗੱਲ ਆ, ਸਰਕਾਰ ਤੁਰੀ ਆ। ਚਾਹੇ ਨਰਮੇ ਵਾਲਾ ਜਿਹੜਾ ਸੀ ਉਹ ਕਰੰਟ ਇਸ਼ੂ ਸੀ, ਫਟਾਫਟ ਇਹਨਾਂ ਨੂੰ ਜਾਣਾ ਪਿਆ, ਚੰਗੀ ਗੱਲ ਆ, ਸਵੇਰੇ ਪਹੁੰਚ ਗਏ, ਚਾਹੀਦਾ ਵੀ ਆ। ਇਹ ਨਹੀਂ ਹੈ ਕਿ ਮੁੱਖ ਮੰਤਰੀ ਹੈਲੀਕਾਪਟਰ ਤੇ ਗੇੜਾ ਕੱਢ ਕੇ ਆ ਜਾਵੇ, ਘੱਟੋ ਘੱਟ ਇਹ ਆ ਪਬਲਿਕਲੀ ਤੇ ਜਾਣ ਲੱਗੇ, ਲੋਕਾਂ 'ਚ ਜਾ ਕੇ ਬਹਿਣ ਤਾਂ ਲੱਗੇ ਨਾ। ਇਹੀ ਵੱਡੀ ਗੱਲ ਆ, ਬਹਿਣਾ ਚਾਹੀਦਾ, ਬਣਦਾ ਵੀ ਆ ਬੈਠਣਾ।
ਹੁਣ ਇਸ ਤੋਂ ਅੱਗੇ ਜਿਹੜੇ ਸੜਕਾਂ ਤੇ ਉਤਰੇ ਹੋਏ ਉਹ ਸਾਰੇ ਦੇ ਸਾਰਿਆਂ ਨਾਲ ਗੱਲ ਕਰਨੀ ਪੈਗੀ, ਉਹਨਾਂ ਦੇ ਮਸਲੇ ਹੱਲ ਕਰਨੇ ਪੈਣਗੇ। ਅਗਲੀ ਗੱਲ, ਜਿਹੜੇ ਮੇਨ ਮੁੱਦੇ ਦੇ ਬਾਅਦ ਇਹਨਾਂ ਦੇ ਲਈ ਖੜੇ ਨੇ, ਬੇਅਦਬੀ ਦਾ ਮੁੱਦਾ ਖੜਾ, ਨਸ਼ੇ ਦਾ ਖੜਾ, ਕੇਵਲ ਮਾਫੀਏ ਦਾ ਖੜਾ ਤੇ ਉਹਦੇ ਬਾਅਦ ਐਕਸਾਈਜ਼ ਵਾਲਾ ਖੜਾ। ਉਹ ਜਿੰਨੇ ਮੁੱਦੇ ਖੜੇ ਨੇ ਉਹਨਾਂ ਨੂੰ ਹੱਲ ਕਰ ਜਾਣਗੇ ਤੇ ਬਚਣਗੇ, ਨਹੀਂ ਤੇ ਫਿਰ ਇਹਨਾਂ ਨੂੰ 20-20 ਸੂਟ ਜਿਹੜੇ ਉਹ ਸਵਾਉਣੇ ਪੈਣਗੇ, ਕਿਉਂਕਿ ਫਿਰ ਪਿੰਡਾਂ 'ਚ ਵੜਨਾ ਏਡਾ ਸੌਖਾ ਨਹੀਂ ਹੈ। ਕਿਉਂਕਿ ਮੈਨੂੰ ਅੱਜ ਵੀਡੀਓ ਦੇਖ ਕੇ ਹਾਸਾ ਬੜਾ ਆ ਰਿਹਾ ਸੀਗਾ। ਮੈਂ ਕਿਹਾ ਵੀ ਠੀਕ ਆ, ਬਹੁਤ ਸੋਹਣੀ ਪਾਈ ਆ। ਅਗਲੇ ਨੇ ਦੱਸ ਦਿੱਤਾ ਕਿ ਭਾਈ ਜਿੰਨੇ ਪਿੰਡਾਂ 'ਚ ਜਾਣਾ ਉਹਨੇ ਕੁੜਤੇ ਪਜਾਮੇ ਨਾਲ ਲੈ ਲਾ, ਹਰ ਪਿੰਡ 'ਚ ਇੱਕ ਪਾਟਣਾ ਵਾ। ਇਸ ਕਰਕੇ ਇਹ ਆ, ਜੋ ਮਸਲੇ ਸਾਹਮਣੇ ਖੜੇ ਨੇ ਉਹ ਹੱਲ ਕਰਨੇ ਪੈਣਗੇ। ਹੱਲ ਕਰ ਜਾਣਗੇ ਤੇ ਠੀਕ ਆ, ਨਾ ਕਰ ਜਾਣਗੇ ਤੇ ਫਿਰ ਜਿੱਥੇ ਪਹਿਲੇ ਗਏ ਆ, ਜਿੱਥੇ ਕੀ ਮੈਨੂੰ ਹੁਣ ਉਹ ਕੁਛ ਇੱਧਰ ਗਏ ਬਾਣੀ ਉੱਧਰ ਗਿਆ ਬਾਜ਼ਾਰ। ਹਾਂ ਬਸ ਉਹੀ ਗੱਲ, ਇੱਧਰ ਗਏ ਪਾਣੀ ਉੱਧਰ ਗਏ ਬਾਜ਼ਾਰ, ਠੀਕ ਹੈ ਨਾ। ਇਸ ਕਰਕੇ ਆ ਕਿ ਜੇ ਕੰਮ ਨਹੀਂ ਕਰਨਾ ਤਾਂ ਫਿਰ ਉਹੀ ਜੋ ਕੁਛ ਹੋਣਾ ਉਹਨੂੰ ਭੁਗਤਣ ਲਈ ਤਿਆਰ ਰਹਿਣ। ਜ਼ਿੰਦਗੀ ਦੇ ਰੰਗਾਂ ਤੇ ਵਾਦੀਆਂ ਤਿਰੰਗਾਂ ਨੂੰ ਮਾਣਦੇ ਹੋਏ ਇਸ ਵਕਤ ਦੋਸਤੋ ਤੁਸੀਂ ਜੁੜੇ ਹੋਏ ਟਿਵਾਣਾ ਰੇਡੀਓ ਦੇ ਨਾਲ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਤੇ ਇਸ ਵਕਤ ਆਪਣੇ ਨਾਲ ਜੁੜੇ ਹੋਏ ਨੇ ਐਡਵੋਕੇਟ ਸੁਰਿੰਦਰ ਸਿੰਘ ਜੀ। ਸੁਰਿੰਦਰ ਸਿੰਘ ਜੀ, ਦੌਰੇ ਸਿਆਸਤ ਦੇ ਵਿੱਚ ਜਿਸ ਤਰ੍ਹਾਂ ਪੰਜਾਬ ਤੇ ਤੁਸੀਂ ਆਪਾਂ ਇਹਦੇ 'ਚ ਨਿੱਠ ਕੇ ਚਰਚਾ ਕੀਤੀ ਹੈ, ਇਸ ਤਰ੍ਹਾਂ ਥੋੜ੍ਹੀ ਯੂਪੀ ਸਿਆਸਤ ਤੇ ਵੀ ਚਰਚਾ ਕਰਦੇ ਹਾਂ ਤੇ ਨਾਲ ਨਾਲ ਅੱਜ ਜਿਸ ਤਰ੍ਹਾਂ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ, ਕਈ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ, ਖਾਸ ਕਰਕੇ ਆਮ ਆਦਮੀ ਪਾਰਟੀ ਪੰਜਾਬ ਨੇ ਤਾਂ ਸਪੋਰਟ ਕਰ ਦਿੱਤੀ ਹੈ, ਕਾਂਗਰਸ ਨੇ ਵੀ ਕੀਤੀ ਹੈ। ਤੇ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੀ ਸਥਿਤੀ, ਕਿਉਂਕਿ ਯੋਗੀ ਸਰਕਾਰ ਦੇ ਵਾਸਤੇ ਇੱਕ ਵੱਡੀ ਸਮੱਸਿਆ ਵੀ ਹੈ। ਯੋਗੀ ਸਰਕਾਰ ਨੇ ਵੀ ਕੱਲ ਨਾਲ ਦੀ ਨਾਲ ਜੇ ਪੰਜਾਬ ਸਰਕਾਰ ਨੇ ਆਪਣਾ ਵਜ਼ਾਰਤੀ ਵਾਧਾ ਕੀਤਾ, ਉਧਰ ਯੋਗੀ ਆਦਿੱਤਿਆਨਾਥ ਨੇ ਵੀ ਆਪਣੀ ਕੈਬਨਿਟ ਦਾ ਵਿਸਥਾਰ ਕਰ ਦਿੱਤਾ, 7 ਨਵੇਂ ਮੰਤਰੀਆਂ ਨੂੰ ਸ਼ਾਮਲ ਕਰ ਦਿੱਤਾ, ਜਿਨ੍ਹਾਂ ਦੇ ਵਿੱਚ ਕਾਂਗਰਸੀ ਆਗੂ ਜਤਨ ਪ੍ਰਸ਼ਾਦ ਵੀ ਸ਼ਾਮਲ ਹੈ, ਜੋ ਬ੍ਰਾਹਮਣ ਭਾਈਚਾਰੇ ਨਾਲ ਸੰਬੰਧਿਤ ਹੈ। ਸੋ ਜਤਨ ਦੇ ਸ਼ਾਮਲ ਹੋਣ ਨੂੰ ਲੈ ਕੇ ਕਾਫੀ ਚਰਚਾਵਾਂ ਹੋਈਆਂ ਸੀ। ਸੋ ਬ੍ਰਾਹਮਣ ਭਾਈਚਾਰੇ ਨਾਲ ਸੰਬੰਧਿਤ ਹੈ, ਇਸ ਨੂੰ ਵੀ ਵਜ਼ਾਰਤ 'ਚ ਲੈ ਲਿਆ ਗਿਆ, ਕਿਉਂਕਿ ਉਧਰ ਬਸਪਾ ਕੁਮਾਰੀ ਮਾਇਆਵਤੀ ਵੀ ਜਿਹੜਾ ਬ੍ਰਾਹਮਣ ਭਾਈਚਾਰੇ ਦੇ ਸਹਿਯੋਗ ਨਾਲ ਇਲੈਕਸ਼ਨ ਜਿੱਤਣ ਦੇ ਰੌਂ ਦੇ ਵਿੱਚ 21 ਦੀ, ਤੇ ਜਤਨ ਪ੍ਰਸ਼ਾਦ ਬ੍ਰਾਹਮਣ ਭਾਈਚਾਰੇ ਨਾਲ ਸੰਬੰਧਿਤ ਨੇ, ਉਹ ਵੀ ਵਜ਼ੀਰ ਬਣ ਗਏ ਨੇ। ਹੋਰ ਮੰਤਰੀਆਂ ਦੇ ਵਿੱਚ ਛਤਰਪਾਲ ਸਿੰਘ ਗੰਗਵਾਰ, ਪਾਲਤੂ ਰਾਮ ਜੋ ਕਿ ਵਿਧਾਇਕ ਨੇ ਬਲਰਾਮਪੁਰ ਤੋਂ, ਸੰਗੀਤਾ ਬਲਵੰਤ ਬਿੰਦ ਜੋ ਗਾਜੀਪੁਰ ਸਦਰ ਇਲਾਕੇ ਤੋਂ ਨੇ, ਇਹ ਇੱਥੇ ਵੀ ਕਾਫੀ ਇਹ ਜਿਹੜਾ ਬਿੰਦ ਭਾਈਚਾਰੇ ਦਾ ਅਸਰ ਹੈ। ਸੰਜੀਵ ਹੈ ਸੋਨਭਦਰ ਤੋਂ ਵਿਧਾਇਕ ਨੇ, ਦਿਨੇਸ਼ ਖਟੀਕ ਨੇ ਹਸਤਿਨਾਪੁਰ ਤੋਂ ਵਿਧਾਇਕ ਨੇ। ਖਟੀਕ ਭਾਈਚਾਰਾ ਇੱਥੇ ਆਪਣੇ ਨਾਭੇ 'ਚ ਵੀ ਕਾਫੀ ਹੈ, ਤੇ ਜਿਹੜੇ ਕਿ ਖਾਸ ਕਰਕੇ ਰੇਸ਼ਮੀ ਨਾਲੇ ਜਾਂ ਧਾਗਿਆਂ ਦੀ ਬੁਣਾਈ ਦਾ ਕੰਮ ਕਰਦੇ ਨੇ। ਇਸੇ ਤਰ੍ਹਾਂ ਧਰਮਵੀਰ ਸਿੰਘ ਪ੍ਰਜਾਪਤੀ ਹੈ ਆਗਰਾ ਮੰਡਲ ਤੋਂ। ਜਾਣੀ ਕਿ ਜਾਤ ਵਿਸ਼ੇਸ਼ ਦੀ ਵੋਟ ਬੈਂਕ ਨੂੰ ਹਾਸਲ ਕਰਨ ਦੇ ਜੁਗਾੜ ਦੇ ਵਿੱਚ ਯੂਪੀ ਦੇ ਵਿੱਚ ਜਿਹੜੇ ਨੇ 3 OBC, 2 SC ST ਤੇ 1 ST, 2 SC ਤੇ 1 ST ਤੇ 1 ਬ੍ਰਾਹਮਣ ਚਿਹਰਾ ਜਤਨ ਪ੍ਰਸ਼ਾਦ ਜਿਹੜਾ ਕੈਬਨਿਟ ਦੇ ਵਿੱਚ ਜਿਹੜੇ ਨੇ ਟੋਟਲ 7 ਮੰਤਰੀਆਂ ਦੀ ਜਿਹੜੀ ਸ਼ਮੂਲੀਅਤ ਕੀਤੀ ਗਈ ਹੈ, ਰਾਜ ਮੰਤਰੀ ਬਣੇ ਨੇ ਬਾਕੀ। ਸੋ ਇਹਦੇ ਵਿੱਚ ਜਤਨ ਪ੍ਰਸ਼ਾਦ ਨੂੰ ਤਾਂ ਕੈਬਨਿਟ ਮੰਤਰੀ ਲਿਆ ਗਿਆ ਤੇ ਬਾਕੀਆਂ ਨੂੰ ਰਾਜ ਮੰਤਰੀ ਦਾ ਅਹੁਦਾ ਦਿੱਤਾ ਗਿਆ। ਵੋਟ ਸਮੀਕਰਨ, ਹਾਲਾਂਕਿ 5 ਮਹੀਨੇ ਇਹਨਾਂ ਕੋਲ ਸਮਾਂ ਰਹਿੰਦਾ ਹੈ। ਸੋ ਇਹ ਜਤਨ ਪ੍ਰਸ਼ਾਦ ਨੇ ਜਿਹੜੇ ਇਹਦੇ ਕੈਬਨਿਟ ਮੰਤਰੀ ਬਣੇ ਨੇ, 3 ਮਹੀਨੇ ਪਹਿਲਾਂ ਉਹ ਕਾਂਗਰਸ ਤੋਂ ਭਾਜਪਾ ਦੇ ਵਿੱਚ ਆਏ ਸੀ। 2004 ਤੋਂ ਆਪਣੇ ਉਹ ਸ਼ਾਹਜਹਾਨਪੁਰ ਲੋਕ ਸਭਾ ਤੋਂ ਚੋਣਾਂ ਵੀ ਜਿੱਤੇ ਸੀ। ਇਸੇ ਤਰ੍ਹਾਂ ਛਤਰਪਾਲ ਗੰਗਵਾਰ ਹੈ ਜੋ ਬਰੇਲੀ ਦੇ ਬਹੇੜੀ ਤੋਂ ਵਿਧਾਇਕ ਹੈ, ਉਹ ਕੁਰਮੀ ਸਮਾਜ ਦੇ ਵਿੱਚੋਂ ਆਉਂਦੇ ਨੇ, 65 ਸਾਲ ਦੇ ਨੇ। ਰੋਹੇਲਖੰਡ ਜਿਹੜਾ ਤੁਸੀਂ ਅਕਸਰ ਜ਼ਿਕਰ ਕਰਦੇ ਹੋ, ਉਸ ਇਲਾਕੇ 'ਚ ਵਿਚਰਦੇ ਵੀ ਰਹਿੰਦੇ ਹੋ, ਰੋਹੇਲਖੰਡ ਤੋਂ ਉਹ ਕਵਰ ਕਰਨਗੇ। ਇਸ ਤਰ੍ਹਾਂ ਪਲਟੂ ਰਾਮ ਹੈ ਜਿਹਨੂੰ ਪਾਲਤੂ ਰਾਮ ਵੀ ਕਹਿ ਦਿੰਦੇ ਨੇ, ਉਹ SC ਭਾਈਚਾਰੇ 'ਚ ਆਉਂਦੇ ਨੇ। ਨੰਬਰ 3 ਤੇ ਇਹਨਾਂ ਨੇ ਸਹੁੰ ਚੁੱਕੀ ਹੈ। ਬਲਰਾਮਪੁਰ ਤੋਂ ਆਉਂਦੇ ਨੇ, 2017 'ਚ ਪਹਿਲੀ ਵਾਰੀ ਇਹ ਜਿੱਤੇ ਸੀ, ਇਹ ਵੀ SC ਭਾਈਚਾਰੇ ਦੇ ਵਿੱਚ ਆਉਂਦੇ ਨੇ। ਇਸ ਤਰ੍ਹਾਂ ਸੰਗੀਤਾ ਬਿੰਦ ਹੈ, OBC ਦੇ ਵਿੱਚ ਆਉਂਦੇ ਨੇ ਤੇ ਇਹ ਪਹਿਲੀ ਵਾਰੀ ਵਿਧਾਇਕ ਚੁਣੀ ਗਈ ਹੈ। ਸੰਗੀਤਾ ਬਿੰਦ 42 ਸਾਲ ਉਮਰ ਹੈ, ਪਛੜੀ ਜਾਤ 'ਚ ਆਉਂਦੇ ਨੇ, ਗਾਜੀਪੁਰ ਸਦਰ ਸੀਟ ਤੋਂ। ਵਿਦਿਆਰਥੀ ਵਰਗ ਤੋਂ ਇਹ ਰਾਜਨੀਤੀ ਕਰ ਰਹੇ ਨੇ, ਸਟੂਡੈਂਟ ਲੀਡਰਸ਼ਿਪ 'ਚੋਂ ਉੱਭਰੇ ਨੇ। ਇਸੇ ਤਰ੍ਹਾਂ ਸੰਜੀਵ ਕੁਮਾਰ ਹੈ, ਅਨੁਸੂਚਿਤ ਜਨਜਾਤੀਆਂ 'ਚ ਆਉਂਦੇ ਨੇ, ਸੋਨਭਦਰ ਦੀ ਉਬਰਾ ਸੀਟ ਤੋਂ ਵਿਧਾਇਕ ਨੇ। ਇਹ ਅਨੁਸੂਚਿਤ 'ਚ ਜਿਹੜੀਆਂ ਜਨਜਾਤੀਆਂ ਨੇ ਉਸ ਮੋਰਚੇ ਦੇ ਉਹ ਨੇ, ਆਦੀਵਾਸੀ ਪਰਿਵਾਰਾਂ 'ਚੋਂ ਆਉਂਦੇ ਨੇ। ਇਸੇ ਤਰ੍ਹਾਂ ਦਿਨੇਸ਼ ਖਟੀਕ ਹੈ ਜਿਹੜੇ ਹਸਤਿਨਾਪੁਰ ਸੀਟ ਤੋਂ ਵਿਧਾਇਕ ਨੇ। ਖਟੀਕ ਜਿਹੜਾ ਸੋਨਕਰ ਸਮਾਜ ਹੈ ਉਸ ਦੇ ਵਿੱਚੋਂ ਆਉਂਦੇ ਨੇ, SC ਵਰਗ ਦੇ ਵਿੱਚੋਂ ਆਉਂਦੇ ਨੇ, ਪੱਛਮੀ ਯੂਪੀ ਦੇ ਵਿੱਚੋਂ ਮੰਤਰੀ ਬਣੇ ਨੇ। ਇਸੇ ਤਰ੍ਹਾਂ ਧਰਮਵੀਰ ਪ੍ਰਜਾਪਤੀ ਹੈ, OBC ਦੇ ਵਿੱਚੋਂ ਇਹਨਾਂ ਨੇ ਸਹੁੰ ਚੁੱਕੀ ਹੈ। ਹਾਥਰਸ ਇਲਾਕੇ 'ਚੋਂ ਨੇ ਜਿੱਥੇ
ਬੀਜੇਪੀ ਦੀ ਕਾਫੀ ਹੇਠੀ ਵੀ ਹੋਈ ਸੀਗੀ ਬੀਜੇਪੀ ਸਰਕਾਰ ਦੀ ਹਾਥਰਸ ਕਾਂਡ ਨੂੰ ਲੈ ਕੇ। ਤੇ ਸੋ ਇਹ ਮਾਟੀ ਕਲਾ ਬੋਰਡ ਦੇ ਜਿਹੜਾ ਜਿਵੇਂ ਆਪਣੇ ਘੁਮਾਰਾਣਾ ਆਪਣੇ ਵੀ ਛੱਡਿਆ ਜਾਂਦਾ, ਇਸ ਤਰ੍ਹਾਂ ਮਾਟੀ ਕਲਾ ਬੋਰਡ ਹੈ ਉਹਦੇ ਪ੍ਰਧਾਨ ਵੀ ਨੇ ਨਾਲ ਨਾਲ। ਸੋ ਵੋਟ ਬੈਂਕ ਦੀ ਰਾਜਨੀਤੀ ਦੇ ਮੱਦੇਨਜ਼ਰ ਇਹ ਸਾਰਾ ਕੁਝ ਕੀਤਾ ਗਿਆ। ਸੋ ਇਹ ਜਿਹੜੇ ਯੋਗੀ ਦੇ 7 ਨਵੇਂ ਸਿਪਾਹੀ ਬਣੇ ਨੇ, ਕੀ ਵੇਖਦੇ ਹੋ? ਪਿੱਤਰ ਪਕਸ਼ ਦੇ ਵਿੱਚ ਇਹ ਚੀਜ਼ਾਂ ਕਰੀ ਜਾਂਦੀ ਹੈ ਹੁਣ ਤਾਂ, ਹਾਲਾਂਕਿ ਸ਼ਰਾਧ ਚੱਲਦੇ ਨੇ, ਕੋਈ ਵੀ ਕੁਛ ਨਹੀਂ ਕਰਦਾ। ਇਹ ਸਰਕਾਰ ਦੀ ਮਜਬੂਰੀ ਬਣ ਗਿਆ ਪਿੱਤਰ ਪਕਸ਼ ਦੇ ਵਿੱਚ ਇਸ ਤਰ੍ਹਾਂ ਸਾਰ ਲੈਣੀ ਪਛੜਿਆਂ ਵਰਗਾਂ ਦੀ। ਕੀ ਵੇਖਦੇ ਹੋ ਯੂਪੀ ਸਿਆਸਤ? ਜੀ, ਇੱਕ ਨਾ ਕਹਾਵਤ ਆ, ਕਹਿੰਦੇ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ। ਇੱਕ ਖਰਬੂਜਾ ਪੱਕਿਆ ਤੇ ਉਹਨੂੰ ਦੇਖ ਕੇ ਫਿਰ ਅੱਗੇ ਦੀ ਅੱਗੇ ਬਾਕੀ ਪੱਕਣੇ ਸ਼ੁਰੂ ਹੋ ਜਾਂਦੇ ਹੁੰਦੇ ਆ। ਜਾਂ ਕਹਿੰਦੇ ਹੁੰਦੇ ਦੇਖ ਕੇ ਰੰਗ ਰੂਪ ਨਹੀਂ ਆਉਂਦਾ ਪਰ ਮੱਤ ਆ ਜਾਂਦੀ ਆ। ਸਹੀ ਗੱਲ। ਠੀਕ ਹੈ ਨਾ? ਹੁਣ ਉਹ ਮੱਤ ਆ ਗਈ ਉੱਤਰ ਪ੍ਰਦੇਸ਼ ਸਰਕਾਰ ਨੂੰ ਵੀ ਜੇ ਪੰਜਾਬ ਵਾਲੇ ਆਹ ਕੁਝ ਕਰ ਰਹੇ ਆ, ਹੁਣ 5 ਮਹੀਨੇ ਕਿਹਦੇ ਕੋਲ ਬਚੇ? 100 ਦਿਨ ਇਹਨਾਂ ਦੇ ਤਾਂ 100 ਹੀ ਉਹਨਾਂ ਦੇ। ਅੱਗੇ ਦੋ ਦਾ ਭੋਗ ਤਾਂ ਇਕੱਠਾ ਹੀ ਹੈ, ਇੱਕੋ ਦਿਨ ਦਾ ਹੀ ਹੋਣਾ ਵਾ। ਠੀਕ ਹੈ ਨਾ? ਭੋਗ ਦੀ ਰਸਮ ਤਾਂ ਇਕੱਠੀ ਹੀ ਚੱਲਣੀ ਆ। ਠੀਕ ਆ? ਕਿਸੇ ਦੀ ਵਾਪਸੀ ਆਉਣੀ ਆ। ਠੀਕ ਆ? ਤੇ ਕਿਸੇ ਦਾ ਕੀ ਕਹਿੰਦੇ ਹੁੰਦੇ ਆ ਵੀ ਨਵੀਂ ਪਾਰੀ ਸ਼ੁਰੂ ਹੋ ਜਾਣੀ ਆ। ਉਹ ਜਿਹੜਾ ਸਮਾਂ ਆਊਗਾ ਉਦੋਂ ਦੇਖਿਆ ਜਾਊਗਾ। ਯਾਨੀ ਕਿ ਕੁੱਲ ਮਿਲਾ ਕੇ ਇਹ ਆ ਕਿ 2022 ਜਿਹੜਾ ਉਹ ਉੱਤਰ ਪ੍ਰਦੇਸ਼ ਸਰਕਾਰ ਦੀ ਵੀ ਜੋ ਇੱਥੇ ਪੰਜਾਬ ਕਾਂਗਰਸ ਦੀ ਹਾਲਤ ਆ, ਇਹੀ ਹਾਲਤ ਉਹਨਾਂ ਦੀ ਆ। ਉਹਨਾਂ ਨੂੰ ਅਸੀਂ ਵਾਪਸੀ ਕਰਨੀ ਆ ਤੇ ਕਿੱਦਾਂ ਕਰਨੀ ਆ? ਹੁਣ ਪਿਛਲੇ ਵਾਧੇ ਨੂੰ ਕਿੰਨੀ ਕੁ ਦੇਰ ਹੋਈ ਆ? ਇਹਨਾਂ ਨੂੰ ਤੇ ਚਲੋ ਇਹਨਾਂ ਨੇ ਤਾਂ ਵਾਧਾ ਆ ਕੇ ਹੁਣ ਕੀਤਾ ਹੀ, ਜੇ ਕਹੀਏ ਵੀ 4.5 ਸਾਲਾਂ ਬਾਅਦ ਆ। 14.5 ਵੀ ਪੌਣੇ 5 ਬਾਅਦ ਹੀ ਕੀਤਾ ਨਾ। ਮਜਬੂਰੀ ਨੂੰ ਕੀਤਾ ਇਹਨਾਂ ਨੇ ਤਾਂ। ਇਹਨਾਂ ਤਾਂ ਮਜਬੂਰੀ ਨੂੰ ਕੀਤਾ। ਉਹਨਾਂ ਦੇ ਤਾਂ ਵਾਧੇ ਨੂੰ ਕੋਈ ਨਹੀਂ ਸੀ। ਉਹਨਾਂ ਦਾ ਤਾਂ ਵਾਧਾ ਅਜੇ 1.5 ਮਹੀਨਾ ਨਹੀਂ ਹੋ ਕੇ ਹਟਿਆ ਜਿੱਦਣ ਕੀਤਾ ਵਾ। ਦੂਜੀ ਵਾਰੀ ਫੇਰ ਉਹ ਵਾਧੇ 'ਚ ਆਣ ਉਤਰਿਆ। ਹੁਣ ਗੱਲ ਤੇ ਆ ਕਿ ਉਹਨਾਂ ਨੇ ਸਾਰੇ ਸਮੀਕਰਨ ਦੇਖਣੇ ਆ। ਹੁਣ ਦੇਖੋ ਵੀ ਕਿੱਥੇ ਰਾਜਨੀਤੀ ਰਹਿ ਗਈ, ਕਿੱਥੇ ਮੰਨ ਲਓ ਕਹਿੰਦੇ ਸੀ ਕਾਂਗਰਸ ਨੇ ਹੁਣ ਤੱਕ ਲੁੱਟਿਆ। ਹੁਣ ਜਤਨ ਪ੍ਰਸ਼ਾਦ ਆ ਪੰਡਤ ਜੀ, ਹੈ ਨਾ, ਇੰਨੇ ਸਾਲ ਕਾਂਗਰਸੀ ਰਿਹਾ। 3 ਮਹੀਨੇ ਪਹਿਲਾਂ ਉਹ ਛੱਡ ਕੇ ਇੱਧਰ ਆਇਆ ਤੇ ਅਗਲਿਆਂ ਨੇ ਚੱਕ ਕੇ ਕੈਬਨਿਟ ਮੰਤਰੀ ਬਣਾ ਦਿੱਤਾ, ਕੈਬਨਿਟ ਮੰਤਰੀ ਉਹ ਵੀ, ਹੈ ਨਾ। ਤੇ ਫਿਰ ਕਿੱਥੇ ਤੁਹਾਡੀ ਔਕਾਤ ਰਹਿ ਗਈ? ਫਿਰ ਉਹ ਕਾਂਗਰਸ ਕੀ ਮਾੜੀ ਹੈ ਜਿਹੜੀ 70 ਸਾਲ ਕਰਦੀ ਰਹੀ ਸੀ? ਬੰਦੇ ਤਾਂ ਉਹੀ ਨੇ। ਹੁਣ ਤੁਸੀਂ ਇੱਧਰ ਆ ਕੇ ਉਹਨਾਂ ਨੂੰ ਵਜ਼ੀਰੀ ਦੇਈ ਜਾਂਦੇ ਹੋ, ਫਿਰ ਫਰਕ ਕੀ ਹੈ? ਹੈ ਨਾ। ਤੁਸੀਂ ਨਵਾਂ ਕੀ ਲੈ ਕੇ ਆ ਰਹੇ ਹੋ ਸਿਆਸਤ ਦੇ ਵਿੱਚ? ਤੁਸੀਂ ਹੋਰ ਵੇਖੋ ਇਸ ਦੇ ਨਾਲ ਮਤਲਬ ਗੰਨੇ ਦੇ ਰੇਟ ਦੇ ਵਿੱਚ 25-30 ਰੁਪਏ ਵਾਧਾ ਕਰ ਦਿੱਤਾ। ਰਕੇਸ਼ ਟਕੈਤ ਕਹਿੰਦਾ ਜੋ ਮਰਜ਼ੀ ਕਰ ਲਓ, ਪੰਜਾਬ ਹਰਿਆਣਾ ਨਾਲੋਂ ਤੁਸੀਂ ਅਜੇ ਵੀ ਪਿੱਛੇ ਹੋ ਗੰਨੇ ਦੇ। ਉਹਦੇ 'ਚ 25 ਰੁਪਏ ਰੇਟ ਕੱਲ੍ਹ ਚੱਕ ਦਿੱਤਾ ਇਹਨਾਂ ਨੇ, 25-30 ਰੁਪਏ। ਅਤੇ ਉਹਦੇ ਨਾਲ ਵੀ ਮਤਲਬ ਕੀ ਫਰਕ ਪਏਗਾ? ਕੋਈ ਮਤਲਬ ਪਹਿਲਾਂ 5 ਰੁਪਏ ਸੈਂਟਰ ਨੇ ਵਧਾਇਆ ਸੀ ਅਤੇ ਹੁਣ ਯੂਪੀ ਸਰਕਾਰ ਨੇ 25-30 ਰੁਪਏ ਵਧਾ ਦਿੱਤਾ। ਕੀ ਉਹਦੇ ਨਾਲ ਕੋਈ ਅਸਰ ਇਸ ਦਾ ਰਹੇਗਾ ਜੋ ਇਹ ਹੁਣ ਮਤਲਬ ਵੇਲੇ 'ਤੇ ਸ਼ਰਾਧ ਕਰਨ ਲੱਗੇ ਨੇ? ਜੀ ਦੇਖੋ, ਪਹਿਲੀ ਗੱਲ ਤੇ ਹੈ ਕਿ ਜਤਿਨ ਪ੍ਰਸਾਦ ਜਿਹੜਾ ਇਹ ਰਾਹੁਲ ਗਾਂਧੀ ਦਾ ਖਾਸਮ ਖਾਸ ਸੀ। ਮੱਧ ਪ੍ਰਦੇਸ਼ ਤੋਂ ਜੋਤੀਰਾਓ ਸਿੰਧੀਆ, ਸਚਿਨ ਪਾਇਲਟ ਰਾਜਸਥਾਨ ਤੋਂ ਤੇ ਉੱਤਰ ਪ੍ਰਦੇਸ਼ ਤੋਂ ਜਤਿਨ ਪ੍ਰਸਾਦ ਜੀ। ਇਹਦੇ ਫਾਦਰ ਜਤਿੰਦਰ ਪ੍ਰਸਾਦ ਜਿਹੜੇ ਉਹ ਇੰਦਰਾ ਗਾਂਧੀ ਦੇ ਵੀ ਬਹੁਤ ਨਜ਼ਦੀਕੀ ਹੁੰਦੇ ਸੀ। ਪਰ ਹੁਣ ਗੱਲ ਹੈ ਕਿ ਹਾਲਾਤ ਐਸੇ ਬਣੇ ਕਿ ਉੱਤਰ ਪ੍ਰਦੇਸ਼ ਦੇ ਵਿੱਚ ਕਾਂਗਰਸ ਜਿਹੜੀ ਸੀ ਉਹਨੂੰ ਖਾਤਮੇ ਵੱਲ ਖਿੱਚ ਕੇ ਲੈ ਗਿਆ ਜਦੋਂ PV ਨਰਸਿਮਹਾ ਰਾਓ ਆਇਆ। PV ਨਰਸਿਮਹਾ ਰਾਓ ਨੇ ਇੱਕੋ ਹੀ ਕੰਮ ਕੀਤਾ ਜਿਹੜਾ ਉਹ 5 ਸਾਲ ਦੇ ਲਈ ਉਦੋਂ ਪ੍ਰਧਾਨ ਮੰਤਰੀ ਬਣਿਆ। ਉਹਨੂੰ ਸੀ ਵੀ ਜੋ ਮਰਜ਼ੀ ਹੋ ਜਾਏ, ਮੈਂ ਉੱਤਰ ਪ੍ਰਦੇਸ਼ ਜਿਹੜਾ ਉਹਨੂੰ ਕਾਂਗਰਸ ਮੁਕਤ ਕਰਨਾ, ਤੇ ਉਹ ਕਰ ਗਿਆ। ਦੁਬਾਰਾ ਪੈਰ ਹੀ ਨਹੀਂ ਲੱਗੇ। ਉਹ ਅਜੇ ਹੀ ਕਾਂਗਰਸ ਮੁਕਤ ਕਰਕੇ ਗਿਆ, ਉੱਤਰ ਪ੍ਰਦੇਸ਼ 'ਚ ਦੁਬਾਰਾ ਪੈਰ ਨਹੀਂ ਲੱਗੇ। ਠੀਕ ਆ, 2 ਵਾਰੀ ਸੱਤਾ 'ਚ ਜ਼ਰੂਰ ਆਏ ਕੇਂਦਰ 'ਚ, ਤੇ ਦੋਨੋਂ ਵਾਰੀ 20-22 ਸੀਟਾਂ ਜਿੱਤ ਲਈਆਂ ਉੱਥੋਂ ਪਾਰਲੀਮੈਂਟ ਦੀਆਂ, ਤੇ ਬਾਕੀ ਕੁਛ ਨਹੀਂ। ਵਿਧਾਨ ਸਭਾ ਚੱਲੇ ਪੱਲੇ ਕੁਛ ਨਹੀਂ ਪਿਆ ਕੁੱਲ ਮਿਲਾ ਕੇ ਆ। ਈਵਨ ਕਿ ਅਮੇਠੀ ਤੇ ਰਾਏਬਰੇਲੀ ਨੂੰ ਜਿੱਤਦੇ ਸੀ ਤਾਂ ਵੀ ਇਹੀ ਹਾਲਤ ਸੀ। ਹੁਣ ਜਿਹੜੀ ਮੌਜੂਦਾ ਸਰਕਾਰ ਆ ਉਹਨਾਂ ਨੂੰ ਦੇਖਦਾ ਜਿਸ ਤਰ੍ਹਾਂ ਕਿਸਾਨੀ ਅੰਦੋਲਨ ਉਹਨਾਂ ਨੂੰ ਟੱਕਰ ਦਿੰਦਾ ਦਿਖਾਈ ਦੇ ਰਿਹਾ, ਭਾਵੇਂ ਕਿ ਜ਼ਿਆਦਾ ਉਹਦਾ ਆਧਾਰ ਜਿਹੜਾ ਉਹ ਵੈਸਟਰਨ ਯੂਪੀ 'ਚ ਆ। ਔਰ ਜਿਹੜੀ ਵੈਸਟਰਨ ਯੂਪੀ ਆ ਉਹ ਸਾਰੀ ਗੰਨਾ ਬੈਲਟ ਆ। ਇਹ ਵੀ ਵੱਡੀ ਗੱਲ ਆ। ਜਿਹੜੀ ਬੁੰਦੇਲਖੰਡ ਦਾ ਏਰੀਆ ਨਾ, ਜਿਹੜੀ ਉਹ ਗੱਲ ਕਰਦੇ ਜਿੱਥੇ ਮਤਲਬ ਮੈਂ ਉਹ ਦੇਖਿਆ ਉੱਥੇ ਦੇਖੋ ਕੋਈ ਵੀ ਟਿਊਬਵੈੱਲ ਦਾ ਕਨੈਕਸ਼ਨ ਨਹੀਂ। ਮਤਲਬ ਕਿ ਪਿੰਡਾਂ 'ਚ ਵੀ ਅਜੇ ਤੱਕ ਲਾਈਟ ਨਹੀਂ ਆ ਉੱਥੇ। ਉਹ ਇੱਦਾਂ ਦਾ ਉਹਨੂੰ ਕੁਛ ਉਹਦੇ 'ਚ ਜਦੋਂ ਇਹਨਾਂ ਨੇ ਕਿਤੇ ਬੁੰਦੇਲਖੰਡ ਸਟੇਟ ਅਲੱਗ ਬਣੀ ਅਤੇ ਕੁਛ ਇਹ ਏਰੀਆ ਜਿਹੜਾ ਉੱਤਰ ਪ੍ਰਦੇਸ਼ ਦਾ ਅਤੇ ਕੁਛ ਮੱਧ ਪ੍ਰਦੇਸ਼ ਦਾ ਆ ਕੇ ਨਵੀਂ ਸਟੇਟ ਜਿਹੜੀ ਉਹ ਬਣਨੀ ਆ। ਉੱਥੇ ਇੱਕ ਫਸਲ ਹੁੰਦੀ ਆ ਸਾਰੇ ਦੇ ਸਾਰੇ ਬੁੰਦੇਲਖੰਡ 'ਚ, ਉਹ ਵੀ ਇਹ ਵਾਲੀ ਜਿਹੜੀ ਆ ਸਾਉਣੀ ਵਾਲੀ ਆ ਫਸਲ, ਆਪਣੇ ਹਾੜੀ ਵਾਲੀ ਜਿਹੜੀ ਆ ਉਹੀ ਹੋਣੀ ਆ।
ਉਹਦੇ ਵਿੱਚ ਕੀ ਹੋਣਾ, ਮਟਰ, ਛੋਲੇ, ਮਸਰ ਤੇ ਸਰੋਂ। ਬਸ ਜਿਹੜਾ ਜਦੋਂ ਇਹ ਸਾਰਾ ਕੁਝ ਨਿਪਟ ਗਿਆ ਨਾ, ਉਹਦੇ ਬਾਅਦ ਉਹਨਾਂ ਨੇ ਕੁਛ, ਕਿਸੇ ਨੇ 2 ਕਿੱਲੇ, ਕਿਸੇ ਨੇ 3 ਕਿੱਲੇ ਪਿਪਰਮੈਂਟ ਲਾ ਦੇਣਾ ਬਸ। ਤੇ ਪਿਪਰਮੈਂਟ ਵੀ ਜੇ ਉਹ ਪੁਦੀਨਾ ਹੁੰਦਾ, ਮੈਂਥਾ, ਉਹ ਪਿਪਰਮੈਂਟ ਕਹਿੰਦੇ, ਉਹਦਾ ਤੇਲ ਕਢਾ ਕੇ ਅੱਗੇ ਵੇਚਦੇ ਆ। ਤੇ ਉਹ ਜਿਹੜਾ ਜੇ ਕਿਤੇ ਬਰਸਾਤ ਜ਼ਿਆਦਾ ਹੋ ਗਈ, ਉਹ ਖੇਤ 'ਚ ਹੀ ਗਲ ਜਾਂਦਾ। ਉਹਦੀਆਂ 3 ਕਟਾਈਆਂ ਲੈਣੀਆਂ ਹੁੰਦੀਆਂ। ਉਹਦੇ ਬਾਅਦ ਉਹਦਾ ਬੀਜ ਉਹਨਾਂ ਨੇ ਸੰਭਾਲਣਾ ਹੁੰਦਾ, ਕਿਉਂਕਿ ਜੜ੍ਹਾਂ ਲੱਗਦੀਆਂ ਨੇ। ਉਹ ਲਾਉਣ ਦੀ ਵੀ ਟੈਕਨੀਕ ਉਹਨਾਂ ਦੀ ਬੜੀ ਤਕੜੀ ਆ। ਉਹਨਾਂ ਕੋਲ ਪਾਣੀ ਦਾ ਕੋਈ ਇੰਤਜ਼ਾਮ ਨਹੀਂ ਹੈ। ਪਾਣੀ ਉਹਨਾਂ ਨੇ ਫੁਹਾਰੇ ਨਾਲ ਲਾਉਣਾ। ਇੰਨਾ ਪੈਪ ਉਹਨਾਂ ਨੇ ਘਰ 'ਚ ਢੇਰ ਲਾਏ ਹੋਏ ਆ ਕਿ ਫੁਹਾਰੇ ਨਾਲ ਪਾਣੀ ਲਾਉਂਦੇ ਨੇ ਉੱਤੇ। ਔਰ ਉਹਨਾਂ ਦੀਆਂ ਸਮੱਸਿਆਵਾਂ ਅਲੱਗ ਨੇ। ਵੱਧ ਤੋਂ ਵੱਧ ਕੀ ਕਰਨਗੇ, ਜਦੋਂ ਬਰਸਾਤ ਘੱਟ ਹੋਈ ਉਦੋਂ ਤੇਲ ਬੀਜ ਦੇਣਗੇ। ਕੋਈ 1 ਏਕੜ, ਕੋਈ 2 ਏਕੜ ਬੀਜ ਜੂਗਾ। ਉਹਦੇ ਬਾਅਦ ਮੁੜ ਕੇ ਉਹਨਾਂ ਨੇ ਆ ਕੇ ਜਿਹੜੀ ਆ, ਉੱਥੇ ਕਿਸੇ ਨੇ ਕਣਕ ਬੀਜ ਦੇਣੀ ਆ, ਕਿਸੇ ਨੇ ਇਹੀ ਮਟਰ ਆ, ਕਿਸੇ ਨੇ ਮਸਰ ਬੀਜ ਦੇਣੇ, ਕਿਸੇ ਨੇ ਮਟਰ, ਕਿਸੇ ਨੇ ਛੋਲੇ ਤੇ ਕਿਸੇ ਨੇ ਸਰੋਂ ਲਾ ਦੇਣੀ ਹੈ। ਸਾਰਾ ਕੁਝ ਲਾ ਕੇ ਇੱਕ ਫਸਲ ਤੇ ਉਹਨਾਂ ਦਾ ਗੁਜ਼ਾਰਾ, ਦੂਜੀ ਫਸਲ ਉੱਥੇ ਨਹੀਂ ਹੈ। ਇਹ ਹਾਲਾਤ ਆ। ਤੁਸੀਂ ਅੰਦਾਜ਼ਾ ਲਾਓਗੇ ਕਿ ਜਦੋਂ ਉਹਨਾਂ ਨੂੰ ਦੱਸੀਦਾ ਸੀ ਵੀ ਸਾਡੇ ਪੰਜਾਬ 'ਚ ਗਾਂ ਜਿਹੜੀ ਆ ਉਹ 50, 60 ਜਾਂ 70 ਕਿਲੋ ਵੀ ਦੁੱਧ ਦੇ ਦਿੰਦੀ, ਉਹ ਹੱਸਦੇ ਸੀ। ਠੀਕ ਹੈ, ਉਹਨਾਂ ਦੀ ਗਾਂ ਜਿਹੜੀ ਉਹ 1.5 ਕਿਲੋ ਤੋਂ ਵੱਧ ਦੁੱਧ ਵਾਲੀ ਨਹੀਂ ਹੈ। ਉਹ ਵੀ 2 ਟਾਈਮ ਤੇ ਆ, 2 ਟਾਈਮ ਦਾ ਰਲਾ ਕੇ 1.5 ਕਿਲੋ ਦੁੱਧ ਆ। ਉਹ ਵੀ ਆਪਣੇ ਵਾਲੀਆਂ ਨਾਲ ਦੀਆਂ ਗਾਈਆਂ ਨੇ, ਕਿਉਂਕਿ ਉੱਥੇ ਚਾਰਾ ਹੀ ਨਹੀਂ ਹੈ। ਉਹਨਾਂ ਕੋਲ ਕੋਈ ਕੁਛ ਨਹੀਂ ਹੈ। ਉਹਨਾਂ ਦੀ ਹਾਲਤ ਇਹ ਆ ਕਿ ਨਾ ਉਹਨਾਂ ਦੇ ਕੋਲ ਕੋਈ ਚੀਜ਼ ਮਿਲੇ, ਨਾ ਕੁਛ ਆ। ਉਹ ਬਸ ਠੀਕ ਆ, ਬਰਸੀਨ ਬੀਜ ਤਾਂ ਉਹ ਲਿਆ ਕੇ ਪਾਤਾ। ਜਿਹੜਾ ਆਪਣੇ ਜਿਸ ਤਰ੍ਹਾਂ ਚਰੀ ਦਾ ਬਾਕੀ ਆ ਜਾਂਦਾ ਆ ਸਾਉਣੀ ਵਾਲੀ ਫਸਲ ਦੇ ਵਿੱਚ, ਉਹਨਾਂ ਦੇ ਕੋਈ ਪੱਠਾ ਹੈ ਹੀ ਨਹੀਂ ਉੱਥੇ। ਕੋਈ ਵੀ ਚਾਰੇ ਦੀ ਕੋਈ ਇੰਤਜ਼ਾਮ ਨਹੀਂ ਹੈ ਮੌਜੀ ਨੇ। ਪਰ ਜਿਵੇਂ ਹੁਣ ਇਹਨਾਂ ਨੇ ਸੁਰਿੰਦਰ ਵੀਰ ਯੂਪੀ ਦੇ ਵਿੱਚ 25 ਰੁਪਏ ਵਾਧਾ ਕੀਤਾ, ਸੌਰੀ 30 ਨਹੀਂ 25 ਹੈ, 25 ਰੁਪਏ ਵਾਧਾ ਕੀਤਾ, ਜਿਸ ਦੇ ਨਾਲ ਹੁਣ 325 ਤੋਂ 350 ਰੁਪਏ ਪ੍ਰਤੀ ਕੁਇੰਟਲ ਰੇਟ ਇਹਨਾਂ ਨੇ ਤੈਅ ਕੀਤਾ। ਪਰ ਇਹ ਰੇਟ ਮਿਲਦਾ ਨਹੀਂ ਹੈ। ਤੇ ਇਸ ਦੌਰਾਨ ਕਟਾਈ ਦੇ 'ਚ ਕਟੌਤੀ ਬਹੁਤ ਲੱਗਦੀ ਹੈ। ਪ੍ਰਾਈਵੇਟ ਘਲਾੜ ਨੇ, ਪ੍ਰਾਈਵੇਟ ਮਿਲ ਨੇ। ਪਰ ਇਹਦੇ ਨਾਲ ਹੁਣ ਸਰਕਾਰ ਨੇ ਦਾਅਵਾ ਕੀਤਾ ਕਿ 45 ਲੱਖ ਗੰਨਾ ਉਤਪਾਦਕਾਂ ਨੂੰ ਇਹਦਾ ਫਾਇਦਾ ਮਿਲੇਗਾ। ਪਰ ਕੇਸ ਸ਼ਿਕਾਇਤ ਕਹਿੰਦਾ ਜੋ ਮਰਜ਼ੀ ਕਰ ਲਓ, ਪੰਜਾਬ ਹਰਿਆਣਾ ਨਾਲੋਂ ਤਾਂ ਅਜੇ ਵੀ ਪਿੱਛੇ ਹੋ। ਯੋਗੀ ਨੇ ਭਾਵੇਂ ਵਾਅਦਾ ਕੀਤਾ ਕਿ 250-250 ਕਰੋੜ ਦੀਆਂ ਚੀਨੀ ਮਿੱਲਾਂ 25-25 ਕਰੋੜ ਨੂੰ ਵਿਕੀਆਂ ਨੇ। ਸਮਾਜਵਾਦੀ ਪਾਰਟੀ ਦੀ ਸਰਕਾਰ ਦੇ ਵਕਤ 11 ਮਿੱਲਾਂ ਵੀ ਬੰਦ ਹੋਈਆਂ ਨੇ। ਕਹਿੰਦੇ ਸਾਡੇ ਪ੍ਰਸ਼ਾਸਨ ਦੇ ਦੌਰਾਨ ਕੁਝ ਵੀ ਅਜਿਹਾ ਨਹੀਂ ਹੋਇਆ। ਇਹ ਜਿਹੜਾ ਹੁਣ 25 ਰੁਪਏ ਵਾਧਾ ਕੀਤਾ, ਕੀ ਇਸ ਦਾ ਅਸਰ ਵੇਖਦੇ ਹੋ? ਥੋੜਾ ਕਿਸਾਨੀ ਨੂੰ ਥੋੜਾ ਅਸਰ ਤਾਂ ਪਏਗਾ ਵੈਸੇ ਯੂਪੀ ਦੇ ਵਿੱਚ, ਜਿਸ ਤਰ੍ਹਾਂ ਇਹ ਜਾਤੀ ਸਮੀਕਰਨਾਂ ਦੇ ਆਧਾਰ ਤੇ ਇਹਨਾਂ ਨੇ ਇਹ 7 ਵਜ਼ੀਰ ਬਣਾਏ ਨੇ। ਤੇ ਦੂਸਰਾ ਖਾਸ ਕਰਕੇ ਗੰਨੇ ਦਾ ਜਿਹੜਾ ਰੇਟ ਵਧਾਇਆ, ਕੀ ਸਮੀਕਰਨ ਇਸ ਤੇ ਵੇਖਦੇ ਹੋ? ਜੀ ਨਹੀਂ, ਦੇਖੋ ਸਰਕਾਰਾਂ ਹਮੇਸ਼ਾ ਆਪਣੇ ਬੈਨੀਫਿਟ ਲਈ ਸਾਰਾ ਕੁਝ ਕਰਦੀਆਂ ਹੁੰਦੀਆਂ ਕਿ ਸਾਨੂੰ ਕਿੱਥੋਂ ਕੀ ਬੈਨੀਫਿਟ ਮਿਲ ਸਕਦਾ, ਕਿਉਂਕਿ ਇੰਟੈਲੀਜੈਂਸ ਬੈਠੀ ਆ। ਇੰਟੈਲੀਜੈਂਸ ਰਿਪੋਰਟ ਦਿੰਦੀ ਆ ਕਿ ਆਹ ਵਾਲਾ ਸਮਾਜ ਜਿਹੜਾ ਉਹ ਤੁਹਾਡੇ ਅੰਗੇਜਡ ਆ, ਉਹ ਵਾਲੀ ਕਾਸਟ ਉੱਥੇ ਤੁਹਾਡੇ ਅੰਗੇਜਡ ਆ, ਉਹਨਾਂ ਦਾ ਇਹ ਬੰਦਾ ਇਹਨੂੰ ਚੱਕ ਲਓ, ਕਰ ਲਓ, ਜੋ ਕੁਝ ਦਿੰਦੇ ਉਸੇ ਹਿਸਾਬ ਨਾਲ ਸਰਕਾਰਾਂ ਇੰਟੈਲੀਜੈਂਸ ਦੀ ਜਿੰਨੀ ਰਿਪੋਰਟ ਆ ਉਹਦੇ ਹਿਸਾਬ ਦੇ ਨਾਲ ਚੱਲਦੀਆਂ ਸਾਰਾ ਦਿਨ। ਇਹ ਜਿਹੜੀ ਗਿਣਤੀਆਂ ਮਿਣਤੀਆਂ ਕਰਕੇ ਜਮਾ ਘਟਾਓ ਕਰਕੇ ਉਹਨਾਂ ਨੇ ਕੀਤਾ। ਇਹ ਪੁੱਠਾ ਵੀ ਪੈ ਸਕਦਾ ਤੇ ਸਿੱਧਾ ਵੀ ਪੈ ਸਕਦਾ, ਦੋਨੋਂ ਆ। ਕਿਉਂਕਿ ਇਹ ਤਾਂ ਹੁਣ ਐਲਿਓਪੈਥੀ ਹੈ ਨਾ, ਸਮਾਂ ਥੋੜਾ ਬਚਿਆ ਨਾ। ਥੋੜੇ ਸਮੇਂ ਦੇ ਵਿੱਚ ਤੇ ਆ ਕਿ ਜਦੋਂ ਇਹ ਪਤਾ ਲੱਗੇ ਹੋਵੇ ਵੀ ਆਖਰੀ ਸਟੇਜ ਆ, ਆਖਰੀ ਸਟੇਜ ਦੇ ਉੱਤੇ ਤਾਂ ਆ ਕੇ ਇੱਕ ਹੁੰਦਾ ਕਿ ਇਹਨੂੰ ਬਚਾਓ, ਕਿੱਦਾਂ ਬਚਾਉਣਾ। ਠੀਕ ਹੈ, ਜੇ ਤੇ ਕੰਮ ਕਰ ਗਈ ਦਵਾਈ ਠੀਕ ਆ, ਤੇ ਜੇ ਦਵਾਈ ਨੇ ਬਹੁਤਾ ਜ਼ਿਆਦਾ ਅੜਿੰਗ ਚੜਾਤਾ ਤੇ ਫਿਰ ਜਿਹੜੇ 6 ਮਹੀਨੇ ਕੱਟਣੇ ਉਹ ਵੀ ਨਹੀਂ ਕਈ ਵਾਰੀ ਕੱਟੇ ਜਾਂਦੇ ਹੁੰਦੇ, ਪਹਿਲਾਂ ਛੁਟਕਾਰਾ ਹੋ ਜਾਂਦਾ ਹੁੰਦਾ। ਇਸ ਕਰਕੇ ਇਹ ਹੈ ਕਿ ਇਸ ਸਮੇਂ ਦੇ ਉੱਤੇ ਆ ਕੇ ਸਮੀਕਰਨ ਬਿਠਾਉਣੇ ਤੇ ਬਿਠਾ ਕੇ ਆਪਣੇ ਆਪ ਨੂੰ ਦੁਬਾਰਾ ਸੱਤਾ 'ਚ ਲਿਆਉਣਾ। ਕਿਉਂਕਿ ਦੇਖੋ ਉੱਥੇ ਇੱਕ ਗੱਲ ਤਾਂ ਬੜੀ ਸਪਸ਼ਟ ਆ, ਮੈਂ ਵਾਰ-ਵਾਰ ਕਹਿ ਰਿਹਾ ਕਿ ਪਤਾ ਨਹੀਂ ਸੰਯੁਕਤ ਕਿਸਾਨ ਮੋਰਚਾ ਕਿਉਂ, ਅਸੀਂ ਜੀ ਸਾਡਾ ਮਿਸ਼ਨ ਉੱਤਰ ਪ੍ਰਦੇਸ਼, ਤੁਹਾਡਾ ਜਿਹੜਾ ਮਿਸ਼ਨ ਉੱਤਰ ਪ੍ਰਦੇਸ਼ ਆ ਉਹ ਇਕੱਲਾ ਵੈਸਟਰਨ ਯੂਪੀ ਤੱਕ ਸੀਮਤ ਆ। ਤੇ ਵੈਸਟਰਨ ਯੂਪੀ ਦੀਆਂ ਸੀਟਾਂ ਕੱਢ ਲਓ ਕਿੰਨੀਆਂ ਨੇ, ਉਹ ਸਾਰੇ ਦੀਆਂ ਸਾਰੀਆਂ ਬੀਜੇਪੀ ਦੀਆਂ ਹਰਾ ਦੋਗੇ, ਤੁਸੀਂ ਬਾਕੀ ਕਿੱਥੇ ਜਾਓਗੇ? ਬਾਕੀ ਯੂਪੀ ਕਿੱਡੀ ਆ, 403 ਸੀਟਾਂ ਨੇ ਟੋਟਲ। ਤੁਸੀਂ ਬਾਕੀ ਦੇ ਵਿੱਚ ਉਹਨਾਂ ਨੂੰ ਕਿੱਥੇ ਉਹਨਾਂ ਨੂੰ ਜਿਹੜੀ ਉਹ ਸੱਟ ਲੱਗੇਗੀ। ਦੂਜੀ ਗੱਲ, ਜਿੱਥੋਂ ਤੱਕ ਸੈਂਟਰਲ ਯੂਪੀ ਤੇ ਵੈਸਟਰਨ ਯੂਪੀ, ਇਹਦੇ ਵਿੱਚ ਹੀ ਮੁਲਾਇਮ ਸਿੰਘ ਯਾਦਵ ਦਾ ਆਧਾਰ ਆ। ਠੀਕ ਹੈ, ਜਦੋਂ ਤੁਸੀਂ ਬੁੰਦੇਲਖੰਡ ਦੇ ਏਰੀਏ ਨੂੰ ਜਾਓਗੇ ਉੱਥੇ ਜਾ ਕੇ ਬਹੁਜਨ ਸਮਾਜ ਪਾਰਟੀ ਦਾ ਆਧਾਰ ਜ਼ਿਆਦਾ ਆਏਗਾ, ਕਿਉਂਕਿ ਉੱਥੇ ਪਛੜਾ ਵਰਗ ਬਹੁਤ ਜ਼ਿਆਦਾ ਵਾ। ਠੀਕ ਹੈ ਨਾ। ਇਹ ਕਿਤੇ ਨਾ ਕਿਤੇ ਇਹ ਜਿਹੜੇ ਸਮੀਕਰਨ ਆ, ਇਹਨਾਂ ਸਾਰਿਆਂ ਨੂੰ ਧਿਆਨ 'ਚ ਰੱਖਣਾ ਪਏਗਾ ਤੇ ਕਿਸੇ ਵੀ ਇੱਕ ਧਿਰ ਦੇ ਨਾਲ ਜਿਹੜਾ ਨੰਗੇ ਧੜ ਹੋ ਕੇ ਖੜਨਾ ਪਏਗਾ ਸੰਯੁਕਤ ਕਿਸਾਨ ਮੋਰਚੇ ਨੂੰ।
ਜੇ ਕਹਿ ਦੋ ਕਿ ਰਾਕੇਸ਼ ਟਕੈਤ ਇਕੱਲੇ ਨੂੰ ਧੱਕ ਦੋ ਕਰ ਦੋ, ਇਕੱਲਾ ਬੰਦਾ ਕੁਝ ਨਹੀਂ ਕਰ ਸਕੇਗਾ। ਪਲਾਨਿੰਗ ਤੁਹਾਨੂੰ ਲੰਬੀ ਲੈ ਕੇ ਜੇ ਬੀਜੇਪੀ ਨੂੰ ਹਰਾਉਣਾ ਜਾਣਾ ਪਏਗਾ। ਜੇ ਨਹੀਂ ਹੈ ਤਾਂ ਫਿਰ ਬੀਜੇਪੀ ਨੇ ਤੁਸੀਂ ਦੇਖਿਓ ਕਿ ਜਿਸ ਦਿਨ ਕੋਡ ਆਫ ਕੰਡਕਟ ਲੱਗਾ ਤੇ 5 ਸਟੇਟਾਂ 'ਚ ਇਕੱਠਾ ਲੱਗਾ, ਉੱਤਰਾਂਚਲ ਲੱਗੇਗਾ, ਮਨੀਪੁਰ ਲੱਗੇਗਾ, ਗੋਆ ਲੱਗੇਗਾ, ਪੰਜਾਬ ਤੇ ਉੱਤਰ ਪ੍ਰਦੇਸ਼ ਲੱਗੇਗਾ, 5 'ਚ ਇਕੱਠਾ ਲੱਗੇਗਾ। ਔਰ ਸਭ ਤੋਂ ਲੰਬੀ ਚੋਣ ਪ੍ਰਕਿਰਿਆ ਜਿਹੜੀ ਉੱਤਰ ਪ੍ਰਦੇਸ਼ ਦੀ ਹੋਏਗੀ, ਪਹਿਲੀ ਤੋਂ ਲੈ ਕੇ ਲਾਸਟ ਤੱਕ। ਜਿਸ ਤਰ੍ਹਾਂ 8 ਫੇਸ ਦੇ ਵਿੱਚ ਉਹਦੀ ਕਰਵਾਈ ਸੀ ਵੈਸਟ ਬੰਗਾਲ ਦੀ, ਉਹੀ ਕੁਛ ਉੱਤਰ ਪ੍ਰਦੇਸ਼ 'ਚ ਕਰਾਉਣਗੇ। ਉਹਨਾਂ ਨੇ ਹਰਬਾ ਜਰਬਾ ਵਰਤਣਾ, ਉਹ ਹਰਬੇ ਜਰਬੇ ਨੂੰ ਕਿਸ ਤਰ੍ਹਾਂ ਹਿਲਾਉਣਾ ਉਹ ਸੰਯੁਕਤ ਕਿਸਾਨ ਮੋਰਚੇ ਨੂੰ ਦੇਖਣਾ ਪਏਗਾ। ਕਿਉਂਕਿ ਮੇਨ ਜੇ ਟੱਕਰ ਇਸ ਵੇਲੇ ਆਮੋ ਸਾਹਮਣੀ ਹੋਈ ਪਈ ਆ ਤਾਂ ਉਹ ਕਿਸਾਨਾਂ ਦੀ ਤੇ ਬੀਜੇਪੀ ਦੀ ਹੋਈ ਆ। ਕਾਂਗਰਸ ਨੂੰ ਬਹੁਤਾ ਫਰਕ ਨਹੀਂ ਪੈਂਦਾ, ਬਹੁਜਨ ਸਮਾਜ ਪਾਰਟੀ ਨੂੰ ਨਹੀਂ ਪੈਂਦਾ। ਬਹੁਜਨ ਸਮਾਜ ਪਾਰਟੀ ਆਈ, ਉਹਨਾਂ ਨੇ ਕਿਹਦੀ ਵੋਟ ਕੱਟਣੀ ਉਹ ਆਪਣੇ ਸਾਹਮਣੇ ਆ, ਸਾਰਾ ਕੁਛ ਆ। ਕਾਂਗਰਸ ਜਿਹੜੀ ਆ ਉਹਦੇ 'ਚ ਜਾਨ ਨਹੀਂ ਆ ਉੱਤਰ ਪ੍ਰਦੇਸ਼ 'ਚ, ਤੇ ਕਾਂਗਰਸ ਤੇ ਸਮਾਜਵਾਦੀ ਪਾਰਟੀ ਇਕੱਠੀਆਂ ਨਹੀਂ ਹੋ ਰਹੀਆਂ ਤੇ ਕੱਲੀ ਨੇ ਟੱਕਰ ਦੇਣੀ, ਤੇ ਕੱਲੀ ਤੇ ਫਿਰ ਸਮਾਜਵਾਦੀ ਪਾਰਟੀ ਬਚੀ ਆ। ਤੇ ਜੇ ਸੰਯੁਕਤ ਕਿਸਾਨ ਮੋਰਚਾ ਦੇਖੇ ਕਿ ਕੱਲ ਨੂੰ ਕਾਂਗਰਸ ਸਾਡੇ ਨਾਲ ਨੈਸ਼ਨਲ ਲੈਵਲ ਤੇ ਨਾਰਾਜ਼ ਹੋ ਜਾਏ, ਅਸੀਂ ਇਕੱਲੇ ਦੀ ਨਹੀਂ ਕਰ ਸਕਦੇ, ਕਰਨੀ ਪਏਗੀ। ਵੈਸਟ ਬੰਗਾਲ ਤੇ ਉੱਤਰ ਪ੍ਰਦੇਸ਼ ਦੀ ਰਾਜਨੀਤੀ 'ਚ ਜ਼ਮੀਨ ਅਸਮਾਨ ਦਾ ਫਰਕ ਆ। ਜੇ ਉੱਤਰ ਪ੍ਰਦੇਸ਼ 'ਚ ਆਉਣਾ ਤੇ ਨੰਗੇ ਧੜ ਇੱਕ ਧਿਰ ਦੀ ਸਪੋਰਟ ਕਰਨੀ ਪਏਗੀ। ਨਹੀਂ ਕਰੋਗੇ ਤੇ ਬਹੁਤ ਵੱਡੀ ਮਾਰ ਖਾਓਗੇ। ਜੇ ਉੱਤਰ ਪ੍ਰਦੇਸ਼ 'ਚ ਬੀਜੇਪੀ ਜਿੱਤ ਕੇ ਵਾਪਸ ਆ ਗਈ ਤਾਂ ਕਿਸਾਨੀ ਸੰਘਰਸ਼ ਨੂੰ ਬਹੁਤ ਵੱਡੀ ਸੱਟ ਜਿਹੜੀ ਉਹ ਲੱਗੇਗੀ। ਭਾਵੇਂ ਦੇਖੋ ਲੱਖ ਪਛੜੇ ਭਾਈਚਾਰਿਆਂ 'ਚ ਬਣਾਈ ਜਾਣ, ਪਰ ਜਿਹੜੀ ਅਸਲ ਦੇ ਵਿੱਚ ਹੈ ਨਾ, ਮੀਡੀਆ ਪੇਸ਼ ਤਾਂ ਕਰਦਾ ਜੇ ਲੋਕਾਂ ਤੱਕ ਪਹੁੰਚਣ। ਹੁਣ ਯੋਗੀ ਸਾਹਿਬ ਨੇ ਇਹ ਮੰਤਰੀ ਮੰਡਲ 'ਚ ਜਿਹੜੇ 7 ਰਤਨ ਚੁਣੇ ਨੇ, ਇਹਨਾਂ 'ਚੋਂ 2 ਦਾਗੀ ਨੇ ਤੇ 7 'ਚੋਂ 6 ਕਰੋੜਪਤੀ ਨੇ। ਇਹ ਹਾਲਾਂਕਿ ਦਿਨੇਸ਼ ਖਟੀਕ ਭਾਈਚਾਰੇ 'ਚੋਂ ਆਏ ਨੇ, ਇਹ 9ਵੀਂ ਪਾਸ ਨੇ। ਜਤਨ ਪ੍ਰਸ਼ਾਦ ਦੇ ਕੋਲ 3 ਕਰੋੜ ਤੋਂ ਜ਼ਿਆਦਾ ਦੀ ਜਾਇਦਾਦ ਹੈ। ਤੇ ਹੁਣ ਦੀ ਜਿਹੜੀ ਕੈਬਨਿਟ ਦੇ ਵਿੱਚ ਜਿਹੜੀ ਯੋਗੀ ਸਾਹਿਬ ਦੀ ਕੈਬਨਿਟ ਹੈ, 45 ਮੰਤਰੀ ਨੇ ਨਾ, 45% ਮੰਤਰੀ ਨੇ ਜਿਹੜੇ ਉਹ ਕ੍ਰਿਮੀਨਲ ਰਿਕਾਰਡ ਹੈ ਉਹਨਾਂ ਦਾ। ਸੋ ਇਸ ਸੰਬੰਧੀ ਇਹ ਜਿਹੜਾ ਮਤਲਬ 7 'ਚੋਂ ਜਿਹੜੇ ਨੇ 6 ਕਰੋੜਪਤੀ ਨੇ ਤੇ 7 'ਚੋਂ ਜਿਹੜੇ ਚੁਣੇ ਗਏ ਨੇ ਉਹਨਾਂ 'ਚੋਂ 2 ਦਾਗੀ ਨੇ ਜਿਨ੍ਹਾਂ ਤੇ ਕੇਸ ਵੱਖ-ਵੱਖ ਮਾਮਲਿਆਂ 'ਚ ਚੱਲ ਰਹੇ ਨੇ। ਸੋ ਟੋਟਲ ਜਿਹੜੇ ਉਹਨਾਂ ਦੇ ਮੰਤਰੀ ਨੇ, ਟੋਟਲ ਮੰਤਰੀਆਂ ਦੇ ਵਿੱਚੋਂ 80% ਮੰਤਰੀ ਕਰੋੜਪਤੀ ਨੇ, ਜਦੋਂ ਕਿ 45% ਮੰਤਰੀਆਂ ਤੇ ਕ੍ਰਿਮੀਨਲ ਕੇਸ ਚੱਲ ਰਹੇ ਨੇ। ਤੁਸੀਂ ਵੇਖ ਲਓ ਕਿ ਉਹਨਾਂ ਤੇ ਕਿਸੇ ਦੇ ਮਾਰਕੁੱਟ ਦਾ, ਕਿਸੇ ਤੇ ਬਲਾਤਕਾਰ ਦਾ, ਕਿਸੇ ਤੇ ਉਹਦਾ, ਭਾਵੇਂ ਤੁਸੀਂ ਲੱਖ ਕਹਿ ਲਓ ਕਿ ਹਾਂ ਜੀ ਸਾਡਾ ਭਾਈਚਾਰਾ ਜੀ, ਫਲਾਮ ਭਾਈਚਾਰਾ ਜੀ, ਮਤਲਬ ਯੋਗੀ ਸਾਹਿਬ ਦੀ ਕੈਬਨਿਟ ਦੇ 45% ਮੰਤਰੀ ਕ੍ਰਿਮੀਨਲ ਰਿਕਾਰਡ ਵਾਲੇ ਨੇ। ਕੀ ਕਰੋਗੇ ਤੁਸੀਂ? ਸਾਧ ਹੋਣ ਨਾਲ ਥੋੜਾ ਸਾਰਾ ਕੁਝ ਹੋ ਜਾਂਦਾ। ਫਿਰ ਬਾਅਦ ਦੇ ਵਿੱਚ ਇਹ ਕਹਿੰਦੇ ਨਹੀਂ ਜੀ ਵਿਰੋਧੀਆਂ ਨੇ ਫਸਾਤਾ ਸਾਨੂੰ। ਹਾਲਾਂਕਿ ਹਾਈ ਕੋਰਟ ਦਾ, ਸੁਪਰੀਮ ਕੋਰਟ ਦਾ ਆਦੇਸ਼ ਆ ਵੀ ਗਿਆ ਕਿ ਜੇ ਹਾਈ ਕੋਰਟ ਕਿਸੇ ਨੂੰ ਬਰੀ ਕਰਨਾ ਚਾਹੁੰਦਾ, ਕਿਸੇ ਕੇਸ ਦੇ ਵਿੱਚ ਕਲੀਨ ਚਿੱਟ ਦੇਣਾ ਚਾਹੁੰਦਾ ਹੈ, ਤੇ ਅਸੀਂ ਕਹਿੰਦੇ ਦਖਲ ਅੰਦਾਜ਼ੀ ਨਹੀਂ ਕਰਾਂਗੇ। ਕਿਉਂਕਿ ਮੇਰਠ ਇਲਾਕੇ ਦੇ ਵਿੱਚ, ਮੁਜ਼ੱਫਰਨਗਰ ਇਲਾਕੇ 'ਚ ਦੰਗਿਆਂ ਦੇ ਕੁਝ ਦੋਸ਼ੀ ਸੀ ਜਿਹੜੇ, ਉਹਨਾਂ ਨੂੰ ਕਲੀਨ ਚਿੱਟ ਦਿੱਤੀ ਗਈ ਸੀ। ਸੋ ਇਸ ਮਾਮਲੇ 'ਚ ਜੇ ਮਤਲਬ ਲੋਕਤੰਤਰ 'ਚ ਹੈ ਕੀ ਹੈ, ਲਾਠੀ ਤੰਤਰ ਲੁੱਚਿਆਂ ਦੀ ਸਰਕਾਰਾਂ ਹੋ ਗਈਆਂ। ਜੇ 45% ਮੰਤਰੀਆਂ ਦਾ ਰਿਕਾਰਡ ਕ੍ਰਿਮੀਨਲ ਹੈ, ਤੁਸੀਂ ਕੀ ਉਮੀਦ ਕਰਦੇ ਹੋ ਜੀ ਸੁਰਿੰਦਰ? ਨਹੀਂ ਬਿਲਕੁਲ ਗੱਲ ਇਹ ਆ ਕਿ ਮੈਂ ਕਿਹਾ ਨਾ ਲਾਠੀ ਦੀ ਗੱਲ ਕਰੋ ਨਾ ਲੁੱਚੇ ਕਹੋ, ਕੁਛ ਨਹੀਂ ਕਹਿਣਾ। ਸਿੱਧਾ ਮੰਤਰੀ ਕਹਿ ਦਿਓ, ਲੋਕ ਆਪਣੇ ਆਪ ਸਮਝ ਜਾਂਦੇ ਕਿ ਕਿਹੜੀ ਕੈਟਾਗਰੀ ਆ। ਬਸ ਹੁਣ ਲੋਕਾਂ ਨੂੰ ਇਹ ਪਤਾ ਲੱਗ ਚੁੱਕਿਆ ਵਾ, ਪਰ ਬਦਕਿਸਮਤੀ ਵੋਟਾਂ ਵੇਲੇ ਨਹੀਂ ਉਹਨਾਂ ਨੂੰ ਸਮਝ ਆਉਂਦੀ। ਕਿਉਂਕਿ ਜਿਹੜੀਆਂ 2 ਜਾਂ 3 ਧਿਰਾਂ ਉਤਰਦੀਆਂ ਉਹ ਸਾਰੇ ਇੱਕੋ ਜਿਹੇ ਹੁੰਦੇ ਆ, ਇੱਕੋ ਹੀ ਰੰਗ ਦੇ ਹੁੰਦੇ ਆ, ਇੱਕੋ ਨਸਲ ਦੇ ਹੁੰਦੇ ਆ। ਫਿਰ ਉਹਨਾਂ ਨਸਲਾਂ 'ਚੋਂ ਇੱਕ ਨਸਲ ਚੁਣਨੀ ਪੈਂਦੀ ਆ, ਠੀਕ ਹੈ ਨਾ। ਉਹ ਕਈ ਵਾਰ ਬੱਚੇ ਜਿੱਦ ਕਰਦੇ ਆ ਕਿ ਅਸੀਂ ਪਾਪਾ ਜੀ ਸਾਨੂੰ ਅਸੀਂ ਤਾਂ ਕੁੱਤਾ ਰੱਖਣਾ, ਉਹਨੂੰ ਕਹੀਦਾ ਵੀ ਆਹ 5-7 ਪਏ ਉਹਨਾਂ 'ਚ ਚੁਣ ਲਓ ਕਿਹੜਾ ਇੱਕ ਚੁਣਨਾ, ਠੀਕ ਹੈ ਨਾ। ਹੁਣ ਉਹ ਹਾਲਾਤ ਬਣਦੀ ਆ। ਹੁਣ ਲੋਕ ਜਾਣ ਤੇ ਕਿੱਥੇ ਜਾਣੇ, ਵੱਡੀ ਸਮੱਸਿਆ, ਠੀਕ ਹੈ। ਹੁਣ ਜਿਹੜਾ ਕੁਰਸੀ ਨਾਲ ਚਿੰਬੜ ਗਿਆ ਉਹ ਛੱਡਣਾ ਨਹੀਂ ਚਾਹੁੰਦਾ। ਪੋਲੀਟੀਕਲ ਪਾਰਟੀਆਂ ਨੇ ਇਲੈਕਸ਼ਨ ਪ੍ਰੋਸੈਸ ਜਿਹੜਾ ਪੂਰੇ ਕੰਟਰੀ ਦਾ ਇੰਨਾ ਕੁ ਮਹਿੰਗਾ ਕਰ ਦਿੱਤਾ ਕਿ ਆਮ ਬੰਦੇ ਦੇ ਵੱਸ ਤੋਂ ਬਾਹਰ ਹੋ ਗਿਆ। ਆਮ ਬੰਦਾ ਕਿਸੇ ਪੋਲੀਟੀਕਲ ਪਾਰਟੀ ਨੂੰ ਜੁਆਇਨ ਨਹੀਂ ਕਰ ਸਕਦਾ, ਕਿਉਂਕਿ ਪਹਿਲਾਂ ਤਾਂ ਉਹਨੇ ਮੋਟੀ ਰਕਮ ਕਮਾਈ ਹੋਵੇ, ਪਹਿਲਾਂ ਪਾਰਟੀ ਪ੍ਰਧਾਨ ਤੱਕ ਚੱਕ ਕੇ ਵੱਡੇ ਗੱਫੇ ਜਿਹੜੇ ਉਹ ਝੋਕਣ ਤੋਂ ਬਾਅਦ ਫਿਰ ਉਹ ਇਲੈਕਸ਼ਨ ਪ੍ਰੋਸੈਸ 'ਚ ਉਤਰੇ। ਪ੍ਰਧਾਨ ਦਾ ਤੁਹਾਡੇ ਮਗਰ ਪੂਰਾ ਹੱਥ ਹੋਵੇ, ਉਸ ਤੋਂ ਬਾਅਦ ਫਿਰ ਤੁਸੀਂ ਅੱਗੇ ਜਿਹੜਾ ਉਹ ਲੁੱਟ ਮਚਾਉਣੀ ਸ਼ੁਰੂ ਜਿਹੜੀ ਉਹ ਫੇਰ ਕਰੋਗੇ, ਠੀਕ ਹੈ। ਪਰ ਲੁੱਟ ਇੰਨੀ ਕੁ ਮਚਾਓਗੇ ਕਿ ਕਿਉਂਕਿ ਉਹਨਾਂ ਨੂੰ ਗੱਫੇ ਗਏ ਹੁੰਦੇ ਉਹ ਵੀ ਨਹੀਂ ਫਿਰ ਬੋਲਦੇ। ਹੁਣ ਬਹੁਤ ਕੁਛ ਜਿਹੜਾ ਉਹ ਪਾਰਟੀਆਂ ਜਿਹੜੀਆਂ ਖਾਸ ਕਰਕੇ ਜਿਹੜੀਆਂ ਨੈਸ਼ਨਲ ਪਾਰਟੀਆਂ 'ਚ ਬਹੁਤ ਕੁਛ ਵਾਪਰਦਾ,
ਔਰ ਤੁਸੀਂ ਦੇਖਿਓ ਉੱਤਰ ਪ੍ਰਦੇਸ਼ ਜਿਹੜਾ ਉਹ ਖਾਸ ਕਰਕੇ ਜਿੱਤਣਾ ਜਿਹੜਾ ਉਹ ਜ਼ਰੂਰੀ ਹੋਇਆ ਪਿਆ ਅਜੀਤ ਜੋਗੀ ਦੇ ਲਈ, ਆਪਣਾ ਜੋਗੀ ਆਦਿੱਤਿਆਨਾਥ ਦੇ ਲਈ। ਉਹ ਇਸ ਕਰਕੇ ਕਿ ਤੁਸੀਂ ਇੱਕ ਯਾਦ ਰੱਖ ਲਿਓ 2024 ਦੇ ਵਿੱਚ ਜਿਹੜੀ ਚੋਣ ਹੋਈ ਉਸ ਵੇਲੇ ਪ੍ਰਧਾਨ ਮੰਤਰੀ ਦਾ ਚਿਹਰਾ ਜੋਗੀ ਆਦਿੱਤਿਆਨਾਥ ਹੋਏਗਾ, ਨਾ ਕਿ ਨਰਿੰਦਰ ਮੋਦੀ ਹੋਏਗਾ। ਬਿਲਕੁਲ ਬਿਲਕੁਲ। ਦੂਜੇ ਬੰਨੇ ਦੇਖੋ ਹਰ ਪਾਰਟੀ ਕਰਦੀ ਹੈ। ਤੁਸੀਂ ਵੇਖੋ ਕਿ ਗੁਜਰਾਤ ਦੇ ਵਿੱਚ ਜਿਹੜੇ ਹੁਣ ਖਾਸ ਕਰਕੇ ਜਗਨੇਸ਼ ਮਵਾਨੀ ਤੇ ਕਨਈਆ ਕੁਮਾਰ ਬੜੇ ਚਰਚਿਤ ਸਟੂਡੈਂਟ ਆਗੂ ਨੂੰ ਪਹਿਲਾਂ ਕਾਮਰੇਡ ਬਣ ਗਏ ਸੀ, ਤੇ ਹੁਣ ਐਲਾਨ ਕਰ ਦਿੱਤਾ ਕਿ 27 ਨੂੰ ਤਾਂ ਚਲੋ ਬੰਦ ਹੈ, 28 ਸਤੰਬਰ ਨੂੰ ਕਨਈਆ ਕੁਮਾਰ ਉਹ ਭਗਤ ਸਿੰਘ ਦੇ ਵਿਚਾਰਾਂ ਦਾ ਕਾਫੀ ਪ੍ਰਸਾਰ ਵੀ ਕਰਦਾ ਹੈ। ਸੋ ਯੂਥ ਦੇ ਵਿੱਚ ਬੜਾ ਚਰਚਿਤ ਆਗੂ ਵੀ ਹੈ। ਇਲੈਕਸ਼ਨ ਤਾਂ ਨਹੀਂ ਜਿੱਤ ਸਕਿਆ ਗਿਰੀਰਾਜ ਤੋਂ, ਕਿਉਂਕਿ ਪਾਰਟੀ ਇੱਦਾਂ ਦੀ ਚੁਣ ਲਈ। ਇਸ ਦੌਰਾਨ ਜੇ ਪਹਿਲਾਂ ਕਾਂਗਰਸ 'ਚ ਆਇਆ ਹੁੰਦਾ ਤਾਂ ਕੀ ਹਾਲ ਹੋਣਾ ਸੀ ਹੁਣ, ਕਿਉਂਕਿ ਕਨਈਆ ਕੁਮਾਰ ਦੀ ਬੜੇ ਤਾਮ ਝਾਮ ਦੇ ਨਾਲ ਸ਼ਮੂਲੀਅਤ ਹੋ ਰਹੀ ਹੈ ਕਾਂਗਰਸ ਪਾਰਟੀ ਦੇ ਵਿੱਚ, ਕਿਉਂਕਿ ਜਿਹੜਾ ਜਗਨੇਸ਼ ਮਵਾਨੀ ਨੇ, ਕਿਉਂਕਿ ਗੁਜਰਾਤ ਦੇ ਵਿੱਚ ਉਹ ਜਿੱਤੇ ਨੇ ਉਸ ਹਲਕੇ ਤੋਂ, ਕਾਂਗਰਸ ਨੇ ਵਡਗਾਮ ਤੋਂ ਆਪਣਾ ਉਮੀਦਵਾਰ ਨਹੀਂ ਸੀ ਉਤਾਰਿਆ, ਤੇ ਮਵਾਨੀ ਤੇ ਕਨਈਆ ਕੁਮਾਰ ਨੇ 28 ਸਤੰਬਰ ਨੂੰ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ। ਸੋ ਕਾਂਗਰਸ ਪਾਰਟੀ ਨੂੰ ਕੋਈ ਸਟਾਰ ਪ੍ਰਚਾਰਕ ਕਨਈਆ ਤਾਂ ਮਿਲ ਗਿਆ, ਜਿਹੜਾ ਡਿਬੇਟ ਦੇ ਵਿੱਚ ਕਾਫੀ ਵਾਰਾ ਸਾਰਾ ਵੀ ਲੈਂਦਾ ਹੈ, ਤੇ ਯੂਥ ਦੇ ਵਿੱਚ ਕਾਫੀ ਚਰਚਿਤ ਚਿਹਰਾ ਵੀ ਹੈ। ਲੋਕ ਕਹਿੰਦੇ ਵੀ ਸੀ ਕਿ ਇੱਦਾਂ ਦੇ ਜਿਹੜੇ ਆਮ ਲੋਕ ਨੇ ਪੋਲੀਟੀਕਲ ਪਾਰਟੀਆਂ 'ਚ ਜਾਣੇ ਵੀ ਚਾਹੀਦੇ ਨੇ। ਵੈਸੇ ਇੱਕ ਅੱਛਾ ਟਰੈਂਡ ਹੈ ਕਿ ਕੋਈ ਖਾਨਦਾਨੀ ਪਿਛੋਕੜ ਸਿਆਸੀ ਨਹੀਂ ਹੈ, ਪੜ੍ਹੇ ਲਿਖੇ ਵਰਗ 'ਚੋਂ ਹੈ, ਯੂਥ 'ਚੋਂ ਨਿਕਲਿਆ ਹੋਇਆ ਆਗੂ ਹੈ। ਇਹ ਚੰਗੀ ਗੱਲ ਹੈ ਕਿ ਮਤਲਬ ਸਿਆਸਤ 'ਚ ਇੱਦਾਂ ਦੇ ਲੋਕ ਸਾਫ਼ ਸੁਥਰੇ ਆਉਣ, ਜਿਨ੍ਹਾਂ ਦੀ ਡਿਬੇਟ ਦੇ ਹਰ ਕੋਈ ਕਾਇਲ ਵੀ ਹੈ। ਕਿਵੇਂ ਵੇਖਦੇ ਹੋ ਇਹਨਾਂ ਦਾ ਕਨਈਆ ਕੁਮਾਰ ਹੋਰਾਂ ਦੀ ਕਾਂਗਰਸ ਦੇ ਵਿੱਚ ਆਮਦ ਨੂੰ? ਤੇ ਉਧਰ ਆਪਾਂ ਸਮਾਪਤੀ ਕਰਾਂਗੇ। ਅੱਜ ਥੋੜਾ ਜਿਹਾ ਸਮਾਂ ਜਿਹੜਾ ਘੱਟ ਲਵਾਂਗੇ, ਜ਼ਿਆਦਾ ਲੰਮਾ ਗੱਲ ਨਹੀਂ ਕਰ ਸਕਾਂਗੇ, ਮਾਫੀ ਚਾਹੁੰਦੇ ਹਾਂ ਸਤਿਕਾਰਤ ਸਰੋਤਿਆਂ ਤੋਂ ਆਪਣੇ ਤੋਂ। ਤੇ ਕਿਉਂਕਿ ਕਿਸਾਨ ਅੰਦੋਲਨ ਤੇ ਵੀ ਥੋੜੀ ਅਪਡੇਟ ਆਪਾਂ ਸਵੇਰ ਵਕਤ ਦੀ ਦਿੰਦੇ ਹਾਂ। ਹਾਲਾਂਕਿ ਇਸ ਵਕਤ ਜਿਹੜਾ ਹੈਗਾ ਪਹਿਲਾਂ ਹੀ ਆਮ ਆਦਮੀ ਪਾਰਟੀ ਨੇ ਸਪੋਰਟ ਕਰ ਦਿੱਤੀ ਕਿ ਅਸੀਂ ਸਪੋਰਟ ਕਰਾਂਗੇ। ਚਲੋ ਪਹਿਲਾਂ ਤੁਸੀਂ ਇਹਦੇ ਤੇ ਅਪਡੇਟ ਦਿਓ ਕਨਈਆ ਕੁਮਾਰ ਤੇ, ਫਿਰ ਆਪਾਂ ਕਿਸਾਨ ਅੰਦੋਲਨ ਤੇ ਸਮਾਪਤੀ ਕਰਾਂਗੇ ਜੀ। ਸੁਰਿੰਦਰ ਵੀਰ ਦੇਖੋ, ਕਨਈਆ ਕੁਮਾਰ ਜਦੋਂ JNU ਦਾ ਪ੍ਰੈਜ਼ੀਡੈਂਟ ਬਣਦਾ, ਇਹਦੇ ਨਾਲ ਜਿਹੜੀ ਵਾਈਸ ਪ੍ਰੈਜ਼ੀਡੈਂਟ ਲੜਕੀ ਬਣੀ ਸੀਗੀ, ਮੈਨੂੰ ਇਸ ਵੇਲੇ ਉਹਦਾ ਨਾਮ ਨਹੀਂ ਯਾਦ, ਉਹਦੀ ਵੀ ਕੋਈ ਪੋਲੀਟੀਕਲ ਬੈਕਗਰਾਉਂਡ ਨਹੀਂ ਸੀ, ਉਹ ਜੰਮੂ ਕਸ਼ਮੀਰ ਨੂੰ ਬਿਲੋਂਗ ਕਰਦੀ ਸੀ। ਦੋਨਾਂ ਨੂੰ ਮੈਂ ਇੱਕ ਚੀਜ਼ ਤਾਂ ਦੇਖੀ, ਇਹਨਾਂ ਤੋਂ ਬਾਅਦ ਜਿੰਨੇ ਵੀ ਉੱਥੇ ਇਹਨਾਂ ਨਾਲ ਰਿਲੇਟਡ ਜਾਂ ਇਹਨਾਂ ਦੀ ਪਾਰਟੀ ਨਾਲ ਰਿਲੇਟਡ ਪ੍ਰਧਾਨ ਬਣਿਆ, ਕੋਈ ਵੀ ਏਡੀ ਲੌਜਿਕ ਨਾਲ ਬੈਠ ਕੇ ਬੜੀ ਹਲੀਮੀ ਦੇ ਨਾਲ ਗੱਲ ਨਹੀਂ ਕਰ ਸਕਿਆ ਕਿਸੇ ਵੀ ਚੈਨਲ ਦੇ ਉੱਤੇ ਬੈਠ ਕੇ। ਠੀਕ ਹੈ, ਭਾਵੇਂ ਇਹਨਾਂ ਤੇ ਲੱਖ ਦੋ ਤੇ ਇਲਜ਼ਾਮ ਲੱਗੇ, ਪਰ ਇੱਕ ਗੱਲ ਹੈ ਕਿ ਦੋਨਾਂ ਦੇ ਵਿੱਚ ਲੌਜਿਕ ਜਿਹੜਾ ਉਹ ਬਹੁਤ ਆ, ਇਹ ਮੰਨਣਾ ਪਊਗਾ। ਮੈਂ ਵੀ ਕਈ ਵਾਰੀ ਸੁਣ ਕੇ ਹੈਰਾਨ ਹੁੰਦਾ ਕਿ ਦੇਖੋ ਪਰਮਾਤਮਾ ਦੀ ਦੇਣ ਆ ਕਿ ਉਹਨੇ ਕਿਸ ਬੰਦੇ ਨੂੰ ਕਿੰਨੀ ਕੁ ਜਿਹੜੀ ਆ ਉਹ ਬੁੱਧੀ ਜਿਹੜੀ ਆ ਉਹ ਸੌਂਪ ਦੇਣੀ ਆ। ਪਰ ਕੁੱਲ ਮਿਲਾ ਕੇ ਆ ਕਿ ਕਨਈਆ ਕੁਮਾਰ ਦਾ ਜਦੋਂ ਇਹ 2019 ਦੇ ਵਿੱਚ ਇਹ ਜਿਸ ਪਾਰਟੀ ਵੱਲੋਂ ਲੜਨ ਗਿਆ ਸੀ ਚੋਣ, ਉਸ ਵੇਲੇ ਵੀ ਕੁਝ ਵਿਅਕਤੀਆਂ ਨੇ ਮੇਰੇ ਨਾਲ ਗੱਲ ਕੀਤੀ, ਮੈਨੂੰ ਕਹਿੰਦੇ ਕਿ ਦੇਖੋ ਪਾਰਟੀ ਗਲਤ ਚੁਣ ਗਿਆ। ਈਵਨ ਕਿ ਉਹ ਖੁਦ ਕਾਮਰੇਡ ਸੀਗੇ, ਮੇਰੇ ਨਾਲ ਅਲੱਗ-ਅਲੱਗ ਚੈਨਲਾਂ ਤੇ ਆਉਂਦੇ ਰਹੇ ਉਹ ਡਿਬੇਟ ਤੇ। ਉਹ ਯੂਨੀਵਰਸਿਟੀ ਕੋਈ ਰਜਿਸਟਰਾਰ ਰਿਟਾਇਰ ਸੀ, ਕੋਈ ਪ੍ਰੋਫੈਸਰ ਰਿਟਾਇਰ ਸੀਗੇ, ਉਹ ਵੀ ਮੈਨੂੰ ਕਹਿੰਦੇ ਦੇਖੋ ਕਹਿੰਦੇ ਸਾਡੀ ਪਾਰਟੀ 'ਚ ਗਿਆ, ਪਰ ਅਸੀਂ ਸਾਡੇ ਮੁਤਾਬਕ ਇਹ ਗਲਤ ਪਾਰਟੀ ਚੁਣ ਗਿਆ, ਇਹਨੂੰ ਇਹ ਪਾਰਟੀ ਨਹੀਂ ਸੀ ਚੁਣਨੀ ਚਾਹੀਦੀ ਕਿਉਂਕਿ ਇਸ ਪਾਰਟੀ ਦਾ ਉਹ ਸਟੇਟ 'ਚ ਕੋਈ ਆਧਾਰ ਨਹੀਂ ਹੈ। ਪਰ ਫਿਰ ਵੀ ਵੋਟ ਬੈਂਕ ਬਹੁਤ ਲੈ ਗਿਆ ਸੀ। ਔਰ ਤੁਸੀਂ ਦੇਖੋ ਕਿ ਪੂਰਾ ਇੰਡੀਆ ਜਿਹੜਾ ਸੀ, ਸਟੂਡੈਂਟ ਜਿਹੜਾ ਸੀ, ਪੂਰੇ ਇੰਡੀਆ 'ਚ ਕੋਈ ਅਜਿਹੀ ਸਟੇਟ ਨਹੀਂ ਸੀ ਜਿਹੜਾ ਕਨਈਆ ਕੁਮਾਰ ਦੇ ਲਈ ਨਹੀਂ ਸੀ ਪਹੁੰਚਿਆ ਹੋਇਆ। ਕੰਪੇਨ ਬੜੀ ਤਕੜੀ ਚਲਾਈ ਸੀ, ਪਰ ਹੁਣ ਸਮੱਸਿਆ ਇਹ ਸੀ ਜਿਹੜਾ ਇਹਦਾ ਸਿੰਬਲ ਸੀਗਾ, ਉਹ ਸਿੰਬਲ ਜਿਹੜਾ ਸੀ ਉਹ ਕਿਤੇ ਨਾ ਕਿਤੇ ਉਹ ਲੋਕਾਂ ਦੇ ਮਨਾਂ 'ਚ ਨਹੀਂ ਉਤਰ ਸਕਿਆ, ਕਿਉਂਕਿ ਉਹ ਸਿੰਬਲ ਦਾ ਕੋਈ ਆਧਾਰ ਉਸ ਸਟੇਟ ਦੇ ਵਿੱਚ ਨਹੀਂ ਹੈ। ਬਿਹਾਰ ਦੀ ਇਹ ਸਮੱਸਿਆ। ਠੀਕ ਹੈ, ਜੇ ਉਸ ਵੇਲੇ ਕਾਂਗਰਸ ਦੇ ਸਿੰਬਲ ਤੇ ਵੀ ਹੁੰਦਾ ਤਾਂ ਹਨੇਰੀ ਉਠਾ ਜਾਂਦਾ। ਹਾਲਾਂਕਿ ਮਾਨਸਾ ਵੀ ਇਹਨਾਂ ਦਾ ਜਿਹੜਾ ਕਾਮਰੇਡਾਂ ਦਾ ਸਮਾਗਮ ਸੀਗਾ ਇਸ ਪਾਰਟੀ ਵਿਸ਼ੇਸ਼ ਦਾ, ਉਹ ਇੱਥੇ ਵੀ ਆਇਆ। ਮਤਲਬ ਉਹ ਗੱਲ ਠੀਕ ਹੈ ਕਿ ਜੇ ਆਜ਼ਾਦ ਵੀ ਖੜਦਾ ਤਾਂ ਸ਼ਾਇਦ ਜ਼ਿਆਦਾ 65 ਹੁਣ ਆ ਜਾਂਦਾ, ਪਰ ਉਹ ਪਾਰਟੀ ਕਿਉਂਕਿ ਹਾਸ਼ੀਏ ਤੇ ਉਹ ਪਾਰਟੀਆਂ ਜੇ ਮਤਲਬ ਬੰਗਾਲ ਜਿੱਥੇ ਇਹਨਾਂ ਦੀ ਜਨਮ ਭੂਮੀ ਆ ਉੱਥੋਂ ਹਾਸ਼ੀਏ ਤੇ ਚਲੀਆਂ ਗਈਆਂ ਤਾਂ ਉੱਥੇ ਗਲਤ ਫੈਸਲਾ ਸੀ। ਪਰ ਹੁਣ ਠੀਕ ਹੈ ਕਿ ਕਾਂਗਰਸ ਵੀ ਹੈ ਜਾਂ ਜਿਹੜੀ ਵੀ ਪਾਰਟੀ ਹੈ ਕਿ ਆਮ ਲੋਕ ਉਸ ਦੇ ਵਿੱਚ ਸ਼ਾਮਲ ਹੋਣੇ ਚਾਹੀਦੇ ਨੇ। ਸੋ ਇੱਕ ਅੱਛਾ ਫੈਸਲਾ ਮੇਰੇ ਖਿਆਲ ਜਿਹੜਾ ਉਹ ਚਲੋ ਇੱਕ ਵੱਡੀ ਪਾਰਟੀ ਵਿਸ਼ੇਸ਼ ਤੇ ਉਹਦੀ ਸ਼ਮੂਲੀਅਤ ਹੋਈ ਹੈ।
ਅਗਰ ਇਸ ਤਰ੍ਹਾਂ ਦੇ ਵਿਅਕਤੀ ਅੱਗੇ ਕਿਤੇ ਨਾ ਕਿਸੇ ਸੀਟ ਤੋਂ ਪਾਰਲੀਮੈਂਟ 'ਚ ਜਾਂਦੇ ਨੇ ਤਾਂ ਜ਼ਰੂਰ ਮਤਲਬ ਸੱਤਾਧਾਰੀ ਨੂੰ ਘੇਰਨ ਦਾ ਹੌਸਲਾ ਵਿਖਾਉਣਗੇ। ਜਿਵੇਂ ਕੁਛ ਵੀ ਹੈ, ਭਗਵੰਤ ਮਾਨ ਹੈ ਨਿੱਜੀ ਤੌਰ ਤੇ ਕੁਛ ਵੀ ਆ, ਪਰ ਜਦੋਂ ਡਿਬੇਟ ਦੇ ਵਿੱਚ ਜਾਂਦਾ ਕਿਤੇ ਨਾ ਕਿਤੇ ਧਿਆਨ ਤਾਂ ਖਿੱਚਦਾ ਬ੍ਰੌਡਕਾਸਟਰ ਸਾਹਮਣੇ ਵਾਲੇ ਦਾ। ਲੌਜਿਕ ਤਾਂ ਕਿਤੇ ਨਾ ਕਿਤੇ ਹੁੰਦਾ, ਕਰਾਊਡ ਪੁੱਲਰ ਤੇ ਹੈਗਾ। ਤੇ ਕਨ੍ਹਈਆ ਤੇ ਉਸ ਤੋਂ ਵੀ ਜ਼ਿਆਦਾ ਲੌਜਿਕ ਨਾਲ ਗੱਲ ਕਰਨ ਵਾਲਾ ਵਿਅਕਤੀ ਹੈ। ਕਿਤੇ ਨਾ ਕਿਤੇ ਭਾਵੇਂ ਇਸ ਪਾਰਟੀ ਦੇ ਵਿੱਚ ਆਇਆ, ਕਿੱਦਾਂ ਵੇਖਦੇ ਹੋ ਜੀ? ਨਹੀਂ ਦੇਖੋ, ਕਾਂਗਰਸ ਜਿਹੜੀ ਉਹ ਵੈਂਟੀਲੇਟਰ ਤੇ ਸੀ ਤੇ ਬਹੁਤ ਜ਼ਰੂਰੀ ਹੁੰਦਾ ਕਿ ਦੇਖੋ ਜਦੋਂ ਇਹੋ ਜਿਹਾ ਵਿਅਕਤੀ ਆ ਜਾਏ ਤੇ ਵੈਂਟੀਲੇਟਰ ਤੋਂ ਪਾਰਟੀ ਉੱਠੇ ਤੇ ਹੋਰ ਕੀ ਪਾਰਟੀ ਨੂੰ ਚਾਹੀਦਾ ਹੁੰਦਾ। ਜ਼ਰੂਰਤ ਵੀ ਆ। ਬਹੁਤ ਲੰਬਾ ਸਮਾਂ ਇਹਨਾਂ ਨੇ ਯੂਥ ਨਹੀਂ ਚੱਕਿਆ। ਜਿਹੜੀ ਬੁੱਢੀ ਲੀਡਰਸ਼ਿਪ ਸੀ, ਸਮੱਸਿਆ ਕੀ ਆਉਂਦੀ, ਗੈਪ ਕਿੱਥੇ ਆਉਂਦਾ? ਆਪਾਂ ਪਿੰਡ ਦੇ ਨੂੰ ਬਿਲੋਂਗ ਕਰਦੇ ਹਾਂ, ਠੀਕ ਹੈ ਨਾ। ਆਪਣੇ ਕੀ ਹੁੰਦਾ ਸੀ, ਜਿਹੜੀਆਂ ਮੱਝਾਂ ਸੀ ਜਦੋਂ 5ਵੇਂ 6ਵੇਂ 7ਵੇਂ ਸੂਏ ਤੇ ਚਲ ਜਾਂਦੀਆਂ ਸੀ, ਜੇ ਨਵੀਆਂ ਨਹੀਂ ਰੱਖੀਆਂ ਤਾਂ ਕਿਸੇ ਟਾਈਮ ਦੁੱਧ ਤੋਂ ਹੱਥ ਧੋ ਬੈਠਦੇ ਹੁੰਦੇ ਸੀ, ਧੋਂਦੇ ਸੀ ਨਾ। ਫਿਰ ਦੇਖਦੇ ਨਵੀਂ ਪੌਦ ਤਾਂ ਤਿਆਰ ਰੱਖਣੀ ਚਾਹੀਦੀ ਹੈ। ਅੱਛਾ, ਇਸ ਤੋਂ ਪਹਿਲਾਂ ਕਿ ਕਿਸਾਨ ਅੰਦੋਲਨ ਵੱਲ ਨੂੰ ਜਾਈਏ, ਜਿਉਂ-ਜਿਉਂ ਚੋਣਾਂ ਨੇੜੇ ਆਉਂਦੀਆਂ ਨੇ, ਪ੍ਰਕਾਸ਼ ਸਿੰਘ ਬਾਦਲ ਦੀਆਂ ਸਰਗਰਮੀਆਂ ਵੱਧ ਰਹੀਆਂ ਨੇ। ਪਿਛਲੇ ਦਿਨੀ ਉਹ ਘੁੱਦਾ ਜਿਹੜਾ ਕੇਂਦਰੀ ਯੂਨੀਵਰਸਿਟੀ ਹੈ ਬਠਿੰਡੇ ਦੇ ਵਿੱਚ, ਉੱਥੇ ਸੈਂਟਰ 'ਚ ਪੁੱਜੇ ਤੇ ਕੱਲ ਫੇਰ ਉਹਨਾਂ ਨੇ ਵੀਕਐਂਡ ਤੇ ਜਿਹੜੀ ਸ਼ਮੂਲੀਅਤ ਦਿਖਾਈ ਹੈ ਤੇ ਖਾਸ ਕਰਕੇ ਚੁਟਾਲਿਆਂ ਦੇ ਤਾਊ ਦੇਵੀ ਲਾਲ ਦਾ 108ਵਾਂ ਜਨਮ ਦਿਨ ਸੀ, ਵੱਡੀ ਰੈਲੀ ਕਰਵਾਈ ਗਈ। ਹਾਲਾਂਕਿ ਕਰੋਨਾ ਵੀ ਹੈ ਪਰ ਸਾਰੇ ਬਿਨਾਂ ਮਾਸਕ ਤੋਂ ਬੈਠੇ, ਹਨਾ। ਓਮ ਪ੍ਰਕਾਸ਼ ਚੌਟਾਲਾ ਹੋਰੀ, ਪ੍ਰਕਾਸ਼ ਸਿੰਘ ਬਾਦਲ ਹੋਰੀ, ਸੋ ਮੰਚ ਤੇ ਸਾਰੇ ਜੀਂਦ ਦੀ ਰੈਲੀ ਦੇ ਵਿੱਚ ਇਕੱਤਰ ਹੋਏ ਤੇ ਉਸ ਦੌਰਾਨ ਫਰੂਕ ਅਬਦੁੱਲਾ ਵੀ ਪੁੱਜੇ। ਤੇ ਕਿਤੇ ਨਾ ਕਿਤੇ ਜਿਹੜਾ ਇੱਕ ਪਾਸੇ ਸਮੀਕਰਨ ਬਣ ਰਹੇ ਨੇ ਦੇਸ਼ ਦੇ ਵਿੱਚ ਤੀਜੇ ਬਦਲ ਦਾ, ਸ਼ਰਦ ਪਵਾਰ ਤ੍ਰਿਣਮੂਲ ਕਾਂਗਰਸ, ਪਰ ਉਹਦੇ 'ਚ ਅਕਾਲੀ ਦਲ ਬਾਦਲ ਦੀ ਸ਼ਮੂਲੀਅਤ ਨੂੰ ਥੋੜ੍ਹੀ ਅੜਚਣ ਆਉਂਦੀ ਹੈ, ਚੁਟਾਲਿਆਂ ਦੀ ਸ਼ਮੂਲੀਅਤ ਨੂੰ ਥੋੜ੍ਹੀ ਅੜਚਣ ਆਉਂਦੀ ਹੈ। ਤੇ ਖਾਸ ਕਰਕੇ ਅਮਰ ਅਬਦੁੱਲਾ ਤਾਂ ਚਲੋ ਦੋਨੇ ਪਾਸੇ, ਫਰੂਕ ਅਬਦੁੱਲਾ ਤਾਂ ਦੋਨੇ ਪਾਸੇ ਆਏ ਨੇ, ਇੱਧਰ ਵੀ ਆਏ ਨੇ ਉੱਧਰ ਵੀ ਆਏ ਨੇ। ਤੇ ਇਸ ਦੌਰਾਨ ਜਿਵੇਂ ਬਾਦਲ ਸਾਹਿਬ ਦਾ ਬਿਆਨ ਹੈ ਕਿ ਖੇਤਰੀ ਪਾਰਟੀਆਂ ਨੂੰ ਇਕੱਠੇ ਕਰਨਾ ਸਮੇਂ ਦੀ ਮੁੱਖ ਲੋੜ ਹੈ। ਕੀ ਵੇਖਦੇ ਹੋ ਕਿ ਇਹਨਾਂ ਦੀ ਕੋਈ ਡਿਵੈਲਪਮੈਂਟ ਹੋਏਗੀ? ਤੇ ਚੌਟਾਲਾ ਕਹਿੰਦਾ ਸਾਨੂੰ ਕਾਂਗਰਸ ਨੇ ਸਾਜ਼ਿਸ਼ ਦੇ ਤਹਿਤ ਜੇਲ੍ਹ ਦੇ ਵਿੱਚ ਭੇਜਿਆ, ਰੋਸ ਕਾਂਗਰਸ ਤੇ ਪ੍ਰਗਟ ਕਰ ਦਿੱਤਾ, ਪਰ ਜਿਹੜੇ ਘਟਾਲੇ ਆਪ ਕੀਤੇ ਨੇ ਉਹ ਭੁੱਲ ਗਏ ਨੇ ਜੀ। ਇਸ ਬਦਲ ਦਾ ਕੀ ਉਮੀਦ ਲੱਗਦੀ ਹੈ, ਜਿਹੜਾ ਇਹ ਪ੍ਰਕਾਸ਼ ਸਿੰਘ ਬਾਦਲ ਦਾ ਬਿਆਨ ਹੈ? ਫਿਰ ਉਸ ਤੋਂ ਬਾਅਦ ਆਪਾਂ ਕਿਸਾਨ ਅੰਦੋਲਨ ਤੇ ਗੱਲ ਕਰਾਂਗੇ, ਕਿਉਂਕਿ ਇਸ ਸੰਬੰਧੀ ਦਿੱਲੀ ਦੇ ਵਿੱਚ ਵੀ ਜਿਹੜੀ ਹੈ ਬੰਦ ਦਾ ਅਸਰ ਮੇਰੇ ਖਿਆਲ ਸ਼ਾਇਦ ਬਹੁਤਾ ਨਾ ਹੋ ਸਕੇ, ਕਿਉਂਕਿ ਦਿੱਲੀ ਦੇ ਵਿੱਚ ਗਸ਼ਤ ਬਹੁਤ ਤੇਜ਼ ਕਰ ਦਿੱਤੀ ਹੈ ਐਤਵਾਰ ਦਿਨ ਦੇ ਵਕਤ ਤੋਂ ਹੀ ਪੁਲਿਸ ਨੇ, ਕਿ ਕੋਈ ਜਬਰੀ ਦੁਕਾਨਾਂ ਨਾ ਬੰਦ ਕਰਾ ਸਕੇ। ਲੋਕ ਆਪਣੇ ਤੌਰ ਤੇ ਬੰਦ ਕਰਦੇ ਆ ਤਾਂ ਉਹਨਾਂ ਦੀ ਇੱਛਾ ਹੈ, ਕਿਉਂਕਿ ਵੀਕਐਂਡ ਹੈ, ਕੱਲ੍ਹ ਸੋਮਵਾਰ ਅੱਜ, ਤੇ ਇਸ ਕਰਕੇ ਵਰਕਿੰਗ ਡੇ ਹੈ। ਤਾਂ ਦਿੱਲੀ ਤਾਂ ਉਹ ਹੈ ਜਿਹੜੀ ਰਾਤ ਨੂੰ ਵੀ ਨਹੀਂ ਰੁਕਦੀ, ਐਤਵਾਰ ਨੂੰ ਵੀ ਨਹੀਂ ਰੁਕਦੀ। ਸੋ ਦਿੱਲੀ ਵਰਗੀ ਜਿਹੜੇ ਮਹਾਨਗਰ ਦਾ ਬੰਦ ਹੋਣਾ, ਤੇ ਖਾਸ ਕਰਕੇ ਦਿੱਲੀ ਪੁਲਿਸ ਨੇ ਇਸ ਸੰਬੰਧੀ ਬਹੁਤ ਚੌਕਸੀ ਵਧਾ ਦਿੱਤੀ ਹੈ। ਪਰ ਭਾਰਤ ਭਰ ਦੇ ਵਿੱਚ, ਖਾਸ ਕਰਕੇ ਉੱਤਰੀ ਭਾਰਤ ਦੇ ਵਿੱਚ ਇਹ ਬੰਦ ਕਾਫੀ ਮਜ਼ਬੂਤ ਰਹਿਣ ਦੀ ਉਮੀਦ ਹੈ। ਇਸ ਤੋਂ ਬਾਅਦ ਉਸ 'ਤੇ ਅਪਡੇਟ ਦਿਓ ਜਾਂਦੇ ਜਾਂਦੇ। ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦਾ ਇਹ ਬਿਆਨ ਕਿ ਖੇਤਰੀ ਪਾਰਟੀਆਂ ਨੂੰ ਮਜ਼ਬੂਤ ਕਰਨ ਦੇ ਲਈ ਇਕਜੁੱਟ ਹੋਣ ਦੀ ਜ਼ਰੂਰਤ ਹੈ, ਕਿਵੇਂ ਵੇਖਦੇ ਹੋ ਇਸ ਸਟੇਟਮੈਂਟ ਨੂੰ? ਦੇਖੋ ਬਾਦਲ ਸਾਹਿਬ ਕੁਛ ਕਹੀ ਜਾਣ, NCP ਤੇ ਸ਼ਿਵ ਸੈਨਾ ਦੋਵਾਂ ਦੀ ਮਜਬੂਰੀ ਆ ਕਾਂਗਰਸ ਦੇ ਨਾਲ ਚੱਲਣਾ, ਦੋਨੋਂ ਉਹਦੇ ਨਾਲ ਅਲਾਇੰਸ 'ਚ ਬੈਠੀਆਂ ਨੇ, ਠੀਕ ਹੈ। ਹੁਣ HD ਦੇਵਗੌੜੇ ਦਾ ਜਨਤਾ ਦਲ ਸੈਕੂਲਰ ਆ, ਉਹ ਕਿਹਦੇ ਨਾਲ ਬੈਠਾ? ਕਾਂਗਰਸ ਦੇ ਅਲਾਇੰਸ ਨਾਲ ਬੈਠਾ ਕਰਨਾਟਕ ਦੇ ਵਿੱਚ। ਕੀ ਕਰੋਗੇ? ਉਹ ਛੱਡ ਕੇ ਆ ਜਾਏਗਾ, ਉਹਦੀ ਮਜਬੂਰੀ ਆ ਉੱਤੇ ਚੱਲਣਾ। ਮਮਤਾ ਬੈਨਰਜੀ ਉਹ ਵੀ ਫਿਰ ਉੱਧਰ ਨੂੰ ਜਾਣਾ ਚਾਹੇਗੀ ਕਿ ਨੈਸ਼ਨਲ ਲੈਵਲ ਤੇ ਸਿਨੈਰੀਓ ਕੀ ਬਣਦਾ, ਉਹ ਅਕਾਲੀ ਦਲ ਤੇ ਚੁਟਾਲਿਆਂ ਤੱਕ ਨਹੀਂ ਸੀਮਤ ਹੋਏਗੀ। ਨਿਤਿਸ਼ ਕੁਮਾਰ ਆ, ਨਿਤਿਸ਼ ਕੁਮਾਰ ਕਿਹਦੇ ਨਾਲ ਬੈਠਾ? ਕਾਂਗਰਸ ਨਾਲ ਬੈਠਾ ਬਿਹਾਰ ਦੇ ਵਿੱਚ। ਹੁਣ ਹਾਲਾਤ ਕੀ ਨੇ, ਹਰ ਸਟੇਟ ਦੀ ਅਲੱਗ-ਅਲੱਗ ਪ੍ਰਸਥਿਤੀਆਂ ਜਿਹੜੀਆਂ ਉਹ ਬਣੀਆਂ ਹੋਈਆਂ। ਜਦੋਂ ਕਾਂਗਰਸ ਨਾਲ ਅਲਾਇੰਸ ਹੁੰਦਾ ਤੇ ਫਿਰ ਚੁਟਾਲੇ ਹਰਿਆਣੇ 'ਚ ਕਾਂਗਰਸ ਨਾਲ ਨਹੀਂ ਕਰ ਸਕਦੇ ਤੇ ਪੰਜਾਬ 'ਚ ਅਕਾਲੀ ਨਹੀਂ ਕਰ ਸਕਦੇ, ਦੋਨੋਂ ਹੀ ਬਚਦੇ ਨੇ। ਜਿੱਥੋਂ ਤੱਕ ਨੈਸ਼ਨਲ ਕਾਨਫਰੰਸ ਦਾ ਵਾ, ਫਾਰਕ ਅਬਦੁੱਲਾ ਦਾ ਤੇ ਉਮਰ ਅਬਦੁੱਲਾ ਦਾ ਪਿਓ ਪੁੱਤ ਦਾ ਸਵਾਲ ਆ, ਉਹਨਾਂ ਦੀ ਕਾਂਗਰਸ ਨਾਲ ਉੱਥੇ ਨਿਭ ਜਾਣੀ ਆ, ਉਹਨਾਂ ਨਾਲ ਰਲ ਕੇ ਬਣਾ ਲੈਣਗੇ। ਵੈਸੇ ਉਹ ਕਦੀ BJP ਦਾ ਵੀ ਹਿੱਸਾ ਹੁੰਦੇ ਸੀ ਤੇ ਕਾਂਗਰਸ ਦਾ ਵੀ ਹਿੱਸਾ ਹੁੰਦੇ ਸੀ ਤੇ ਇਕੱਲੇ ਵੀ ਹੁੰਦੇ ਸੀ, ਉਹ ਸਾਰਿਆਂ 'ਚ ਚੱਲਦੇ ਰਹੇ ਆ। ਇਸ ਕਰਕੇ ਬਾਕੀ ਸਾਰਿਆਂ ਦੀ ਨਿਭ ਜਾਣੀ ਆ। ਕੇਵਲ ਤੇ ਕੇਵਲ ਇੰਡੀਅਨ ਨੈਸ਼ਨਲ ਲੋਕ ਦਲ ਚਟਾਲੇ ਵਾਲਾ ਤੇ ਪੰਜਾਬ 'ਚ ਅਕਾਲੀ ਦਲ, ਇਹਨਾਂ ਦੋਨਾਂ ਦੀ ਜਿਹੜਾ ਤੀਜਾ ਮੋਰਚਾ ਬਣਨ ਦੀ ਇਹ ਉਮੀਦ ਰੱਖਦੇ ਆ, ਉਹਦੇ 'ਚ ਇਹਨਾਂ ਦੀ ਸ਼ਮੂਲੀਅਤ ਨਹੀਂ ਹੋਣੀ ਆ।
ਇਹ ਸਮੱਸਿਆ ਖੜਨੀ ਆ। ਦੂਸਰੀ ਧਿਰ ਹੀ ਬਣੇਗੀ ਤੇ ਦੂਸਰੀ ਧਿਰ ਹੀ ਟੱਕਰ ਦੇਵੇਗੀ, ਉਹਦੇ 'ਚ ਬਾਕੀਆਂ ਦੀ ਕਿਤੇ ਨਾ ਕਿਤੇ ਐਡਜਸਟਮੈਂਟ ਹੋਣੀ ਆ। ਇਹ ਦੋ ਪਾਰਟੀਆਂ ਦੀ ਐਡਜਸਟਮੈਂਟ ਜਿਹੜੀ ਉਹ ਨਹੀਂ ਹੋ ਸਕਦੀ। ਹੁਣ ਆ ਜਾਈਏ ਜਿੱਥੋਂ ਤੱਕ ਸਵਾਲ ਆ ਬੰਦ ਦਾ। ਦੇਖੋ ਇਹਦੇ 'ਚ ਕੋਈ ਦੋ ਰਹਿ ਨਹੀਂ। ਦਿੱਲੀ 'ਚ ਹਾਲਾਤ ਕੀ ਆ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹਨਾਂ ਨੇ ਇਸ ਬੰਦ ਦਾ ਸਮਰਥਨ ਕਰਤਾ, ਕਾਂਗਰਸ ਨੇ ਵੀ ਆਲ ਇੰਡੀਆ ਲੈਵਲ ਤੇ ਸਮਰਥਨ ਜਿਹੜਾ ਵਾ ਬੰਦ ਦਾ ਕਰ ਦਿੱਤਾ। ਪਰ ਹੁਣ ਦਿੱਲੀ ਦੀ ਪ੍ਰਸਥਿਤੀ ਅਲੱਗ ਆ। ਦਿੱਲੀ 'ਚ ਕੀ ਆ ਕਿ ਉਹ ਹਾਲਾਤ ਬਣੀ ਹੋਈ ਆ ਕਿ ਬੰਦਾ ਜਿਹੜਾ ਉਹ 15-20 ਮਹਿਮਾਨਾਂ ਨੂੰ ਆਪਦੇ ਦੋਸਤਾਂ ਨੂੰ ਸੱਦਾ ਦੇ ਆਉਂਦਾ ਕਿ ਆ ਜਾਓ ਘਰ ਆ ਜਾਓ ਸਾਰੇ ਜਣੇ, ਤੇ ਘਰੇ ਵੜਨ ਤੋਂ ਪਹਿਲਾਂ ਘਰ ਵਾਲੀ ਕਹਿ ਦਿੰਦੀ ਆ ਕਿ ਖਬਰਦਾਰ ਇੱਥੇ ਨਾ ਕੋਈ ਵੜੇ, ਮੈਂ ਚਾਹ ਨਹੀਂ ਬਣਾ ਕੇ ਦੇਣੀ ਆ, ਨਾ ਮੇਰੇ ਕੋਲ ਟਾਈਮ ਆ, ਨਾ ਤੇਰੀ ਮੈਂ ਨੌਕਰ ਰੱਖੀਆਂ ਹੋਈਆਂ, ਠੀਕ ਹੈ, ਨਾ ਮੈਂ ਤੈਨੂੰ ਰਸੋਈ 'ਚ ਵੜਨ ਦੇਣਾ, ਆਪਦਾ ਚੱਲ ਬਾਹਰ ਲੌਂਗ ਲਾਣਾ ਚੱਕ ਕੇ, ਠੀਕ ਹੈ। ਹੁਣ ਕੇਜਰੀਵਾਲ ਨੇ ਕਹਿ ਤੇ ਦਿੱਤਾ, ਤੁਸੀਂ ਆਮ ਆਦਮੀ ਪਾਰਟੀ ਨੇ ਬੰਦ ਦੀ ਸਪੋਰਟ ਕਰਤੀ, ਪੁਲਿਸ ਤੁਹਾਡੇ ਅੰਡਰ ਨਹੀਂ ਹੈ, ਪੁਲਿਸ ਤਾਂ ਡਾਂਗਾ ਚੱਕੀ ਫਿਰਦੀ ਤੁਹਾਨੂੰ, ਉਹ ਕਹਿੰਦੀ ਬੰਦ ਕਰਕੇ ਦਿਖਾਓ ਕਿੱਦਾਂ ਕਰੋਗੇ। ਹੁਣ ਜਿਹੜੀ ਪਾਰਟੀ ਦੀ ਉੱਤੇ ਸਰਕਾਰ ਆ ਉਹ ਕਹਿੰਦੀ ਆ ਕਿ ਅਸੀਂ ਬੰਦ ਦਾ ਸਮਰਥਨ ਕਰਨਾ, ਤੇ ਜਿਹੜੀ ਪੁਲਿਸ ਆ ਉਹ ਤੁਹਾਡੇ ਅੰਡਰ ਨਹੀਂ ਆ ਤੇ ਉਹ ਤੈਨੂੰ ਬੰਦ ਦੇ ਵਿੱਚ ਸ਼ਾਮਲ ਨਹੀਂ ਹੋਣ ਦੇ ਰਹੀ। ਕਿਉਂਕਿ ਪੁਲਿਸ ਨੇ ਇਹ ਦਾਅਵਾ ਵੀ ਕਰ ਦਿੱਤਾ ਕਿ ਕੋਈ ਵੀ ਪ੍ਰਦਰਸ਼ਨਕਾਰੀ ਨੂੰ ਤਾਂ ਅਸੀਂ ਦਿੱਲੀ 'ਚ ਵੈਸੇ ਨਹੀਂ ਉਹ ਦਖਲ ਦੇਣਾ, ਵੈਸੇ ਨਹੀਂ ਵੜਨ ਦਿੰਦੇ ਕਿਸਾਨਾਂ ਨੂੰ, ਤਾਂ ਉਹ ਕਿਸੇ ਵੀ ਰੂਪ ਦੇ ਵਿੱਚ ਤਲਾਸ਼ੀ ਬਹੁਤ ਹੈ ਕਿ ਕੋਈ ਅਫਰਾ ਤਫਰੀ ਨਾ ਮਚਾ ਦੇਣ। ਪਰ ਦਿੱਲੀ ਪੁਲਿਸ ਨੇ ਵੀ ਦਾਅਵਾ ਕੀਤਾ ਕਿ ਦਿੱਲੀ ਦੇ ਵਿੱਚ ਭਾਰਤ ਬੰਦ ਦਾ ਕੋਈ ਸੱਦਾ ਹੀ ਨਹੀਂ ਦਿੱਤਾ ਗਿਆ। ਇਸ ਕਰਕੇ ਅਸੀਂ ਹਾਲਤਾਂ 'ਤੇ ਪੂਰੀ ਨਜ਼ਰ ਰੱਖ ਰਹੇ ਹਾਂ ਕਿ ਦਿੱਲੀ ਨੂੰ, ਕਿਉਂਕਿ ਉਹਦੇ 'ਚ ਲੋਕਾਂ ਦੀ ਰੋਜ਼ਮर्रा ਵੀ ਆ, ਲੋਕਾਂ ਦੇ ਬਿਜ਼ਨਸ ਵੀ ਨੇ, ਸੋ ਕਿਸਾਨ ਵੀ ਮੇਰਾ ਖਿਆਲ ਦਿੱਲੀ ਦੇ ਬਾਰੇ ਥੋੜ੍ਹਾ ਜਿਹਾ ਸੌਫਟ ਨੇ ਕਿ ਆਪਣੇ ਆਪ ਜੇ ਕੋਈ ਸਪੋਰਟ ਕਰਦਾ ਠੀਕ ਹੈ, ਕਿ ਅਸੀਂ ਕਿਉਂਕਿ ਇਹਨਾਂ ਬਗਾਨੀਆਂ ਬਰੂਹਾਂ ਤੇ ਬੈਠੇ ਹਾਂ, ਅਸੀਂ ਉਹਨਾਂ ਦੀ ਨਿੱਜੀ ਜ਼ਿੰਦਗੀ 'ਚ ਕੋਈ ਦਖਲ ਨਾ ਦੇਈਏ। ਮੇਰਾ ਖਿਆਲ ਕਿਸਾਨ ਵੀ ਇਸ ਮਾਮਲੇ 'ਚ ਦਿੱਲੀ 'ਚ ਸੌਫਟ ਨੇ। ਜੀ ਸੁਰਿੰਦਰ। ਹਾਂ ਨਹੀਂ ਉਹਦੇ 'ਚ ਨਹੀਂ, ਉਹਦੇ 'ਚ ਇੱਕ ਚੀਜ਼ ਹੋਊਗੀ ਕਿ ਦਿੱਲੀ ਦੀ ਸਬਜ਼ੀ ਮੰਡੀ ਬੰਦ ਰਹਿ ਜਾਏਗੀ ਤਕਰੀਬਨ, ਇਹ ਕੰਮ ਹੋ ਜਾਊਗਾ। ਨਹੀਂ, ਉਹ ਜ਼ਰੂਰੀ ਵਸਤਾਂ ਤਾਂ ਵੈਸੇ ਉਹਨਾਂ ਨੇ ਵੈਸੇ ਹੀ ਛੋਟ 'ਚ ਰੱਖਿਆ, ਮੇਰੇ ਖਿਆਲ ਸਬਜ਼ੀਆਂ ਦੁੱਧ ਤੇ ਕੋਈ ਉਹਨਾਂ ਛੋਟ ਰੱਖੀ ਆ, ਪਰ ਪੰਜਾਬ ਦੀਆਂ ਸਾਰੀਆਂ ਸਬਜ਼ੀ ਮੰਡੀਆਂ ਤੇ ਰੇਹੜੀ ਫੜੀ ਵਾਲੇ ਜਿਹੜੇ ਉਹਨਾਂ ਕੱਲ ਸਟ੍ਰਾਈਕ ਦਾ ਐਲਾਨ ਕਰਤਾ। ਹਾਂ ਮੰਡੀ ਦੇ ਵਿੱਚ ਤਾਂ ਅੱਜ ਜਿਹੜੀ ਸ਼ਾਮ ਨੂੰ ਵੇਗੀ ਆਪਣਾ ਦੂਸਰਾ ਐਤਵਾਰ ਕੱਲ ਜਿਹੜੀ ਵੇਗੀ ਤੇ ਬਾਕੀ ਅੱਜ ਜਿਹੜੀ ਆ ਉਹ ਸਾਰਾ ਬੰਦ ਦਾ ਉਹਨਾਂ ਨੇ ਐਲਾਨ ਜਿਹੜਾ ਉਹ ਕਰ। ਸੁਰਿੰਦਰ ਬਾਈ ਜੀ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।